हालेलुया। प्रभु यीशु मसीह जिंदा समर्थी नाम सब प्रभु के प्रेमियों प्यार भरी जय मसीह दी। सो परमेश्वर तुहानू सारिਆਂ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਣ। ਅੱਜ ਦੇ ਸੁੰਦਰ ਸਮੇਂ ਦੇ ਵਸੀਲੇ ਦੇ ਨਾਲ ਹਰ ਉਹ ਪਲ ਸਾਡੇ ਲਈ ਸੁੰਦਰ ਆ ਜਿਨ੍ਹਾਂ ਪਲਾਂ 'ਚ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਰਹਿੰਦੇ ਹਾਂ ਤੇ ਹਰੇਕ ਉਹ ਪਲ ਇਨਸਾਨ ਦੇ ਲਈ ਮਾੜਾ ਆ ਜਦੋਂ ਇਨਸਾਨ ਸੰਸਾਰ ਦੇ ਨਾਲ ਜੁੜਦਾ ਆ, ਕਿਉਂਕਿ ਸੰਸਾਰ ਦੇ ਵਿੱਚ ਜਾ ਕੇ ਇਨਸਾਨ ਗਵਾਉਂਦਾ ਹੀ ਆ, ਗਵਾਚਦਾ ਹੀ ਆ। ਇਸੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਹੀ ਇਨਸਾਨ ਆਪਣੇ ਆਪ ਨੂੰ ਬਚਾ ਲੈਂਦਾ ਹੈ। ਹਾਲੇਲੂਇਆ। ਸੋ ਅੱਜ ਤੁਸੀਂ ਪਰਮੇਸ਼ਰ ਦੀ ਹਜ਼ੂਰੀ 'ਚ ਆਏ ਹੋ, ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਅੱਜ ਦੇ ਦਿਨ ਦੇ ਵਿੱਚ ਫਿਰ ਤੁਹਾਨੂੰ ਇੱਥੇ ਇਕੱਠਿਆਂ ਕੀਤਾ ਹੈ ਔਰ ਉਹਦੀ ਇੱਛਾ ਸੀ ਕਿ ਤੁਸੀਂ ਇਕੱਠੇ ਹੋ ਕੇ ਮਹਿਮਾ ਕਰੋ, ਉਹਦੀ ਇੱਛਾ ਸੀ ਕਿ ਵਡਿਆਈ ਹੋਵੇ। ਕਈ ਵਾਰ ਇਨਸਾਨ ਪਰਮੇਸ਼ਰ ਤੋਂ ਆਰਾਮ ਬਹੁਤ ਚਾਹੁੰਦਾ ਹੈ, ਲੇਕਿਨ ਉਹ ਪਰਮੇਸ਼ਰ ਦੇ ਨੇੜੇ ਆਉਂਦਾ ਨਹੀਂ ਆ। ਸਾਡਾ ਅਸਲ ਆਰਾਮ ਹੈ ਕਿੱਥੇ? ਸਾਡੀ ਅਸਲ ਜ਼ਿੰਦਗੀ ਦੀ ਖੁਸ਼ੀ ਹੈ ਕਿੱਥੇ? ਜਦੋਂ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਪਤਾ ਲੱਗ ਜਾਏਗਾ, ਜ਼ਰੂਰ ਆ ਕੇ ਸਾਡੀ ਜ਼ਿੰਦਗੀ ਦਾ ਆਰਾਮ ਸਾਨੂੰ ਪ੍ਰਾਪਤ ਹੋ ਜਾਵੇਗਾ, ਸਾਡੀ ਜ਼ਿੰਦਗੀ ਦਾ ਆਨੰਦ ਸਾਨੂੰ ਮਿਲ ਜਾਵੇਗਾ। ਪਰ ਜੇ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆ ਕੇ ਆਪਣੇ ਅਸਲ ਆਰਾਮ ਨੂੰ ਜਾਣ ਕੇ ਆਰਾਮ ਨੂੰ ਪ੍ਰਾਪਤ ਕਰਾਂਗੇ ਤਾਂ, ਤੇ ਜੇ ਲਾਪਰਵਾਹੀ ਦੇ ਨਾਲ ਆਏ ਤੇ ਲਾਪਰਵਾਹੀ ਦੇ ਨਾਲ ਚਲੇ ਗਏ, ਜੇ ਚਰਚ ਵਿੱਚ ਆਏ ਤੇ ਆਪਣੀਆਂ ਮਨ ਦੀਆਂ ਇਛਾਵਾਂ ਦੇ ਅਨੁਸਾਰ ਜੀਵਨ ਬਤੀਤ ਕਰਕੇ ਸਮਾਂ ਖਰਾਬ ਕਰਕੇ ਚਲੇ ਗਏ, ਕੁਝ ਵੀ ਹਾਸਲ ਹੁੰਦਾ ਨਹੀਂ ਆ। ਕਿਉਂਕਿ ਪਰਮੇਸ਼ਵਰ ਨੇ ਸਾਡੇ ਲਈ ਉਹ ਅਬਦੀ ਆਰਾਮ ਤਿਆਰ ਕੀਤਾ ਆਪਣੇ ਪੁੱਤਰ ਯੀਸ਼ੂ ਮਸੀਹ ਦੇ ਵਸੀਲੇ ਦੇ ਨਾਲ, ਜਿਹੜਾ ਧਰਤੀ ਦੇ ਉੱਤੇ ਕਿਸੇ ਵੀ ਕੀਮਤ ਨੂੰ ਅਦਾ ਕਰਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਕਿਸੇ ਵੀ ਕੀਮਤ ਤੇ ਨਹੀਂ। ਉਹ ਆਰਾਮ ਜਿਹੜਾ ਅੱਜ ਦੇ ਰਾਜੇ ਵੀ ਲੱਭਦੇ ਆ ਪਰ ਮੇਰੇ ਜੋ ਮਿਲ ਨਹੀਂ ਰਿਹਾ, ਬਾਦਸ਼ਾਹੀਆਂ ਵੀ ਲੱਭਦੀਆਂ ਉਸ ਆਰਾਮ ਨੂੰ, ਪਰ ਉਹ ਆਰਾਮ ਮਿਲ ਨਹੀਂ ਰਿਹਾ। ਕਿਉਂਕਿ ਉਸ ਆਰਾਮ ਦੀ ਕੋਈ ਵੀ ਕੀਮਤ ਦੁਨਿਆਵੀ ਰੂਪ ਦੇ ਵਿੱਚ ਰੱਖੀ ਨਹੀਂ ਗਈ। ਤੇ ਉਹ ਆਰਾਮ ਕਿਹਦੇ ਕੋਲ ਆ? ਯਿਸੂ ਮਸੀਹ ਦੇ ਕੋਲ। ਹਾਲੇਲੂਇਆ। ਉਹ ਅਬਦੀ ਆਰਾਮ, ਜੀਵਨ ਦਾ ਆਰਾਮ ਕੇਵਲ ਪ੍ਰਭੂ ਯਿਸੂ ਮਸੀਹ ਦੇ ਕੋਲ ਆ। ਉਹ ਪ੍ਰਭੂ ਯਿਸੂ ਮਸੀਹ ਜਿਹਨੂੰ ਪਰਮੇਸ਼ਰ ਨੇ ਇਸ ਧਰਤੀ ਦੇ ਉੱਤੇ ਭੇਜਿਆ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਜਾਣਦੇ ਆ, ਪੜ੍ਹਦੇ ਆ, ਤੇ ਬਾਈਬਲ ਬਿਆਨ ਕਰਦੀ ਆ ਪਰਮੇਸ਼ਵਰ ਦਾ ਸ਼ਬਦ ਇਸ ਧਰਤੀ ਦੇ ਉੱਤੇ ਦੇਹਧਾਰੀ ਹੋ ਕੇ ਆਇਆ। ਮਨੁੱਖਾ ਜਾਮਾ ਉਹਨੇ ਪਹਿਨਿਆ, ਤੇ ਜਦੋਂ ਮਨੁੱਖਾ ਜਾਮਾ ਸ਼ਬਦ ਨੇ ਪਹਿਨਿਆ ਤੇ ਉਹਦਾ ਨਾਮ ਯਿਸੂ ਰੱਖਿਆ ਗਿਆ। ਤੇ ਜਿਹਦੇ ਲਈ ਪ੍ਰਭੂ ਦਾ ਦਾਸ ਰਸੂਲਾਂ ਦੇ ਕਰਤੱਵ ਚ ਬਿਆਨ ਕਰਦਾ, ਕਹਿੰਦਾ ਔਰ ਕਿਸੇ ਦੂਜੇ ਕੋਲ ਮੁਕਤੀ ਨਹੀਂ, ਸਵਰਗ ਦੇ ਹੇਠਾਂ ਮੇਰੇ ਆਕਾਸ਼ ਦੇ ਹੇਠਾਂ ਧਰਤੀ ਦੇ ਉੱਤੇ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਬਚਾਏ ਜਾਣਾ ਆ। ਪ੍ਰਭੂ ਦਾ ਦਾਸ ਇਸ ਗੱਲ ਨੂੰ ਬਿਆਨ ਕਰਦਾ ਕਿ ਹੋਰ ਕੋਈ ਦੂਜਾ ਨਾਮ ਨਹੀਂ ਆ ਜਿਸ ਦੇ ਦੁਆਰਾ ਇਨਸਾਨ ਨੂੰ ਮੁਕਤੀ ਮਿਲਣੀ ਆ। ਸਵਰਗ ਤੋਂ ਹੇਠਾਂ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਆ ਜਿਸ ਦੇ ਦੁਆਰਾ ਅਸੀਂ ਬਚਾਏ ਜਾਣਾ। ਉਹਦਾ ਕਹਿਣ ਦਾ ਮਤਲਬ ਆ, ਨਾ ਕੋਈ ਦੂਜੇ ਨਾਮ ਤੋਂ ਮੁਕਤੀ ਆ ਤੇ ਨਾ ਹੀ ਕਿਸੇ ਦੂਜੇ ਨਾਮ ਤੋਂ ਬਚਾਅ ਆ। ਕੇਵਲ ਇੱਕੋ ਹੀ ਨਾਮ, ਸਭ ਨਾਮਾਂ ਤੋਂ ਉੱਤਮ ਨਾਮ, ਉਹ ਨਾਮ ਹੈ ਪ੍ਰਭੂ ਯਿਸੂ ਮਸੀਹ, ਜਿਹਦੇ ਦੁਆਰਾ ਅਸੀਂ ਇਸ ਧਰਤੀ ਤੇ ਜਿਉਂਦੇ ਜੀ ਬਚਾਏ ਜਾਣਾ ਆ, ਜਿਹਦੇ ਦੁਆਰਾ ਸਾਨੂੰ ਮੁਕਤੀ ਮਿਲਣੀ ਆ। ਉਹ ਪ੍ਰਭੂ ਯਿਸੂ ਮਸੀਹ ਮੇਰੇ ਜੋ ਆਪ ਇਸ ਗੱਲ ਨੂੰ ਬਿਆਨ ਕਰਦੇ ਆ। ਪੜਾਂਗੇ ਆਰਾਮ ਕਿੱਥੇ ਆ ਤੇ ਲੈਣਾ ਕਿਵੇਂ ਆ। ਮੱਤੀ ਦੀ ਕਿਤਾਬ 11 ਅਧਿਆਏ 28 ਆਇਤ ਪੜਾਂਗੇ, ਧਿਆਨ ਦੇ ਨਾਲ ਸੁਣਾਂਗੇ। हे ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ। हे ਸਾਰੇ ਥੱਕੇ ਹੋਇਓ, ਭਾਰ ਥੱਲੇ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਅੱਜ ਧਰਤੀ ਉੱਤੇ ਕੋਈ ਵੀ ਮਨੁੱਖ ਅਜਿਹਾ ਨਹੀਂ ਆ ਜਿਹੜਾ ਆਰਾਮ ਦੀ ਭਾਲ ਨਹੀਂ ਕਰਦਾ। ਕੋਈ ਵੀ ਮਨੁੱਖ
ਚਾਹੇ ਨਰ ਚਾਹੇ ਨਾਰੀ, ਕੋਈ ਵੀ ਐਦਾਂ ਦਾ ਮਨੁੱਖ ਨਹੀਂ ਆ ਜਿਹੜਾ ਆਰਾਮ ਦੇ ਨਾਲ ਬੈਠਾ ਹੋਇਆ ਹੈ ਤੇ ਆਰਾਮ ਦੀ ਭਾਲ ਨਹੀਂ ਕਰਦਾ। ਅਜੇ ਅੱਜ ਦਾ ਆਰਾਮ ਮਿਲਿਆ ਨਹੀਂ ਆ ਮੇਰੇ ਜੋ ਮਨੁੱਖ ਨੂੰ ਕੱਲ ਦੇ ਆਰਾਮ ਦੀ ਚਿੰਤਾ ਆ। ਕੱਲ ਦਾ ਅਜੇ ਪ੍ਰਾਪਤ ਨਹੀਂ ਹੋਇਆ ਤੇ ਮੇਰੇ ਜੋ ਅਜੇ ਕੁਆਰਾ ਬੈਠਾ ਆ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਆਰਾਮ ਦੀ ਚਿੰਤਾ ਕਰ ਰਿਹਾ। ਪਰ ਪ੍ਰਭੂ ਯਿਸੂ ਮਸੀਹ ਉਸੇ ਆਰਾਮ ਦੀ ਗੱਲ ਕਰ ਰਹੇ ਆ ਕਿ ਜਿਹੜਾ ਆਰਾਮ ਸਾਨੂੰ ਇਸ ਜਾਮੇ ਦੇ ਵਿੱਚ ਚਾਹੀਦਾ ਆ, ਇਸ ਸਰੀਰ 'ਚ ਰਹਿੰਦਿਆਂ ਚਾਹੀਦਾ ਆ, ਇਸ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਚਾਹੀਦਾ, ਉਸ ਆਰਾਮ ਦੀ ਗੱਲ ਪ੍ਰਭੂ ਯਿਸੂ ਮਸੀਹ ਕਰ ਰਹੇ ਆ। ਬਾਈਬਲ 'ਚ ਲਿਖਿਆ ਗਿਆ ਆ, ਉਹ ਜੀਵਨ ਦੀ ਰੋਟੀ ਜਿਹਦੇ ਉੱਤੇ ਪਿਤਾ ਨੇ ਮੋਹਰ ਲਾ ਦਿੱਤੀ ਆ, ਉਹ ਜੀਵਨ ਦੀ ਰੋਟੀ ਜਿਹੜੀ ਜਗਤ ਨੂੰ ਜਿਉਣ ਦਿੰਦੀ ਆ, ਯਿਸੂ ਨੇ ਕਿਹਾ ਉਹ ਮੈਂ ਹਾਂ। ਜਿਹੜਾ ਮੇਰੇ ਵਿੱਚੋਂ ਖਾਵੇਗਾ ਉਹ ਕਦੇ ਵੀ ਮਰੇਗਾ ਨਹੀਂ, ਉਹਦੇ ਵਿੱਚ ਕਹਿੰਦਾ ਜੀਵਨ ਹੋਵੇਗਾ। ਅੱਜ ਹਰੇਕ ਮਨੁੱਖ ਆਰਾਮ ਤੇ ਅਸਲ ਜੀਵਨ ਦੀ ਭਾਲ ਦੇ ਵਿੱਚ ਘਰੋਂ ਬੇਘਰ ਹੋਇਆ ਪਿਆ ਆ। ਲੱਖਾਂ ਰੁਪਏ ਲਾ ਕੇ ਜ਼ਮੀਨਾਂ ਵੇਚ ਕੇ ਦੇਸ਼ੋਂ ਵਿਦੇਸ਼ ਗਿਆ ਹੋਇਆ ਆ। ਕਮਾਈ ਕਰਨ ਦੇ ਬਾਵਜੂਦ ਵੀ, ਸਾਰੀਆਂ ਕੰਟਰੀਆਂ ਘੁੰਮਣ ਤੋਂ ਬਾਅਦ ਵੀ ਪੈਸਾ ਜ਼ਰੂਰ ਕਮਾ ਲੈਂਦਾ, ਲੇਕਿਨ ਜੀਵਨ ਦਾ ਆਰਾਮ ਨਹੀਂ ਕਮਾ ਪਾਉਂਦਾ। ਹਾਲੇਲੂਇਆ। ਜੀਵਨ ਦਾ ਆਰਾਮ ਪ੍ਰਾਪਤ ਨਹੀਂ ਹੁੰਦਾ। ਪਰ ਪ੍ਰਭੂ ਯਿਸੂ ਮਸੀਹ ਕਹਿ ਰਹੇ ਕਿ ਹੇ ਸਾਰੇ ਥੱਕੇ ਹੋਇਓ ਤੇ ਭਾਰ ਥੱਲੇ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਵਾਂਗਾ। ਉਹ ਆਰਾਮ ਜਿਹੜਾ ਪ੍ਰਭੂ ਯਿਸੂ ਮਸੀਹ ਦੇਣ ਦਾ ਵਾਅਦਾ ਕਰਦਾ ਹੈ ਤੇ ਆਵਾਜ਼ ਦੇ ਰਿਹਾ, ਇਹ ਆਰਾਮ ਮੇਰੇ ਜੋ ਕਿਸੇ ਕੀਮਤ ਨਾਲ ਨਹੀਂ, ਕੋਈ ਪੈਸਾ ਦੇ ਕੇ ਨਹੀਂ, ਬਲਕਿ ਇਹ ਆਰਾਮ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਮੁਫਤ ਦਵਾਂਗਾ। ਹਾਲੇਲੂਇਆ। ਇਹ ਮੁਫਤ ਦਵਾਂਗਾ। ਕਿਉਂਕਿ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ 22 ਅਧਿਆਇ 'ਚ ਚੱਲਦੇ ਆ, ਉਹਦੇ ਵਿੱਚ ਮੇਰੇ ਜੋ ਲਿਖਿਆ ਗਿਆ, ਜਦੋਂ ਬਾਈਬਲ ਦੇ ਵਿੱਚ ਪੜ੍ਹਦੇ ਆ 22 ਦੀ 17 ਆਇਤ ਨੂੰ, ਆਤਮਾ ਅਤੇ ਲਾੜੀ ਆਖਦੀ ਹੈ, ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਧਿਆਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਜਿਹੜਾ ਧਿਆਇਆ ਹੈ ਉਹ ਆਵੇ ਅਤੇ ਅੰਮ੍ਰਿਤ ਜਲ ਜਿਹਾ ਚਾਹੇ ਪੀਵੇ। ਯਿਸੂ ਮਸੀਹ ਨੇ ਗੱਲ ਆਖੀ ਆ, ਕਹਿੰਦਾ ਜਿਹੜਾ ਪਿਆਸਾ ਆ ਆਰਾਮ ਦਾ। ਹੁਣ ਆਰਾਮ ਜ਼ਰੂਰੀ ਨਹੀਂ ਆ ਕਿ ਤੁਸੀਂ ਬਿਮਾਰੀ ਤੋਂ ਆਰਾਮ ਪਾਉਣਾ ਚਾਹੁੰਦੇ ਹੋ। ਬਹੁਤ ਸਾਰੇ ਲੋਕ ਆ ਜਿਹੜੇ ਗਰੀਬੀ ਦੇ ਕਰਕੇ ਮੇਰੇ ਇਸ ਬਿਮਾਰ ਪਏ ਆ, ਕਈ ਕਰਜ਼ੇ ਦੇ ਕਰਕੇ ਥੱਕੇ ਪਏ ਆ, ਕਈ ਬੱਚਿਆਂ ਦੀ ਅਣਆਗਿਆਕਾਰੀ ਕਰਕੇ ਥੱਕੇ ਪਏ ਨੇ, ਕਈ ਜਿਸ ਸਰੀਰ ਨੂੰ ਮੇਰੇ ਜੋ 40 ਵਾਲਿਆ ਪਲੋਸਿਆ ਇਹਦੇ ਉੱਤੇ ਪੂਰੀ ਲਾ ਦੇ, ਰੱਬ ਨੂੰ ਇਸ ਸਰੀਰ ਦੇ ਦੁਆਲੇ ਲਾ ਰੱਖਿਆ, ਕਈ ਇਸ ਸਰੀਰ ਤੋਂ ਦੁਖੀ ਹੋਏ ਪਏ ਆ। ਕਈ ਮੇਰੇ ਜੋ ਸੁੱਖ ਕੇ ਔਲਾਦ ਮੰਗੀ ਆ, ਉਹਨਾਂ ਤੋਂ ਦੁਖੀ ਹੋਏ ਪਏ ਆ। ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਸਾਨ ਅੱਜ ਆਰਾਮ ਦੇ ਲਈ ਆਰਾਮ ਦਾ ਪਿਆਸਾ ਆ, ਕਿ ਉਹਨੂੰ ਆਰਾਮ ਚਾਹੀਦਾ ਆ, ਜ਼ਿੰਦਗੀ ਦਾ ਆਨੰਦ ਚਾਹੀਦਾ ਆ, ਜ਼ਿੰਦਗੀ ਦਾ ਸੁੱਖ ਚਾਹੀਦਾ ਆ। ਤੇ ਇਹ ਸਾਰੇ ਸੁੱਖ ਦਰ ਬਦਰ ਘੁੰਮ ਕੇ ਕਿਤਿਓਂ ਵੀ ਪ੍ਰਾਪਤ ਨਹੀਂ ਹੋਇਆ। ਚਾਹੇ ਡਾਕਟਰ ਲਾ ਲਓ, ਚਾਹੇ ਚੇਲੇ ਲਾ ਲਓ, ਚਾਹੇ ਦੁਨੀਆ ਦੀ ਕੋਈ ਵੀ ਸ਼ੈ ਤਾਕਤ ਲਾ ਲਓ, ਕਿਤਿਓਂ ਵੀ ਪ੍ਰਾਪਤ ਨਹੀਂ ਹੋਣਾ। ਕਿਉਂ? ਕਿਉਂਕਿ ਕੇਵਲ ਇੱਕ ਸਥਾਨ ਤੇ ਹੀ ਮੇਰੇ ਜੋ ਆਰਾਮ ਆ, ਔਰ ਇੱਕ ਨੂੰ ਹੀ ਅਧਿਕਾਰ ਦਿੱਤਾ ਆ ਆਰਾਮ ਦਾ, ਤੇ ਉਹ ਅਧਿਕਾਰ ਤੇ ਸਥਾਨ ਕੌਣ ਆ? ਪ੍ਰਭੂ ਯਿਸੂ ਮਸੀਹ। ਤੇ ਉਸੇ ਨੇ ਕਿਹਾ ਕਿ ਜਿਹੜਾ ਧਿਆਇਆ ਆ ਉਹ ਆਵੇ ਅਤੇ ਜਿੱਦਾਂ ਦਾ ਚਾਹੇ ਅੰਮ੍ਰਿਤ ਜਲ ਪੀਵੇ। ਅੰਮ੍ਰਿਤ ਜਲ ਪੀਵੇ। ਪੜ੍ਹੀਏ ਇਸ ਨੂੰ, ਅਸੀਂ ਇਸ ਲਾਈਨ ਨੂੰ, ਲਾਸਟ ਦੋ ਲਾਈਨਾਂ। ਅਤੇ ਜਿਹੜਾ ਧਿਆਇਆ ਹੋਵੇ, ਜਿਹੜਾ ਧਿਆਇਆ ਹੋਵੇ, ਜਿਹਨੂੰ ਪਿਆਸ ਆ ਆਰਾਮ ਦੀ, ਜਿਹਨੂੰ ਪਿਆਸ ਆ ਆਨੰਦ ਦੀ, ਜਿਹਨੂੰ ਪਿਆਸ ਆ ਜੀਵਨ ਦੀ ਸ਼ਾਂਤੀ ਦੀ, ਜਿਹਨੂੰ ਪਿਆਸ ਆ ਜੀਵਨ ਦੀ ਮੁਕਤੀ ਦੀ, ਕਹਿੰਦਾ ਜਿਹੜਾ ਧਿਆਇਆ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ। ਜਿਹੜਾ ਚਾਹੇ, ਇੱਥੇ ਇੱਕ ਤਰ੍ਹਾਂ ਦੀ ਗੱਲ ਨਹੀਂ ਕੀਤੀ, ਜਿਹੜਾ ਚਾਹੇ। ਨੀਤ ਸਹੀ ਹੋਣੀ ਚਾਹੀਦੀ, ਗੱਲਾਂ ਆਤਮਾ ਦੀਆਂ ਆ। ਨੀਤ ਸਹੀ ਹੋਣੀ ਚਾਹੀਦੀ, ਗੱਲਾਂ ਰੱਬ ਦੀਆਂ ਆ। ਹਾਲੇਲੂਇਆ। ਗੱਲਾਂ ਪਰਮੇਸ਼ਵਰ ਦੀਆਂ ਆ। ਕਈ ਬੁਰੀ ਅੱਖ ਰੱਖਦੇ ਆ ਕਿ ਮੈਂ ਉਹੋ ਹੀ ਲੈਣਾ, ਮੈਂ ਉਹੋ ਹੀ ਲੈਣੀ। ਨਹੀਂ, ਇਦਾਂ ਦੀ ਪਿਆਸ ਸਾਡਾ ਪਰਮੇਸ਼ਵਰ ਨਹੀਂ ਬੁਝਾਉਂਦਾ।
ਕਿਉਂਕਿ ਉਹਨਾਂ ਤੇ ਲਿਖਿਆ ਹੈ ਕਿ ਗੁਆਂਢੀ ਦੀ ਕਿਸੇ ਵਸਤੂ ਦੀ ਲਾਲਸਾ ਨਾ ਕਰ। ਅਸੀਂ ਕਈ ਵਾਰ ਸਰੀਰਾਂ ਦੀ ਲਾਲਸਾ ਕਰਦੇ, ਵਸਤੂਆਂ ਦੀ ਲਾਲਸਾ ਕਰਦੇ ਆ, ਧਨ ਦੀ ਲਾਲਸਾ ਕਰਦੇ ਆ। ਨਹੀਂ, ਪਰਮੇਸ਼ਵਰ ਏਦਾਂ ਦੀਆਂ ਪਿਆਸਾਂ ਨਹੀਂ ਬੁਝਾਉਂਦਾ। ਉਹ ਪਵਿੱਤਰਤਾਈ ਦੇ ਨਾਲ ਵਚਨ 'ਚ ਮਰੇਜ਼ੋ ਰਹਿ ਕੇ ਤੇ ਵਚਨ 'ਚ ਰੱਖ ਕੇ ਹੀ ਇਨਸਾਨ ਦੀ ਪਿਆਸ ਮਿਟਾਉਂਦਾ ਆ। ਜੇ ਕੋਈ ਪਿਆਸਾ ਆ ਤੇ ਆਵੇ, ਜਿਹੜਾ ਚਾਹੇ ਅੰਮ੍ਰਿਤ ਜਿਹੜਾ ਚਾਹੇ। ਜਿੱਦਾਂ ਦੀ ਪਿਆਸ ਤੁਹਾਨੂੰ ਲੱਗੀ ਆ, ਜਿੱਦਾਂ ਦਾ ਤੁਸੀਂ ਤ੍ਰਿਪਤ ਹੋਣਾ ਚਾਹੁੰਦੇ ਹੋ। ਬੇਰੁਜ਼ਗਾਰੀ ਦੇ ਲਈ ਆ ਕਿ ਨੌਕਰੀ ਦੀ ਪਿਆਸ ਆ, ਅਮੀਰੀ ਦੀ ਪਿਆਸ ਆ, ਵਿਦੇਸ਼ ਜਾਣ ਦੀ ਪਿਆਸ ਆ, ਸਰੀਰ ਚੋਂ ਬਿਮਾਰੀਆਂ ਦੇ ਜਾਣ ਦੀ ਆ, ਕਿ ਤੰਦਰੁਸਤੀ ਦੀ ਪਿਆਸ ਆ, ਸੁੱਖ ਦੀ ਪਿਆਸ ਆ, ਘਰ ਦੀ ਸ਼ਾਂਤੀ ਦੀ ਪਿਆਸ ਆ, ਜ਼ਿੰਦਗੀ ਦੀ ਮੁਕਤੀ ਦੀ ਪਿਆਸ ਆ। ਜਿੱਦਾਂ ਦੀ ਪਿਆਸ ਤੁਹਾਨੂੰ ਲੱਗੀ ਹੋਈ ਆ, ਜਿਹੜਾ ਚਾਹੇ, ਜਿਹੜਾ ਚਾਹੇ ਮਨੁੱਖ ਨਹੀਂ, ਜਿਹੜਾ ਆਨੰਦ ਤੁਸੀਂ ਚਾਹੁੰਦੇ ਹੋ, ਜਿਹੜਾ ਸੁੱਖ ਤੁਸੀਂ ਚਾਹੁੰਦੇ ਹੋ। ਕਿਉਂਕਿ ਬਾਈਬਲ ਇਹਨਾਂ ਗੱਲਾਂ ਨੂੰ ਬਿਆਨ ਕਰਦੀ, ਤੁਸੀਂ ਅਜੇ ਸੋਚਦੇ ਹੀ ਹੋਵੋਗੇ ਤੇ ਮੈਂ ਜਾਣ ਲਵਾਂਗਾ। ਜਿਹੜਾ ਹਿਰਦਿਆਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਵਰ ਆ, ਜਿਹੜਾ ਸਾਡੇ ਮਨਾਂ ਤੇ ਦਿਲਾਂ ਦੀਆਂ ਸੋਚਾਂ ਨੂੰ ਵੀ ਜਾਣਦਾ, ਜਿਹੜਾ ਸਾਡੇ ਅੰਦਰਲੇ ਖਿਆਲਾਂ ਨੂੰ, ਗੁੱਝੇ ਖਿਆਲਾਂ ਨੂੰ, ਜੋ ਮੈਂ ਆਪਣੀ ਪਤਨੀ ਤੋਂ, ਮੇਰੀ ਪਤਨੀ ਨਹੀਂ ਮੇਰੇ ਖਿਆਲਾਂ ਨੂੰ ਜਾਣਦੀ, ਮੇਰਾ ਪਤੀ ਨਹੀਂ ਮੇਰੇ ਖਿਆਲਾਂ ਨੂੰ ਜਾਣ ਸਕਦਾ, ਮੇਰੇ ਬੱਚੇ ਨਹੀਂ ਮੇਰੇ ਖਿਆਲਾਂ ਨੂੰ ਜਾਣ ਸਕਦੇ, ਮੇਰੇ ਮਾਪੇ ਮੇਰੇ ਖਿਆਲਾਂ ਨੂੰ ਨਹੀਂ ਜਾਣ ਸਕਦੇ। ਪਰ ਇੱਕ ਹੈ ਜਿਹਨੇ ਕਿਹਾ ਆ ਕਿ ਮੇਰੇ ਕੋਲ ਮੈਂ ਤੁਹਾਨੂੰ ਆਰਾਮ ਦਵਾਂਗਾ। ਉਹ ਸਾਡੇ ਦਿਲਾਂ ਤੇ ਸਾਡੇ ਦਿਮਾਗਾਂ ਦੀਆਂ ਸੋਚਾਂ ਨੂੰ ਵੀ ਜਾਣਦਾ। ਹਾਲੇਲੂਇਆ। ਜਿਵੇਂ ਮਾਂ ਜਾਣਦੀ ਆ ਆਪਣੇ ਬੱਚੇ ਦੇ ਅੱਧੀ ਰਾਤ ਨੂੰ ਹਿੱਲਣ ਦਾ ਕਾਰਨ, ਕਿ ਕਿਉਂ ਹਿੱਲਦਾ ਆ। ਬੱਚੇ ਨੇ ਆਪਣਾ ਵਿਛਾਉਣਾ ਗਿੱਲਾ ਕਰ ਲਿਆ, ਮਾਂ ਨੂੰ ਪਤਾ ਆ। ਉਸ ਤੋਂ ਬਾਅਦ ਫਿਰ ਮਾਂ ਜਾਣਦੀ ਹੈ ਕਿ ਬੱਚਾ ਕਿਉਂ ਹੁਣ ਹੱਥ ਪੈਰ ਮਾਰਦਾ ਆ, ਉਹਨੂੰ ਉਹਦੀ ਖੁਰਾਕ ਦਿੰਦੀ ਆ। ਬੱਚਾ ਬੋਲਦਾ ਨਹੀਂ ਆ, ਪਰ ਮਾਂ ਨੂੰ ਉਹਦੀਆਂ ਰਮਜਾਂ ਸਮਝ ਆ ਜਾਂਦੀਆਂ, ਉਹਦੇ ਹਿੱਲਣ ਚੁੱਲਣ ਦਾ ਕਾਰਨ ਸਮਝ ਆ ਜਾਂਦਾ। ਬਾਪ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਉਂ ਹਿਲਦਾ ਆ, ਕਿਉਂ ਇਹ ਲੱਤਾਂ ਬਾਹਾਂ ਮਾਰਦਾ ਆ, ਪਰ ਮਾਂ ਨੂੰ ਉਹਦੀਆਂ ਰਮਜਾਂ ਸਮਝ ਆ ਜਾਂਦੀਆਂ ਆ। ਮਾਂ ਬਿਨਾਂ ਮੰਗਿਓ ਆਪਣੇ ਬੱਚੇ ਦੀ ਇੱਛਾ ਪੂਰੀ ਕਰ ਦਿੰਦੀ ਹੈ। ਐਦਾਂ ਹੀ ਸਾਡਾ ਪਰਮੇਸ਼ਵਰ ਸਾਡੇ ਹਿੱਲਣ ਤੋਂ ਬਗੈਰ ਹੀ ਸਾਡੇ ਖਿਆਲਾਂ ਨੂੰ ਜਾਣ ਲੈਂਦਾ ਆ। ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। ਜਿਹੜਾ ਵੀ ਤੁਸੀਂ ਆਪਣੇ ਜੀਵਨ ਦਾ ਆਰਾਮ ਚਾਹੁੰਦੇ ਹੋ, ਤੁਸੀਂ ਆਪਣੇ ਜੀਵਨ ਦਾ ਜਿਹੜਾ ਸੁੱਖ ਚਾਹੁੰਦੇ ਹੋ, ਕਹਿੰਦਾ ਉਹ ਮੇਰੇ ਕੋਲ ਆਵੇ ਤੇ ਉਹ ਮੁਫਤ ਪੀਵੇ। ਮੈਂ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੀ ਆਜ਼ਾਦੀ ਦੀ ਤੁਹਾਨੂੰ ਕੀਮਤ ਦੇਣ ਦੀ ਲੋੜ ਨਹੀਂ, ਮੁਫਤ ਦੀ ਗੱਲ ਕੀਤੀ ਆ। ਸਾਡੇ ਸਾਰੇ ਦੁੱਖਾਂ, ਸਾਡੇ ਸਾਰੇ ਕਸ਼ਟਾਂ ਦੀ ਕੀਮਤ ਸਾਡੇ ਪਰਮੇਸ਼ਵਰ ਨੇ ਚੁਕਾ ਦਿੱਤੀ ਆ, ਜਿਨੇ ਸਾਨੂੰ ਪੈਦਾ ਕੀਤਾ। ਇੱਕ ਬੱਚਾ ਪੜ੍ਹਾਈ ਦੇ ਬੇਸ ਤੇ ਜਦ ਵਿਦੇਸ਼ ਜਾਂਦਾ ਆ, ਹੁਣ ਉਸ ਬੱਚੇ ਨੂੰ ਥੋੜੀ ਚਿੰਤਾ ਆ ਕਿ ਮੈਂ ਫੀਸਾਂ ਪੇ ਕਰਨੀਆਂ ਆ, ਮੈਂ ਵਿਦੇਸ਼ ਜਾਣ ਦੀ ਫੀਸ ਦੇਣੀ ਆ, ਮੈਂ ਆਈਲਟਸ ਕਰਨੀ ਆ ਤੇ ਮੈਂ ਫੀਸ ਦੇਣੀ ਆ। ਬੱਚੇ ਦਾ ਕੰਮ ਆ ਕਿ ਜੋ ਮਾਪੇ ਕਹਿੰਦੇ ਉਹ ਕਰੀ ਜਾਣਾ, ਜੋ ਟੀਚਰ ਕਹਿੰਦੇ ਉਹ ਕਰੀ ਜਾਣਾ। ਫੀਸਾਂ ਮਾਪਿਆਂ ਨੇ, ਕਿਉਂਕਿ 16-17 ਸਾਲ ਦੀ ਉਮਰ ਦੇ ਵਿੱਚ ਬੱਚਾ ਸਟੱਡੀ ਦੇ ਬੇਸ ਤੇ ਚਲ ਜਾਂਦਾ ਬਾਹਰ। ਹੁਣ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਕਿੱਦਾਂ ਉਹਨੂੰ ਏਜੰਟ ਨੂੰ ਜਾਂ ਜੋ ਮਿਡਲ ਮੈਨ ਹੈਗਾ ਉਹਨੂੰ ਕਿੱਦਾਂ ਫੀਸ ਦੇਣੀ ਆ, ਕਿੰਨੀ ਰਕਮ ਦੇਣੀ ਆ। ਔਰ ਬੱਚੇ ਨੂੰ ਕੋਈ ਚਿੰਤਾ ਨਹੀਂ, ਉਹਦਾ ਕੰਮ ਸਿਰਫ ਇਹ ਹੈ ਕਿ ਜਿੱਦਾਂ ਜਿੱਦਾਂ ਮੈਂ ਜਾਣਾ ਆ, ਜੋ ਮੈਨੂੰ ਪੜ੍ਹਾਈ ਕਰਾਈ ਜਾਣੀ ਹੈ, ਮੈਂ ਪੜ੍ਹਨਾ ਆ। ਜਿਸ ਹੋਸਟਲ 'ਚ ਰਹਿਣ ਨੂੰ ਵੀ ਰੱਖਿਆ ਜਾਣਾ ਆ, ਮੈਂ ਉੱਥੇ ਰਹਿਣਾ ਆ। ਜੋ ਹੋਸਟਲ ਦੇ ਵਿੱਚ ਖਾਣ ਨੂੰ ਮਿਲਣਾ ਮੈਂ ਉਹ ਖਾਣਾ ਆ। ਜੋ ਕਾਲਜ ਵਿੱਚ ਜਾ ਕੇ ਪੜ੍ਹਾਈ ਹੁੰਦੀ ਮੈਂ ਪੜ੍ਹਨੀ ਆ। ਉਹਦੀ ਜ਼ਿੰਮੇਵਾਰੀ ਸਿਰਫ ਇਹ ਹੈ ਕਿ ਜੋ ਉਹਨੂੰ ਕਿਹਾ ਜਾਂਦਾ ਉਹ ਕਰਨਾ ਆ, ਤਾਂ ਮੇਰੇ ਜੋ ਫੀਸਾਂ ਮਾਪੇ ਦਿੰਦੇ ਆ। ਫਿਰ ਉੱਥੇ ਹੋ ਜਾਂਦਾ, ਜਦੋਂ ਉੱਥੇ ਵੀ ਦੱਸਿਆ ਜਾਂਦਾ ਕਿ ਇੱਕ ਹਫ਼ਤੇ 'ਚ ਕਿੰਨੇ ਘੰਟੇ ਤੂੰ ਕੰਮ ਕਰਨਾ ਆ, ਕਿੰਨੇ ਘੰਟੇ ਤੂੰ ਪੜ੍ਹਾਈ ਕਰਨੀ ਆ, ਉੱਥੇ ਵੀ ਉਹਦੇ ਕਾਨੂੰਨਾਂ 'ਚ ਰਹਿਣਾ ਪੈਣਾ ਆ, ਇਮਾਨਦਾਰੀ ਨਾਲ। ਏਦਾਂ ਹੀ ਪਰਮੇਸ਼ਵਰ ਨੇ ਸਾਡੇ ਲਈ ਸਾਰੇ ਇੰਤਜ਼ਾਮ ਕੀਤੇ ਆ। ਉਹ ਸਾਡਾ ਪਿਤਾ ਆ, ਉਹ ਸਾਡਾ ਪਿਤਾ ਆ। ਪਰ ਉਹਨਾਂ ਦੇ ਲਈ ਜਿਹੜੇ ਉਹਦੇ ਕੋਲ ਆਉਂਦੇ ਆ, ਕਹਿੰਦਾ ਹੇ ਸਾਰੇ ਥੱਕੇ ਹੋਏ ਹੋ, ਭਾਰ ਥੱਲੇ ਦੱਬੇ ਹੋਏ ਹੋ, ਮੇਰੇ ਕੋਲ ਆਓ।
ਜਿਹੜਾ ਧਿਆਇਆ ਆ ਕਹਿੰਦਾ ਉਹ ਆਵੇ ਤੇ ਪੀਵੇ। ਗੱਲ ਆਉਣ ਦੀ ਆ, ਪਰਮੇਸ਼ਵਰ ਦੇ ਕੋਲ ਆਉਣ ਦੀ। ਬਾਪ ਆਪਣੇ ਪੁੱਤ ਨੂੰ ਆਵਾਜ਼ ਦਿੰਦਾ ਆ, ਜੇ ਉਹ ਆਵਾਜ਼ ਅਣਗੌਲਿਆ ਕਰੇ, ਇਗਨੋਰ ਕਰੇ, ਬਾਪ ਨੂੰ ਗੁੱਸਾ ਆਉਂਦਾ। ਕਈ ਵਾਰ ਤਾਂ ਮਾਮਾ ਜਦੋਂ ਆਵਾਜ਼ ਮਾਰਦੀਆਂ ਆ ਬੱਚੇ ਇਗਨੋਰ ਕਰਦੇ ਆ ਤੇ ਮਾਂ ਤਾਂ ਜੁੱਤੀ ਲਾ ਕੇ ਭਗਾ ਕੇ ਮਾਰ ਹੀ ਦਿੰਦੀ ਆ। ਪਰਮੇਸ਼ਵਰ ਵੀ ਸਾਨੂੰ ਆਵਾਜ਼ ਦੇ ਰਿਹਾ। ਉਹ ਸਾਨੂੰ ਘਰੇ ਤੜਫਦਾ ਵੇਖ ਰਿਹਾ ਸੀ, ਬਿਸਤਰ ਤੇ ਤੜਫਦਾ ਵੇਖ ਰਿਹਾ ਸੀ, ਭੁੱਖਾ ਦੇਖ ਰਿਹਾ ਸੀ, ਪਿਆਸਾ ਵੇਖ ਰਿਹਾ ਸੀ, ਬੇਰੁਜ਼ਗਾਰੀ ਦੇ ਸ਼ਰਾਬ ਥੱਲੇ ਬੈਠੇ ਸਾਨੂੰ ਮੇਰੇ ਇਦੋਂ ਤੜਫਦਿਆਂ ਨੂੰ ਵੇਖ ਰਿਹਾ ਸੀ, ਰਸੌਲੀਆਂ ਪੱਥਰੀਆਂ ਚ ਉਲਝੇ ਹੋਏ ਸੀ, ਦੁੱਖਾਂ ਦੇ ਵਿੱਚ, ਗੁਲਾਮੀ ਦੇ ਵਿੱਚ ਉਲਝੇ ਹੋਏ ਸੀ। ਉਹਨੇ ਆਵਾਜ਼ ਦਿੱਤੀ ਆ ਵੀ ਉੱਠ ਕੇ ਆਉਣਾ ਪੈਣਾ ਆ। ਖੂਹ ਨੇ ਚੱਲ ਕੇ ਨਹੀਂ ਆਉਣਾ, ਸਾਨੂੰ ਖੂਹ ਦੇ ਕੋਲ ਆਉਣਾ ਪੈਣਾ ਆ। ਸਾਡੀ ਸਾਰੀ ਕੀਮਤ ਪ੍ਰਭੂ ਯਿਸੂ ਮਸੀਹ ਨੇ ਅਦਾ ਕਰ ਦਿੱਤੀ ਆ। ਯਸ਼ਾਇਆ 53 ਅਧਿਆਇ ਉਹਦੀ 5 ਆਇਤ ਇਸ ਗੱਲ ਨੂੰ ਬਿਆਨ ਕਰਦੀ ਆ, ਜੇ ਅੱਜ ਵੀ ਅਸੀਂ ਦੁੱਖ ਭੋਗ ਰਹੇ ਹਾਂ ਉਦੋਂ ਸਾਡੀ ਆਪਣੀ ਮਰਜ਼ੀ ਆ। ਅੱਜ ਅਸੀਂ ਪੀੜਾ ਦੇ ਵਿੱਚ ਤਾਂ ਸਾਡੀ ਆਪਣੀ ਮਰਜ਼ੀ ਆ। ਅਸੀਂ ਪਰੇਸ਼ਾਨੀ ਨੂੰ ਝੇਲ ਰਹੇ ਹਾਂ, ਸਾਡੀ ਆਪਣੀ ਮਰਜ਼ੀ ਆ, ਆਪਣੀ ਕਰਨੀ ਆ, ਜਿਹਦੇ ਕਰਕੇ ਇੱਜ਼ਤ ਸਾਡੇ ਤੋਂ ਹਟ ਨਹੀਂ ਰਹੀਆਂ। ਜਦ ਕਿ ਸਾਡੇ ਸਾਰੇ ਦੁੱਖ ਪ੍ਰਭੂ ਯਿਸੂ ਮਸੀਹ ਨੇ ਚੁੱਕ ਲਏ ਆ। ਸਾਡੇ ਦੁੱਖਾਂ ਦੀ ਕੀਮਤ ਦੇ ਦਿੱਤੀ ਆ, ਸੁੱਖ ਸਾਨੂੰ ਉਹਨੇ ਮੁਹੱਈਆ ਕਰ ਦਿੱਤੇ ਆ। ਹੁਣ ਸੁੱਖ ਅਸੀਂ ਨਹੀਂ ਲੈ ਰਹੇ ਤਾਂ ਮਤਲਬ ਅਸੀਂ ਯਿਸੂ ਕੋਲ ਨਹੀਂ ਆ ਰਹੇ, ਅਸੀਂ ਯਿਸੂ ਕੋਲ ਨਹੀਂ ਆ ਰਹੇ। ਇੱਕ ਸਬਜ਼ੀ ਵੇਚਣ ਵਾਲਾ ਸਬਜ਼ੀ ਦਾ ਹੋਕਾ ਸਾਡੀ ਗਲੀ 'ਚ ਦਿੰਦਾ ਆ, ਅਸੀਂ ਨਿਕਲ ਕੇ ਜਾਂਦੇ ਆ ਉਹਦੇ ਕੋਲ। ਉਹ ਸਾਡੇ ਅੰਦਰ ਰਸੋਈ 'ਚ ਆ ਕੇ ਸਬਜ਼ੀ ਨਹੀਂ ਲੈ ਕੇ ਆਉਂਦਾਗਾ। ਅਸੀਂ ਰਸੋਈ ਦੇ ਵਿੱਚੋਂ, ਅਸੀਂ ਆਪਣੇ ਘਰ 'ਚੋਂ, ਆਪਣੇ ਕਮਰੇ 'ਚੋਂ ਨਿਕਲ ਕੇ ਬਾਹਰ ਲੈਣ ਜਾਂਦੇ ਆ। ਕੋਈ ਹੈਗਾ ਇਦਾਂ ਦਾ ਜਿਹੜਾ ਆਪਣੇ ਘਰ ਬੈਠ ਕੇ ਹੀ ਸਬਜ਼ੀ ਵਾਲੇ ਨੂੰ ਕਹਿੰਦਾ ਅੰਦਰ ਆ ਕੇ ਸਬਜ਼ੀ ਦੇ? ਤੁਹਾਨੂੰ ਲੋੜ ਆ, ਤੁਸੀਂ ਜਾਣਾ ਲੈਣ। ਏਦਾਂ ਹੀ ਪ੍ਰਭੂ ਯਿਸੂ ਮਸੀਹ ਕਹਿੰਦਾ ਕਿ ਤੁਹਾਨੂੰ ਲੋੜ ਆ ਆਨੰਦ ਦੀ, ਆਰਾਮ ਦੀ, ਤੇ ਤੁਹਾਨੂੰ ਨਿਕਲਣਾ ਪੈਣਾ ਬਾਹਰ। ਹਾਲੇਲੂਇਆ। ਸਾਡੇ ਸਾਰੇ ਦੁੱਖਾਂ ਨੂੰ ਖਤਮ ਕਰ ਦਿੱਤਾ ਗਿਆ ਆ, ਸਾਰੇ ਕਸ਼ਟ ਖਤਮ ਕਰ ਦਿੱਤੇ ਗਏ ਨੇ। ਯਸ਼ਾਇਆ 53 ਉਹਦੀ 5 ਆਇਤ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਸਾਡੀ ਸ਼ਾਂਤੀ ਦੇ ਲਈ ਉਹਦੇ ਉੱਤੇ ਤਾੜਨਾ ਹੋਈ, ਉਹਦੇ ਕੋੜੇ ਖਾਣ ਦੇ ਨਾਲ ਅਸੀਂ ਨਰੋਏ ਕੀਤੇ ਗਏ। ਕਿਉਂਕਿ ਅਸੀਂ ਪਾਪੀ ਸੀ, ਜਿਹਦੇ ਕਰਕੇ ਅਸੀਂ ਦੁੱਖਾਂ ਦੇ ਵਿੱਚ ਸੀ। ਪਾਪ ਦੀ ਸਜ਼ਾ ਮੌਤ ਲਿਖੀ ਗਈ ਬਾਈਬਲ 'ਚ। ਬਾਈਬਲ ਬਿਆਨ ਕਰਦੀ ਆ ਝੂਠ ਬੋਲਣਾ ਪਾਪ ਹੈ, ਸਭ ਤੋਂ ਵੱਡਾ ਪਾਪ, ਜਿਹੜਾ ਅਸੀਂ ਰੋਜ਼ ਬਹੁਤ ਈਜ਼ੀਲੀ ਬੋਲ ਦਿੰਦੇ ਆ। ਰੋਜ਼ ਹੀ ਕਿੰਨੇ ਲੋਕ ਆ ਜਿਹੜੇ ਬੋਲ ਦਿੰਦੇ ਝੂਠ, ਜਿਨ੍ਹਾਂ ਦੇ ਹੱਥ ਖੜੇ ਨਹੀਂ, ਕਿਸੇ ਨੇ ਹੱਥ ਖੜਾ ਕੀਤਾ ਮਤਲਬ ਤੁਸੀਂ ਸਾਰੇ ਝੂਠੇ ਆ। ਮੈਂ ਕਹਿੰਦਾ ਤੁਸੀਂ ਰੋਜ਼ ਝੂਠ ਬੋਲਦੇ ਆ। ਇੱਥੇ ਵੀ ਤੁਸੀਂ ਹੁਣ ਝੂਠੇ ਹੀ ਆਪਣੇ ਆਪ ਨੂੰ ਸਾਬਤ ਕਰ ਰਹੇ ਆ। ਐਡਾ ਧਰਮੀ ਇੱਥੇ ਹੈ ਨਹੀਂ ਕੋਈ ਵੀ ਕਿ ਜਿਹੜਾ ਕਦੀ ਝੂਠ ਨਾ ਬੋਲਦਾ ਹੋਵੇ। ਐਡਾ ਧਰਮੀ ਕੋਈ ਨਹੀਂ ਇੱਥੇ ਬੈਠਾ ਆ ਕਿ ਜਿਹੜਾ ਝੂਠ ਨਾ ਬੋਲਦਾ ਹੋਵੇ। ਪਰ ਬਾਈਬਲ ਇਹ ਬਿਆਨ ਕਰਦੀ, ਕਹਿੰਦਾ ਝੂਠ ਬੋਲਣਾ ਕੀ ਆ? ਪਾਪ ਆ। ਝੂਠ ਬੋਲਣਾ ਪਾਪ ਆ, ਤੇ ਤੁਸੀਂ ਆਪਣੇ ਸੱਚ ਨੂੰ ਛੁਪਾਇਆ ਆ, ਇਹ ਵੀ ਵੱਡਾ ਪਾਪ ਆ। ਮੈਂ ਕਹਿੰਦਾ ਕਿ ਜਿਹੜਾ ਝੂਠ ਬੋਲਦਾ ਕਵੇ ਵੀ ਹਾਂ ਮੈਂ ਝੂਠ ਬੋਲਦਾ, ਮੇਰੇ ਤੋਂ ਬੋਲ ਹੁੰਦਾ ਆ, ਉਹ ਬੰਦਾ ਸੱਚਾ ਹੈ। ਜਿਹੜਾ ਕਹਿੰਦਾ ਕਿ ਹਾਂਜੀ ਜੀ ਮੇਰੇ ਤੋਂ ਝੂਠ ਬੋਲ ਹੁੰਦਾ ਹੈ ਰੋਜ਼, ਉਹ ਬੰਦਾ ਸੱਚਾ ਆ ਇੱਥੇ। ਤੇ ਜਿਹੜਾ ਝੂਠ ਬੋਲ ਕੇ ਕਹਿੰਦਾ ਨਹੀਂ ਜੀ ਮੈਂ ਤਾਂ ਝੂਠ ਬੋਲਦਾ ਹੀ ਨਹੀਂਗਾ, ਉਹ ਸਭ ਤੋਂ ਵੱਡਾ ਝੂਠਾ ਬੰਦਾ ਆ। ਤੇ ਫਿਰ ਝੂਠੇ ਬੰਦੇ ਲਈ ਕੀ ਆ? ਝੂਠ ਬੋਲਣਾ ਪਾਪ ਆ। ਤਾਂ ਬਾਈਬਲ ਬਿਆਨ ਕਰਦੀ ਪਾਪ ਦੀ ਮਜ਼ਦੂਰੀ ਮੌਤ ਆ। ਸਾਨੂੰ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਕੱਢਣੀਆਂ ਪੈਣੀਆਂ ਆਪਣੇ ਚੋਂ। ਇੱਕ ਛੋਟਾ ਜਿਹਾ ਤਾਂ ਕੀ ਇੱਕ ਝੂਠ ਹੀ ਬੋਲਿਆ, ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ? ਜਾਣਾ ਹੋਵੇ ਤੁਸੀਂ ਪਠਾਨਕੋਟ, ਜਾਣਾ ਹੋਵੇ ਤੁਸੀਂ ਦਸੂਹੇ ਤੋਂ ਜਲੰਧਰ, ਟਾਇਰ ਦੇ ਵਿੱਚ ਛੋਟਾ ਜਿਹਾ ਛੇਕ ਹੋ ਜਾਏ, ਤੁਰੋਗੇ? ਮੋਟਰਸਾਈਕਲ ਗੱਡੀ ਕੱਢੋਗੇ ਜਾਣ ਲਈ? ਪਹਿਲਾਂ ਕਿੱਥੇ ਜਾਓਗੇ? ਯਾਰ ਸਫ਼ਰ ਬਹੁਤ ਲੰਬਾ ਹੈ, ਪਹਿਲਾਂ ਪੈਂਚਰ ਲਵਾ ਹੀ ਲਈਏ।
ਜਿਹੜਾ ਨੁਕਸ ਆ ਨਾ ਛੋਟਾ ਜਿਹਾ, ਇਹ ਨੁਕਸ ਪਹਿਲਾਂ ਕਢਾ ਲਈਏ, ਫਿਰ ਜਾਣੇ ਐਵੇਂ ਰਸਤੇ 'ਚ ਕਿਤੇ ਹੋਰ ਨਾ ਕੰਮ ਹੀ ਖਰਾਬ ਹੋ ਜਾਏ। ਧਿਆਨ ਦਿਓ, ਇਹ ਨਿੱਕਾ ਜਿਹਾ ਛੇਕ ਕਿਤੇ ਨਾ ਕਿਤੇ ਰਸਤੇ ਦੇ ਵਿੱਚ ਗੱਡੀ ਰੋਕ ਦੇਗਾ, ਕਿਤੇ ਨਾ ਕਿਤੇ ਕੰਮ ਖਰਾਬ ਹੋ ਜਾਏਗਾ। ਤੁਸੀਂ ਸਮੇਂ ਸਿਰ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਓਗੇ। ਹੋ ਸਕਦਾ ਯਕਦਮ ਹਵਾ ਨਿਕਲ ਜਾਏ ਤੇ ਗੱਡੀ ਬੈਲੈਂਸ ਗਵਾ ਬੈਠੇ, ਤੁਹਾਡੀ ਜ਼ਿੰਦਗੀ ਦਾ ਬੈਲੈਂਸ ਗਵਾ ਜਾਣਾ। ਅਸੀਂ ਛੋਟਾ ਜਿਹਾ ਨੁਕਸ ਕਢਾ ਕੇ ਤੁਰਦੇ ਆ ਤੇ ਮੇਰੇ ਜੋ ਆਪਣੀ ਆਤਮਿਕ ਜ਼ਿੰਦਗੀ 'ਚ ਵੱਡੇ ਵੱਡੇ ਨੁਕਸ ਲੈ ਕੇ ਤੁਰਦੇ ਆ। ਅਸੀਂ ਆਪਣੀ ਆਤਮਿਕ ਜ਼ਿੰਦਗੀ 'ਚ ਵੱਡੇ ਵੱਡੇ ਨੁਕਸ ਲੈ ਕੇ ਚੱਲਦੇ ਆ। ਉੱਥੇ ਤਾਂ ਮੇਰੇ ਜੋ ਟਾਇਰ ਟਿਊਬ ਦਾ ਛੋਟਾ ਜਿਹਾ ਸ਼ੇਕ, ਸਾਨੂੰ ਲੱਗਦਾ ਕਿ ਇਹਨੇ ਰੁਕਾਵਟ ਪਾ ਦੇਣੀ ਆ। ਤਾੜੀ ਐਡੇ ਵੱਡੇ ਲੜਫੇ ਟਿਊਬ 'ਚ, ਆਤਮਿਕ ਟਿਊਬ ਦੇ ਵਿੱਚ ਪਏ ਆ, ਇਹਨੇ ਨਹੀਂ ਰੁਕਾਵਟ ਪਾਉਣੀ। ਇਹ ਦੁੱਖਾਂ ਦਾ ਕਾਰਨ ਇਹ ਆ ਕਿ ਸਾਡੀ ਅੰਦਰਲੀ ਆਤਮਾ ਦੀ ਟਿਊਬ 'ਚ ਲੜਫੇ ਫਟੇ ਪਏ ਆ, ਪਟਾਕੇ ਵੱਜੇ ਪਏ ਆ। ਇਸੇ ਲਈ ਸਫਲ ਨਹੀਂ ਹੋ ਪਾ ਰਹੇ, ਮੰਜ਼ਿਲ ਤੇ ਨਹੀਂ ਪਹੁੰਚ ਪਾ ਰਹੇ, ਔਰ ਪ੍ਰਭੂ ਯਿਸੂ ਮਸੀਹ ਕੋਲ ਨਹੀਂ ਆ ਪਾ ਰਹੇ, ਜਿਹਨੇ ਸਾਨੂੰ ਆਰਾਮ ਦੇਣਾ ਆ ਔਰ ਆਰਾਮ ਲੈ ਕੇ ਬੈਠਾ ਆ। ਉਹ ਸਾਡੀ ਜ਼ਿੰਦਗੀ ਦਾ ਆਰਾਮ ਲੈ ਕੇ ਬੈਠਾ ਆ। ਕੱਲ ਰਾਤ ਸਾਡੇ ਕੋਲ ਹਿਮਾਚਲ ਤੋਂ ਇੱਕ ਪਰਿਵਾਰ ਇੱਥੇ ਆਇਆ ਔਰ ਭ੍ਰਿਸ਼ਟ ਆਤਮੇ, ਸਰੀਰ 'ਚ ਦੁੱਖ, ਕਸ਼ਟ ਔਰ ਬੈਰੀ ਇੰਨਾ ਕਿ ਇਹਨਾਂ ਦੇ ਵਿਰੋਧ ਵਿੱਚ ਆ। ਬੈਰੀ ਵੈਸੇ ਵਿਰੋਧੀ ਨੂੰ ਕਹਿੰਦੇ ਆ, ਬੈਰੀ ਕਦੀ ਪੱਖ 'ਚ ਬੋਲਦਾ ਨਹੀਂ ਆ। ਪਰ ਇਹ ਜ਼ਿੰਦਗੀਆਂ, ਮੇਰਾ ਨਹੀਂ ਖਿਆਲ ਕਿ ਜੇ ਪ੍ਰਭੂ ਕੋਲ ਨਾ ਆਉਂਦੀਆਂ ਤੇ ਇਹ ਬਚਦੀਆਂ। ਔਰ ਭ੍ਰਿਸ਼ਟ ਆਤਮਾ ਵੀ ਇੱਕ ਜਾਨਵਰ ਦੇ ਰੂਪ ਦੇ ਵਿੱਚ ਇਹਨਾਂ ਦੇ ਕੋਲ ਸੀ ਆਇਆ ਆ, ਜਿਹੜਾ ਸਾਡੀ ਚਰਚ 'ਚ ਕਦੀ ਨਹੀਂ। ਜਦੋਂ ਉਹਨੂੰ ਮਾਰਿਆ ਕਹਿੰਦੇ ਨਹੀਂ, ਤੇ ਜਦੋਂ ਮੈਂ ਉੱਥੇ ਹੁੰਦੇ ਸੀ ਹਿਮਾਚਲ 'ਚ, ਕਿਹੜੀ ਜਗ੍ਹਾ ਤੋਂ, ਡੇਰੇ ਤੋਂ, ਇੱਥੋਂ ਕਿੰਨੇ ਕਿਲੋਮੀਟਰ ਹੈ? 150 ਕਿਲੋਮੀਟਰ। ਇੱਥੋਂ 150 ਕਿਲੋਮੀਟਰ, ਬਸ ਰਹਿਣ ਦਿਓ, 150 ਕਿਲੋਮੀਟਰ ਇੱਥੋਂ। ਔਰ ਜਦੋਂ ਇਹਨਾਂ ਦੀ ਪ੍ਰਾਰਥਨਾ ਕੀਤੀ, ਸਰੀਰ ਠੀਕ ਹੋਇਆ, ਭ੍ਰਿਸ਼ਟ ਆਤਮਾ ਪ੍ਰਗਟ ਹੋਇਆ। ਪਰ ਭ੍ਰਿਸ਼ਟ ਆਤਮਾ ਇੱਕ ਇਲਮ ਦੇ ਦੁਆਰਾ ਜੋ ਮੇਰੀ ਜੋ ਇੱਕ ਸ਼ਕਤੀ ਸੀ, ਉਹ ਇਹਨਾਂ ਦੇ ਕੋਲ ਆ ਗਈ, ਜਿਹਨੇ ਸੇਵਾਦਾਰਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਮਾਰ ਦਿੱਤਾ ਗਿਆ। ਔਰ ਇਹ ਭੈਣ ਕਹਿੰਦੀ ਹੈ ਕਿ ਮੈਂ 3 ਸਾਲ ਹੋ ਗਏ ਸੀ ਰੋਟੀ ਨਹੀਂ ਖਾਧੀ ਸੀ, ਏਦਾਂ ਹੀ ਆ। ਪਰ ਰਾਤੀ ਰੱਜ ਕੇ ਰੋਟੀ ਖਾਧੀ, ਰਾਤ ਰੱਜ ਕੇ ਭੈਣ ਕਹਿੰਦੀ ਰੋਟੀ ਖਾਧੀ। ਸਵੇਰੇ ਵੀ, ਅੱਜ ਮੈਂ ਜਦੋਂ ਉੱਥੇ ਸਵੇਰੇ ਆਇਆ ਤੇ ਸਵੇਰੇ ਵੀ ਕਹਿੰਦੀ ਅੱਜ ਮੈਂ ਸਵੇਰੇ ਵੀ ਖਾਣਾ ਖਾਧਾ। ਔਰ ਇਹ ਦੱਸ ਰਹੀ ਹੈ ਕਿ ਕੋਈ ਲੈਟਰੀਨ ਵਾਸ਼ਰੂਮ ਦਾ ਕੋਈ ਟਾਈਮ ਨਹੀਂ ਆ, ਹੁੰਦਾ ਹੀ ਨਹੀਂ ਸੀ। ਪੇਟ ਇੰਨਾ ਖਰਾਬ ਰਹਿਣਾ ਕਿ ਇਹ ਪ੍ਰੋਬਲਮ ਬਹੁਤ ਜ਼ਿਆਦਾ ਸੀ ਮੈਨੂੰ। ਪਰ ਰਾਤ ਤੋਂ ਲੈ ਕੇ ਸਵੇਰ ਤੱਕ ਕਹਿੰਦੇ ਬਿਲਕੁਲ ਠੀਕ ਆ, ਮੈਂ ਬਿਲਕੁਲ ਫਰੈਸ਼ ਆ। ਕਿੰਨੇ ਸਾਲ, 3 ਸਾਲ, ਇਹਨਾਂ 3 ਸਾਲਾਂ ਦੇ ਵਿੱਚ ਇੱਕ ਨੌਜਵਾਨ ਬੱਚਾ ਵੀ ਗਵਾ ਲਿਆ ਆਪਣਾ। ਨੌਜਵਾਨ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਪਰ ਭ੍ਰਿਸ਼ਟ ਆਤਮਾ ਨੇ ਕਿੰਨਾ ਇਹਨਾਂ ਨੂੰ ਬੇਆਰਾਮ ਕੀਤਾ ਹੋਇਆ ਸੀ। ਪਰ ਜਦੋਂ ਇਹ ਚਰਚ ਰਾਤੀ ਆਏ ਆ, ਰਾਤ ਚਰਚ ਆਏ ਆ, ਕੱਲ ਸ਼ਾਮੀ ਇੱਥੇ, ਤੇ ਸ਼ੈਤਾਨ ਇਹਨਾਂ ਨੂੰ ਕਹਿੰਦਾ ਇੱਥੋਂ ਚੱਲ ਜਾ, ਇੱਥੋਂ ਚੱਲ ਜਾ, ਮੈਂ ਕਿਸੇ ਰਿਸ਼ਤੇਦਾਰ ਤੇ ਰਹਿ ਲੈਣਾ, ਮੈਂ ਕਿਤੇ ਹੋਰ ਥਾਂ ਚੱਲ ਜਾਣਾ, ਪਰ ਮੈਂ ਇੱਥੇ ਨਹੀਂ ਰਹਿਣਾ। ਪਰ ਇਹਨਾਂ ਦੇ ਹਸਬੈਂਡ ਨੇ ਜ਼ੋਰ ਮਾਰਿਆ, ਸੇਵਾਦਾਰਾਂ ਨੇ ਜ਼ੋਰ ਮਾਰਿਆ ਕਿ ਤੁਸੀਂ ਇੱਥੇ ਹੀ ਰਹਿਣਾ। ਅੱਜ ਇਹ ਬਹਾਨੇ ਪਾਉਂਦੇ ਸੀ ਸੌਣ ਦੇ, ਬੈਠਣ ਦੇ, ਉੱਠਣ ਦੇ, ਖਾਣ ਦੇ, ਪੀਣ ਦੇ। ਪਰ ਜਦੋਂ ਭ੍ਰਿਸ਼ਟ ਆਤਮਾ ਨਿਕਲਿਆ, ਕਹਿੰਦੇ ਕਿ ਹਾਂ ਬੈਠਣ ਨੂੰ ਵੀ ਠੀਕ ਆ, ਸੌਣ ਨੂੰ ਵੀ ਠੀਕ ਆ, ਭੋਜਨ ਵੀ ਠੀਕ ਆ। ਜਿਹੜਾ ਭੋਜਨ ਮੈਂ 3 ਸਾਲ ਨਹੀਂ ਖਾਦਾ ਸੀ, ਉਹ ਮੈਂ ਰੱਜ ਕੇ ਅੱਜ ਰੋਟੀ ਖਾਧੀ ਆ। ਸ਼ੈਤਾਨ ਤੁਹਾਡੇ ਆਰਾਮ ਨੂੰ ਗਵਾ ਕੇ ਬੈਠਾ ਆ, ਉਹਨੇ ਬੇਆਰਾਮੀ ਦਿੱਤੀ ਆ। ਪਰ ਯਿਸੂ ਮਸੀਹ ਸ਼ੈਤਾਨ ਨੂੰ ਹਰਾਉਣ ਤੋਂ ਬਾਅਦ ਕਹਿੰਦਾ ਆ, ਜਿੰਨੇ ਵੀ ਥੱਕੇ ਹੋਏ ਆ, ਬੇਆਰਾਮੀ ਆ, ਉਹ ਸਭ ਮੇਰੇ ਕੋਲ ਆ ਜਾਓ। ਕਿਉਂਕਿ ਪਰਮੇਸ਼ਵਰ ਨੇ ਆਪਣਾ ਸ਼ਬਦ, ਪ੍ਰਭੂ ਦਾ ਸ਼ਬਦ ਆਇਆ ਹੀ ਆਰਾਮ ਦੇਣ ਲਈ ਆ, ਰੂਹ ਨੂੰ, ਆਤਮਾ ਨੂੰ ਆਰਾਮ ਦੇਣ ਦੇ ਲਈ। 80 ਸਾਲ 90 ਸਾਲ ਅਸੀਂ ਧਰਤੀ ਤੇ ਭਗਤੀ ਕਰਨ ਤੋਂ ਬਾਅਦ ਵੀ ਆਰਾਮ ਦੇ ਵਿੱਚ ਨਹੀਂ ਆ। ਸਾਡੀ ਰੂਹ ਆਰਾਮ ਨਹੀਂ ਕਰ ਪਾ ਰਹੀ, ਸਾਡੀ ਆਤਮਾ ਨੂੰ ਆਰਾਮ ਨਹੀਂ ਆ, ਸਾਡੀ ਆਤਮਾ ਨੂੰ ਆਜ਼ਾਦੀ ਨਹੀਂ ਆ। ਭਟਕ ਰਹੇ ਆ, ਤੜਫ ਰਹੇ ਆ, ਸਾਡੀ ਰੂਹ ਤੜਫ ਰਹੀ ਆ, ਭਟਕ ਰਹੀ ਆ। ਤੇ ਧਿਆਨ ਦਿਓ, ਜਦੋਂ ਇਸ ਸਰੀਰ ਦੇ ਵਿੱਚੋਂ ਆਤਮਾ ਨਿਕਲਣੀ ਹੈ ਤਾਂ ਕੀ ਉਹ ਇੱਕ ਥਾਂ ਸਥਿਰ ਰਹਿ ਜਾਏਗੀ? ਇੱਕ ਪੰਛੀ ਜਿਹੜਾ ਮੇਰੇ ਜੋ ਪਿੰਜਰੇ 'ਚ ਫੜਾ ਰਿਹਾ ਆ, ਜਦੋਂ ਉਸ ਪੰਛੀ ਨੂੰ ਪਿੰਜਰੇ 'ਚੋਂ ਬਾਹਰ ਕੱਢ ਦਿੱਤਾ ਜਾਣਾ, ਕੀ ਉਹ ਪੰਛੀ ਆਪਣੇ ਮਾਲਕ ਕੋਲ ਰਹੇਗਾ? ਕਦੀ ਵੀ ਨਹੀਂ।
ऐदां ही ये आत्मा जब तक परमेश्वर दे कोल आ नहीं जांदागा, जब तक साडी रूह परमेश्वर नाल मिल नहीं जांदी कि तद तक ये इत्थे शांत नहीं होनी। जदों इस शरीर चों निकलनी है तो ये मालक कोल नहीं जानी, पिता कोल नहीं जानी, बल्कि होर थां जानी है। इसलिए यीशु मसीह दे लई क्या है कि होर किसी दूजे तो मुक्ति ते आराम ते बचा नहीं आ, केवल प्रभु यीशु मसीह तो आराम ते बचाया। ये मेरी जां किसी मनुख दी गल नहीं आ, ये पवित्र धर्म ग्रंथ दी गल आ। हालेलुया। ये मेरियां दलीलां जां किसी इंसान दीयां गल्लां नहीं आ, ये पवित्र धर्म ग्रंथ दीयां गल्लां आ। जेड़ा ग्रंथ ये कह रहा आ कि होर किसी दूजे तो मुक्ति नहीं आ, होर किसी दूजे तो बचा छुटकारा नहीं आ। प्रभु यीशु मसीह ने क्या आ, कहता सुरग दा दरवाजा मैं हाँ, मैं पिता कोल जांदा आ, तुहाडे लई उत्थे स्थान तैयार करांगा। मैं आवांगा, तुहानू लैके जावांगा, जिथे मैं होवांगा तुसीं भी उत्थे होवोगे। वो सिर्फ इस धरती दे बचा दी गल नहीं करता, कहता मैं उपर भी तुहाडे स्थान तैयार करांगा। उपर में स्वर्ग दे विच सयोन, जिहनू मेरे जो सी पंजाबी लोग सचखंड कह दिंदे आ, उच भी कहता तुहाडे लई थां तैयार करांगे, जिथे तुसीं जिवें इस धरती ते रहिंदे आ, एक पिंड च एक घर दे विच वसदे आ, पिंड च नहीं, पिंड दे विच एक घर च वसदे आ, इवें ही तुसीं स्वर्ग दे विच एक स्थान ते वसोगे। हालेलुया। हुण प्रभु यीशु मसीह ने साडे आराम दी कीमत चुका दित्ती आ। ਉਹਦੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਕੀਤੇ ਗਏ ਆ, ਭਾਵ ਬਚਾਏ ਗਏ ਆ, ਭਾਵ ਆਰਾਮ ਦੇ ਵਿੱਚ ਪ੍ਰਵੇਸ਼ ਕਰ ਗਏ ਆ। ਹੁਣ ਲੋੜ ਸਾਨੂੰ ਆ ਸਿਰਫ ਪਰਮੇਸ਼ਰ ਦੇ ਕੋਲ ਆਉਣ ਦੀ, ਯਿਸੂ ਮਸੀਹ ਦੇ ਕੋਲ ਆਉਣ ਦੀ। ਪਹਿਲਾ ਕੁਰਿੰਥੀਆਂ 6 ਅਧਿਆਏ ਉਹਦੀ 20 ਆਇਤ ਇਸ ਗੱਲ ਨੂੰ ਬਿਆਨ ਕਰਦੀ ਆ। ਪੜ੍ਹੀਏ ਪਹਿਲਾ ਕੁਰਿੰਥੀਆਂ 6 ਅਧਿਆਏ ਉਹਦੀ 20 ਆਇਤ। ਜਲਦੀ ਨਾਲ ਜੇ ਵੀ ਮਿਲਦਾ ਫਟਾਫਟ ਜਲਦੀ ਨਾ ਕਰਨਾ। ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਤੁਸੀਂ ਤਾਂ ਮੁੱਲ ਦੇ ਨਾਲ ਲਏ ਹੋਏ ਹੋ। ਇਹ ਗੱਲ ਪ੍ਰਭੂ ਦਾ ਦਾਸ ਪੌਲਸ ਕਹਿ ਰਿਹਾ, ਇਸ਼ਾਰਾ ਕਰ ਰਿਹਾ ਯਸ਼ਾਇਆ ਦੀ ਕਿਤਾਬ ਵੱਲ कि तुहाडी कीमत पे कर दित्ती गई आ। जेड़े पाप तुसी कीते सी उस पाप दी सजा हुण तुहाडे उत्ते नहीं होवेगी। जिन्हें कतल कीता आ ओनू सजा लगदी आ, जिन्हें चोरी कीती है ओनू सजा मिलनी है, जिन्हें जिनाह कीता सजा मिलनी है, जिन्हें लड़ाई कीती सजा मिलनी है। ऐदां ही एक इंसान प्रभु दी नज़र दे विच पापी आ। हरेक इंसान प्रभु की नज़र च पापी आ। जिहड़ा बाइबल के अनुसार, वचन के अनुसार, धर्म ग्रंथ के अनुसार नहीं चलता वो पापी आ। और हरेक पापी दे लई सजा आ, हरेक गुनाहगार दे लई सजा आ। पाप असी कीते, पाप आदम वंश ने कीते, ते सजा परमेश्वर ने अपने पुत्र यीशु नूं दे दित्ती। यीशु मसीह दे कोड़े खान दे नाल ਅਸੀਂ ਨਰੋਏ ਕੀਤੇ ਗਏ। ਸਾਡੀ ਸ਼ਾਂਤੀ ਦੇ ਲਈ ਯਿਸੂ ਮਸੀਹ ਦੇ ਉੱਤੇ ਤਾੜਨਾ ਹੋਈ, ਭਾਵ ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ ਸਾਡੀ ਕੀਮਤ ਦੇ ਚੁਕਾ ਦਿੱਤੀ ਆ। ਤੇ ਉਸੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਜਦ ਅਸੀਂ ਹੁਣ ਧਰਤੀ ਦੇ ਉੱਤੇ ਕੋਈ ਵੀ ਆਸ਼ੀਸ਼ ਬਰਕਤ ਮੰਗਦੇ ਆ, ਪਰਮੇਸ਼ਰ ਬਿਨਾ ਕੀਮਤ ਮੰਗਿਓ ਉਹ ਸਾਨੂੰ ਬਰਕਤ ਦੇ ਦਿੰਦਾ। साडा आराम परमेश्वर ने साडे लई मेरे जो दे दिता आ। साडे जीवन का आनंद साडे लई तैयार आ, साडे जीवन की शांति साडे लई तैयार आ। फर्ज करो कि एक तुहाडी फैमिली दे विच कोई शादी आ, कोई प्रोग्राम आ और तुहाडे कोल पैसा नहीं है। कोई अमेरिकन बंदा, कोई NRI बंदा तुहानू कहे एक ना उठ के आ जाओ जल्दी ना, ये कहे एक मॉल दे विच 5 लाख रुपया आपने पे कर दिता और क्या कि भाई सोनू जो भी आएगा मॉल दे विच कहना मतलब ए तो Z सब कुछ मिल जाता। और इनू फोन कर दिता है कि मैं तेरी सारी कीमत उत्ते पे कर दी है, तू जो जो खरीदना आ उथों चुक ला, तैनू बिल देने की लोड़ नहीं आ।
ਇਹ ਜਦੋਂ ਜਾਵੇਗਾ ਸਮਾਨ ਪਸੰਦ ਕਰ ਲਏਗਾ, ਇਹਨੂੰ ਕੀਮਤ ਦੇਣ ਦੀ ਲੋੜ ਹੈਗੀ ਆ। ਜਦ ਕਿ ਇਹਦੀ ਹਰ ਇੱਕ ਵਸਤੂ ਦੀ ਕੀਮਤ ਪਹਿਲਾਂ ਹੀ ਕਿਸੇ NRI ਨੇ ਮੇਰੇ ਉੱਥੇ ਪੇ ਕਰ ਦਿੱਤੀ ਆ। ਹੁਣ ਇਹਦਾ ਕੰਮ ਕੀ ਆ? ਇਹਨੂੰ ਜੋ ਜੋ ਜ਼ਰੂਰਤ ਆ ਇਹ ਜਾਏਗਾ, ਉਹ ਚੀਜ਼ਾਂ ਸਾਰੀਆਂ ਇਕੱਠੀਆਂ ਕਰੇਗਾ, ਗੱਡੀ ਭਰੇਗਾ, ਘਰ ਲੈ ਕੇ ਆ ਜਾਏਗਾ। ਇਦਾਂ ਹੀ ਆ। ਹੁਣ ਪ੍ਰਭੂ ਯਿਸੂ ਮਸੀਹ ਨੇ 2022 ਸਾਲ ਪਹਿਲੇ ਸਾਡੇ ਆਰਾਮ ਦੇ ਇੰਤਜ਼ਾਮ ਸਲੀਬ ਤੇ ਚੜ੍ਹ ਕੇ ਕਰ ਦਿੱਤੇ। ਪ੍ਰਭੂ ਯਿਸੂ ਮਸੀਹ ਨੇ ਸਾਡੀ ਸ਼ਾਂਤੀ ਦੇ ਇੰਤਜ਼ਾਮ ਸਲੀਬ ਉੱਤੇ ਚੜ੍ਹ ਕੇ ਕਰ ਦਿੱਤੇ। ਸਾਡੇ ਜੀਵਨ ਦੇ ਆਨੰਦ ਦੇ ਇੰਤਜ਼ਾਮ ਸਲੀਬ ਉੱਤੇ ਚੜ੍ਹ ਕੇ ਕਰ ਦਿੱਤੇ 2022 ਸਾਲ ਪਹਿਲਾਂ। ਕਿੰਨਾ? 2022 ਸਾਲ ਪਹਿਲੇ ਸਲੀਬ ਤੇ ਚੜ੍ਹ ਕੇ ਸਾਡੇ ਆਰਾਮ ਦੇ ਇੰਤਜ਼ਾਮ ਕਰ ਦਿੱਤੇ ਆ। ਤੇ ਹੁਣ ਪਰਮੇਸ਼ਵਰ ਉਸੇ ਆਪਣੇ ਪੁੱਤਰ ਯਿਸੂ ਮਸੀਹ ਦੇ ਵਸੀਲੇ ਕਹਿ ਰਿਹਾ ਆ, ਹੁਣ ਮੇਰੇ ਕੋਲ ਆਓ ਤੇ ਆਰਾਮ ਲੈ ਜਾਓ, ਤੁਹਾਡੇ ਹਿੱਸੇ ਦਾ ਆਰਾਮ ਪਿਆ ਆ। ਕਿ ਇਹਨੂੰ ਕਿੱਦਾਂ ਦਾ ਆਰਾਮ ਚਾਹੀਦਾ ਆ? ਕਹਿੰਦਾ ਜਿਹੜਾ ਚਾਹੇ ਅੰਮ੍ਰਿਤ ਜਲ ਪੀਵੇ, ਪਰ ਪਹਿਲਾਂ ਕਹਿੰਦਾ ਆਵੇ ਫਿਰ ਅੰਮ੍ਰਿਤ ਜਲ ਪੀਵੇ। ਹਰ ਇੱਕ ਇੰਤਜ਼ਾਮ ਪਰਮੇਸ਼ਵਰ ਨੇ ਕੀਤਾ। ਜੇ ਮੈਂ ਪਰਮੇਸ਼ਵਰ ਨੂੰ ਮੰਨਣ ਲੱਗਾ ਤੇ ਮੈਂ ਸਿਰਫ ਮੇਰੇ ਜੋ ਇਹ ਨਹੀਂ ਹੈ ਕਿ ਮੈਨੂੰ ਪਰਮੇਸ਼ਵਰ ਨੇ ਕੇਵਲ ਵਚਨ ਇਹ ਦਿੱਤਾ ਕਿ ਤੂੰ ਕੇਵਲ ਸਵਰਗ ਹੀ ਜਾਏਂਗਾ, ਸਵਰਗ ਵਾਸਤੇ ਤੈਨੂੰ ਚੁਣਿਆ ਮੈਂ। ਮੇਰਾ ਨਿਸ਼ਾਨਾ ਇਹ ਸੀ ਕਿ ਮੈਂ ਯਿਸੂ ਮਸੀਹ ਨੂੰ ਮੁਕਤੀ ਦਾਤਾ ਕਰਕੇ ਮੰਨਣ ਲੱਗਾ ਕਿ ਯਿਸੂ ਮਸੀਹ ਹੀ ਮੁਕਤੀ ਦਾਤਾ ਹੈ, ਇਸ ਤੋਂ ਬਗੈਰ ਕੋਈ ਹੋਰ ਮੁਕਤੀ ਦਾਤਾ ਹੈ ਕੋਈ ਨਹੀਂ ਆ। ਮੇਰਾ ਇੱਕੋ ਨਿਸ਼ਾਨਾ ਸੀ, ਪਰ ਖੁਦਾ ਦੇ ਕਿੰਨੇ ਨਿਸ਼ਾਨੇ ਸੀ। ਉਹਨੇ ਕੇਵਲ ਮੇਰੀ ਮੁਕਤੀ ਦੇ ਲਈ ਨਹੀਂ ਕੰਮ ਕੀਤਾ, ਉਹਨੇ ਮੇਰੀ ਸ਼ਾਂਤੀ ਲਈ ਵੀ ਕੰਮ ਕੀਤਾ, ਮੇਰੇ ਬਚਾਅ ਲਈ ਵੀ ਕੰਮ ਕੀਤਾ, ਬਰਕਤਾਂ ਲਈ ਵੀ ਕੰਮ ਕੀਤਾ, ਆਸ਼ੀਸ਼ਾਂ ਲਈ ਵੀ ਕੰਮ ਕੀਤਾ। ਉਹਨੇ ਮੇਰੀ ਗਰੀਬੀ ਨੂੰ ਤੋੜਨ ਦੇ ਲਈ ਵੀ ਕੰਮ ਕੀਤਾ, ਉਹਨੇ ਮੇਰੇ ਸ਼ਰਾਪ ਚੁੱਕਣ ਲਈ ਵੀ ਕੰਮ ਕੀਤਾ, ਉਹਨੇ ਮੇਰੀ ਗੁਲਾਮੀ ਦੇ ਬੰਧਨ ਤੋੜਨ ਲਈ ਵੀ ਕੰਮ ਕੀਤਾ, ਉਹਨੇ ਮੇਰੀ ਗਰੀਬੀ ਨੂੰ ਖਤਮ ਕਰਕੇ ਅਮੀਰੀ ਲਈ ਵੀ ਕੰਮ ਕੀਤਾ, ਉਹਨੇ ਮੈਨੂੰ ਸਾਈਕਲ ਤੋਂ ਗੱਡੀ ਤੱਕ ਵੀ ਲਿਆਂਦਾ, ਇਹ ਵੀ ਕੰਮ ਕੀਤਾ। ਕਿਉਂ? ਪਰਮੇਸ਼ਵਰ ਜਦੋਂ ਮੁਕਤੀ ਦਿੰਦਾ ਆ, ਮੁਕਤੀ ਲਈ ਤਿਆਰ ਕਰਦਾ ਆ, ਤਾਂ ਉਹਦੇ ਸਾਰੇ ਇੰਤਜ਼ਾਮ ਨਾਲੋਂ ਨਾਲ ਕਰ ਦਿੰਦਾ। ਯੱਕੀ ਨਾਮ ਦਾ ਇਨਸਾਨ ਕੋਈ ਛੋਟਾ ਮੋਟਾ ਇਨਸਾਨ ਨਹੀਂ ਸੀ। ਉਸ ਵੇਲੇ ਦੇ ਕਰ ਲੈਣ ਵਾਲਿਆਂ ਦਾ ਅਫਸਰ ਸੀ ਉਹ। ਹਾਲੇਲੂਇਆ। ਔਰ ਉਸ ਵੇਲੇ ਦੇ ਅਫਸਰ ਅੱਜ ਤੋਂ ਕੋਈ 50 ਸਾਲ 60 ਸਾਲ ਪਿੱਛੇ ਚਲ ਜਾਓ, ਜਿਹੜਾ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਸੀ ਉਹ ਇੱਥੇ ਹੈ ਹੀ ਨਹੀਂ, ਉਹ ਤਾਂ ਅਮਰੀਕਾ ਚਲੇ ਗਿਆ। ਕਹਿੰਦੇ ਸੀ 10 ਰੁਪਏ 'ਚ ਹੀ ਅਮਰੀਕਾ ਪਹੁੰਚ ਗਏ, ਇੰਗਲੈਂਡ ਪਹੁੰਚ ਗਏ ਸੀ, ਇੰਨੇ ਕੀ ਪੈਸੇ। ਤੇ ਹੁਣ 10 ਲੱਖ ਲੈ ਕੇ ਉਸ ਕੋਲ ਕਹਿੰਦੇ ਜੀ ਦੁਬਈ ਤੱਕ ਦਾ ਹੀ ਕੰਮ ਹੋਣਾ, ਵੱਧ ਤੋਂ ਵੱਧ ਮਲੇਸ਼ੀਆ ਤੱਕ ਦਾ ਹੀ ਕੰਮ ਹੋਣਾ, ਹੋਰ ਕੁਝ ਨਹੀਂ ਹੋਣਾ। ਭਾਵ ਥੋੜੀ ਥੋੜੀ ਰਕਮ ਨਾਲ ਲੋਕ ਚਲੇ ਗਏ ਆ, 5-5 4-4 ਪੜ੍ਹ ਕੇ ਏਡੀ ਦੂਰ ਚਲ ਗਏ ਆ, ਤੇ ਇੱਥੇ ਅੱਜ ਇੰਨਾ ਕੁਝ ਲੈ ਕੇ ਬੈਠੇ ਆ, ਫਿਰ ਨਹੀਂ ਬੰਦਾ ਕਾਮਯਾਬ ਹੋ ਪਾ ਰਿਹਾ। ਜੱਕੀ ਧਨਵਾਨ ਸੀ ਉਸ ਵੇਲੇ ਦਾ। ਤਾਂ ਯਿਸੂ ਮਸੀਹ ਜਦੋਂ ਘਰ ਉਹਦੇ ਗਿਆ, ਸਭ ਕੁਝ ਹੋਣ ਦੇ ਬਾਵਜੂਦ ਰੁਤਬਾ ਸੀ, ਧਨ ਸੀ, ਦੌਲਤ ਸੀ, ਸ਼ਾਨੋ ਸ਼ੌਕਤ ਸੀ, ਹਰ ਇੱਕ ਚੀਜ਼ ਉਹਦੇ ਕੋਲ ਸੀ। ਤੇ ਯਿਸੂ ਮਸੀਹ ਨੇ ਉਹਨੂੰ ਇਹ ਗੱਲ ਕਿਉਂ ਕਹੀ ਕਿ ਹੇ ਜੱਕੀ, ਅੱਜ ਤੇਰੇ ਘਰ ਮੁਕਤੀ ਆਈ ਆ। ਕਿ ਤੂੰ ਪੈਸੇ ਨਾਲ ਮੁਕਤੀ ਨਹੀਂ ਲੈ ਸਕਦਾ, ਤੂੰ ਪੈਸੇ ਨਾਲ ਆਜ਼ਾਦ ਨਹੀਂ ਹੋ ਸਕਦਾ, ਤੂੰ ਪੈਸੇ ਨਾਲ ਬੈੱਡ ਗੱਦੇ ਬਿਸਤਰ ਖਰੀਦ ਸਕਦਾ, ਲੇਕਿਨ ਨੀਂਦ ਨਹੀਂ ਖਰੀਦ ਸਕਦਾ। ਤੂੰ ਪੈਸੇ ਨਾਲ ਅਨਾਜ ਖਰੀਦ ਸਕਦਾ ਹੈ, ਲੇਕਿਨ ਭੁੱਖ ਨਹੀਂ ਮਿਟਾ ਸਕਦਾ। ਤੂੰ ਪੈਸੇ ਨਾਲ ਸੁੱਖ ਸੁਵਿਧਾਵਾਂ ਖਰੀਦ ਸਕਦਾ, ਲੇਕਿਨ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਹਾਲੇਲੂਇਆ। ਤੇ ਯਿਸੂ ਮਸੀਹ ਨੂੰ ਜੱਕੀ ਦੇਖਣ ਗਿਆ। ਯਿਸੂ ਮਸੀਹ ਦੇਖਣ ਨਹੀਂ ਜੱਕੀ ਨੂੰ ਆਇਆ, ਪਹਿਲਾਂ ਜੱਕੀ ਯਿਸੂ ਮਸੀਹ ਕੋਲ ਗਿਆ, ਫਿਰ ਯਿਸੂ ਮਸੀਹ ਉਹਦੇ ਨਾਲ ਉਹਦੇ ਘਰ ਆਇਆ। ਕਹਿੰਦਾ ਅੱਜ ਤੇਰੇ ਘਰ ਮੁਕਤੀ ਆਈ ਆ। ਹਾਲੇਲੂਇਆ। ਇਹ ਗੱਲ ਯਿਸੂ ਮਸੀਹ ਨੇ ਚੌਂਕ ਵਿੱਚ ਨਹੀਂ ਕਹੀ ਸੀ ਕਿ ਤੇਰੇ ਘਰ ਮੁਕਤੀ ਆਈ ਆ। ਕਦੋਂ ਕਹੀ? ਜਦੋਂ ਯਿਸੂ ਮਸੀਹ ਦੇ ਕੋਲ ਜੱਕੀ ਗਿਆ, ਫਿਰ ਜੱਕੀ ਦੇ ਨਾਲ ਯਿਸੂ ਮਸੀਹ ਘਰ ਆਇਆ। ਭਾਵ ਜੱਕੀ ਨੇ ਯਿਸੂ ਮਸੀਹ ਨੂੰ ਛੱਡਿਆ ਨਹੀਂ, ਜੱਕੀ ਨੇ ਯਿਸੂ ਮਸੀਹ ਨੂੰ ਛੱਡਿਆ ਨਹੀਂ। ਜਦੋਂ ਛੱਡਿਆ ਨਹੀਂ, ਫਿਰ ਕਹਿੰਦਾ ਕਿ ਹੁਣ ਮੁਕਤੀ ਆਈ ਆ। ਤੇ ਅਸੀਂ ਕੀ ਕਰਦੇ? ਕਈ ਵਾਰ ਅਸੀਂ ਲੋੜ ਵੇਲੇ ਯਿਸੂ ਮਸੀਹ ਨੂੰ ਛੱਡ ਦਿੰਦੇ, ਫਿਰ ਆਰਾਮ ਲੱਭਦੇ ਆ, ਸੁੱਖ ਲੱਭਦੇ ਆ, ਆਨੰਦ ਲੱਭਦੇ ਆ, ਫਿਰ ਆਰਾਮ ਤੇ ਆਨੰਦ ਪ੍ਰਾਪਤ ਹੁੰਦਾ ਨਹੀਂ ਆ। ਹਾਲੇਲੂਇਆ।
ਉਹਦੇ ਕੋੜੇ ਖਾਣ ਦੇ ਨਾਲ ਅਸੀਂ ਨਰੋਏ ਕੀਤੇ ਗਏ, ਤੇ ਨਰੋਏ ਕੇਵਲ ਸਰੀਰ ਦੁਆਰਾ ਨਹੀਂ, ਤੁਹਾਡੀ ਅਮੀਰੀ ਵੀ ਨਰੋਈ ਕੀਤੀ ਗਈ, ਤੁਹਾਡੇ ਬੱਚਿਆਂ ਦਾ ਫਿਊਚਰ ਨਰੋਆ ਕੀਤਾ ਗਿਆ। ਕਿਉਂਕਿ ਜਦੋਂ ਅਬਰਾਹਮ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦੇ ਅੱਗੇ ਝੁਕਿਆ ਤਾਂ ਪਰਮੇਸ਼ਵਰ ਨੇ ਕਿਹਾ ਕਿ ਦੇਖ, ਹੁਣ ਮੇਰਾ ਨੇਮ, ਮੇਰਾ ਰਿਸ਼ਤਾ ਤੇਰੇ ਨਾਲ ਤੇ ਤੇਰੇ ਤੋਂ ਬਾਅਦ ਤੇਰੀ ਆਉਣ ਵਾਲੀ ਪੀੜ੍ਹੀਆਂ ਨਾਲ ਹੋਵੇਗਾ, ਅੰਸ਼ ਨਾਲ ਹੋਵੇਗਾ। ਮੀਨਸ ਉਹਦਾ ਫਿਊਚਰ ਕੀ, ਉਹਦੇ ਬੱਚਿਆਂ ਦਾ ਫਿਊਚਰ ਕੀ, ਉਹਦੇ ਬੱਚਿਆਂ ਦੇ ਬੱਚਿਆਂ ਦਾ ਫਿਊਚਰ ਵੀ ਪਰਮੇਸ਼ਵਰ ਨੇ ਸਿਕਿਉਰ ਕਰ ਦਿੱਤਾ। ਅੱਜ ਸਾਨੂੰ ਜ਼ਰੂਰਤ ਆ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਦੀ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਸਭੋ ਕੁਝ ਮੁਹੱਈਆ ਕਰ ਦਿੱਤਾ ਆ, ਸਿਰਫ ਪ੍ਰਾਪਤ ਕਰਨਾ ਆ। ਸਾਡੀ ਸਾਰੀ ਕੀਮਤ ਪਰਮੇਸ਼ਵਰ ਨੇ ਚੁਕਾ ਦਿੱਤੀ ਆ, ਸਾਡੀ ਸਾਰੀ ਕੀਮਤ ਪਰਮੇਸ਼ਵਰ ਨੇ ਚੁਕਾ ਦਿੱਤੀ ਆ। ਸਾਡਾ ਆਰਾਮ, ਸਾਡਾ ਸੁੱਖ, ਸਾਡਾ ਆਨੰਦ ਜਿਹੜਾ ਆ ਪੈਦਾ ਕਰ ਦਿੱਤਾ ਆ। ਜ਼ਰੂਰਤ ਆ ਜਿੱਥੇ ਉਹ ਹੈ ਉੱਥੋਂ ਲੈ ਲਈਏ। ਯਿਸੂ ਮਸੀਹ ਨੇ ਗੱਲ ਆਖੀ ਕਿ ਜੇ ਤੁਸੀਂ ਮੇਰਾ ਨਾਮ ਲੈ ਕੇ ਕੁਝ ਪਿਤਾ ਤੋਂ ਮੰਗੋਗੇ, ਕੀ ਹੋਏਗਾ ਫਿਰ? ਪਿਤਾ ਤੁਹਾਡੇ ਲਈ ਉਹ ਕਰ ਦੇਵੇਗਾ। ਹੁਣ ਜਦੋਂ ਮੈਂ ਪਹਿਲਾਂ ਦੱਸਿਆ ਕਿ ਇੱਕ ਇਨਸਾਨ ਨੇ ਤੁਹਾਡੇ ਵਿਆਹ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਲੈ ਲਈ, ਜੇ ਉਸ ਦੁਕਾਨ ਤੇ ਜਾ ਕੇ ਉਸ ਬੰਦੇ ਦਾ ਨਾਮ ਲੈਣ ਦੀ ਬਜਾਏ ਆਪਣੇ ਪੇ ਦਾ ਨਾਮ ਲਈ ਗਏ, ਸੌਦਾ ਮਿਲ ਜਾਊਗਾ? ਕਿਉਂਕਿ ਜ਼ਿੰਮੇਵਾਰੀ ਤਾਂ ਚੁੱਕੀ ਕਿਸੇ ਹੋਰ ਨੇ। ਏਦਾਂ ਹੀ ਸਾਡੀ ਸਾਰੀ ਜ਼ਿੰਮੇਵਾਰੀ ਸਾਡੇ ਪਿਤਾ ਤੇ ਚੁੱਕੀ ਆ। ਉਹ ਪਰਮ ਪਿਤਾ ਪਰਮੇਸ਼ਵਰ ਜਿਹਨੇ ਸਾਡੀ ਜ਼ਿੰਮੇਵਾਰੀ ਚੁੱਕੀ ਆ, ਔਰ ਇਸ ਜ਼ਿੰਮੇਵਾਰੀ ਦੇ ਵਿੱਚ ਸਾਡੀ ਜਾਨ ਨੂੰ ਬਚਾਉਣ ਦੇ ਲਈ ਉਹਨੇ ਆਪਣੇ ਪੁੱਤਰ ਨੂੰ ਕੁਰਬਾਨ ਕੀਤਾ, ਨਾ ਕਿ ਸਾਡੀ ਕੁਰਬਾਨੀ ਲਈ ਆ। ਤੇ ਜਿਹੜਾ ਸਾਡੀ ਜਾਨ ਦੀ ਜ਼ਿੰਮੇਵਾਰੀ ਲੈ ਕੇ ਸਾਡੀ ਜਾਨ ਨੂੰ ਬਚਾਉਣ ਦੇ ਲਈ ਆਪਣੇ ਪੁੱਤਰ ਯਿਸੂ ਨੂੰ ਕੁਰਬਾਨ ਕਰ ਸਕਦਾ ਆ। ਸੰਤ ਪੌਲਸ ਨੇ ਇਹ ਗੱਲ ਆਖੀ ਆ, ਫਿਰ ਉਹ ਸੰਸਾਰ ਦੀਆਂ ਵਸਤੂਆਂ ਤੁਹਾਨੂੰ ਕਿੱਕਰ ਨਾ ਦੇਵੇਗਾ, ਸਭ ਕੁਝ ਹੀ ਦੇਵੇਗਾ। ਹਰੇਕ ਚੀਜ਼ ਪਰਮੇਸ਼ਵਰ ਮੁਹੱਈਆ ਕਰੇਗਾ। ਮਿਸਰ ਦੇ ਵਿੱਚੋਂ ਨਿਕਲੀ ਹੋਈ ਇਜ਼ਰਾਈਲੀ ਪ੍ਰਜਾ ਜਿਹਨੂੰ ਪਰਮੇਸ਼ਵਰ ਲੈ ਕੇ ਤੁਰਿਆ, ਜੇ ਉਹਨਾਂ ਨੂੰ ਭੁੱਖ ਲੱਗੀ, ਜਿਹੜੇ ਮੀਟ ਖਾਣ ਵਾਲੇ ਸੀ ਉਹਨਾਂ ਦੇ ਲਈ ਬਟੇਰ ਭੇਜੇ, ਜਿਹੜੇ ਸ਼ਾਕਾਹਾਰੀ ਸੀ ਬਾਈਬਲ ਬਿਆਨ ਕਰਦੀ ਆ ਉਹਨਾਂ ਦੇ ਲਈ ਆਕਾਸ਼ ਤੋਂ ਮੰਨਾ ਭੇਜਿਆ। ਹਾਲੇਲੂਇਆ। ਕੀ ਭੇਜਿਆ? ਆਕਾਸ਼ ਤੋਂ ਮੰਨਾ ਭੇਜਿਆ। ਜਦੋਂ ਦਿਨੇ ਚੱਲਦੇ ਸੀ ਤੇ ਖੁਦਾ ਉਹਨਾਂ ਦੇ ਉੱਤੇ ਬੱਦਲ ਬਣ ਕੇ ਚੱਲਦਾ ਸੀ ਤਾਂ ਕਿ ਧੁੱਪ ਨਾ ਲੱਗੇ, ਲੂਹਾ ਨਾ ਲੱਗੇ। ਜਦੋਂ ਰਾਤ ਨੂੰ ਚੱਲਦੇ ਸੀ ਤੇ ਰੱਬ ਅਗਨਥਮ ਬਣ ਕੇ ਚੱਲਦਾ ਸੀ, ਨਾ ਜਾ ਕੇ ਠੋਕਾ ਨਾ ਲੱਗੇ। ਹਾਲੇਲੂਇਆ। ਰਾਤ ਦਿਨ ਦੇ ਵੇਲੇ ਬੱਦਲ ਬਣ ਕੇ ਚੱਲਦਾ ਸੀ ਕਿ ਲੂਹਾ ਨਾ ਲੱਗੇ, ਰਾਤ ਨੂੰ ਚੱਲਦਾ ਸੀ ਅਗਨਥਮ ਬਣ ਕੇ ਤਾਂ ਕਿ ਠੇਡਾ ਨਾ ਲੱਗੇ। ਖੁਦਾ ਸਾਡਾ ਪਰਮੇਸ਼ਵਰ ਸਾਡੇ ਬੱਚਾ ਦੇ ਲਈ ਸਾਡੇ ਨਾਲ ਰਹਿਣਾ ਚਾਹੁੰਦਾ ਆ। ਇਸੇ ਲਈ ਕਹਿੰਦਾ ਕਿ ਮੇਰੇ ਕੋਲ ਆਓ, ਜਿੱਦਾਂ ਦਾ ਅੰਮ੍ਰਿਤ ਤੁਸੀਂ ਚਾਹੁੰਦੇ ਹੋ ਉਦਾਂ ਦਾ ਅੰਮ੍ਰਿਤ ਪੀਓ, ਤਾਂ ਕਿ ਉਸ ਅੰਮ੍ਰਿਤ ਦੇ ਦੁਆਰਾ ਤੁਸੀਂ ਤੇ ਤੁਹਾਡੀਆਂ ਫੈਮਲੀਆਂ ਬਚਾਈਆਂ ਜਾ ਸਕਣ। ਹਰੇਕ ਇੰਤਜ਼ਾਮ ਪਰਮੇਸ਼ਵਰ ਨੇ ਕਰ ਦਿੱਤਾ ਆ, ਤੁਹਾਨੂੰ ਕੋਈ ਵੀ ਕੀਮਤ ਅਦਾ ਕਰਨ ਦੀ ਲੋੜ ਨਹੀਂ ਆ। ਪਰ ਅਸੀਂ ਬਹੁਤਾ ਪੈਸਾ ਲਗਾ ਕੇ ਜੀਵਨ ਲੱਭਦੇ ਆ, ਲੱਖਾਂ ਰੁਪਏ ਹਸਪਤਾਲਾਂ ਨੂੰ ਦਿੰਨੇ ਆ, ਫਿਰ ਵੀ ਡਾਕਟਰ ਕਹਿੰਦੇ ਲੈ ਜਾਓ ਸੇਵਾ ਕਰ ਲਓ। ਲੱਖਾਂ ਦਾ ਬਿੱਲ ਚੁਕਾਉਣ ਤੋਂ ਬਾਅਦ ਵੀ ਕਹਿ ਦਿੰਦੇ ਆ ਦਵਾਈ ਅਸੀਂ ਦੇ ਦਿੱਤੀ ਆ, ਬਾਕੀ ਰੱਬ ਦੇ ਉੱਤੇ ਭਰੋਸਾ ਰੱਖੋ ਜੀ, ਰੱਬ ਕੁਝ ਵੀ ਕਰ ਸਕਦਾ ਆ। ਤੇ ਜੇ ਰੱਬ ਤੇ ਭਰੋਸਾ ਡਾਕਟਰਾਂ ਦੇ ਕਹਿਣ ਤੋਂ ਬਾਅਦ ਕਰਨਾ, ਲੱਖਾਂ ਲਾ ਕੇ ਕਰਨਾ, ਸਾਡਾ ਖੁਦਾਵੰਦ ਯਿਸੂ ਮਸੀਹ ਕਹਿੰਦਾ ਆ ਜਾਓ ਮੇਰੇ ਕੋਲ। ਸ੍ਰਿਸ਼ਟੀ ਦਾ ਕਰਤਾ ਕਹਿੰਦਾ ਮੇਰੇ ਕੋਲ ਆਓ, ਸੰਸਾਰ ਨੂੰ ਬਣਾਉਣ ਵਾਲਾ ਰਚੇਤਾ ਕਹਿੰਦਾ ਕਿ ਮੇਰੇ ਕੋਲ ਆਓ, ਵਿਸ਼ਵ ਨੂੰ ਤਿਆਰ ਕਰਨ ਵਾਲਾ ਕਹਿੰਦਾ ਮੇਰੇ ਕੋਲ ਆਓ, ਜਿਹਨੇ ਮਨੁੱਖ ਨੂੰ ਪੈਦਾ ਕੀਤਾ ਆ ਉਹ ਕਹਿੰਦਾ ਮੇਰੇ ਕੋਲ ਆ, ਕਿਉਂਕਿ ਮੈਂ ਤੈਨੂੰ ਬਣਾਇਆ, ਤੇਰਾ ਆਰਾਮ ਵੀ ਮੇਰੇ ਕੋਲ ਹੀ ਆ। ਜਦੋਂ ਬੱਚਾ ਪੈਦਾ ਹੁੰਦਾ ਆ ਤਾਂ ਧਿਆਨ ਦਿਓ, ਬੱਚੇ ਨੂੰ ਪਹਿਲਾ ਖੁਰਾਕ ਕਿਹੜੀ ਡਾਕਟਰ ਕਹਿੰਦੇ ਦਿਓ? ਕਿਹੜੀ ਖੁਰਾਕ ਦੇਣ ਨੂੰ ਕਿਹਾ ਹੁੰਦਾ? ਮਾਂ ਦੀ ਖੁਰਾਕ। ਮਾਂ ਦੀ ਖੁਰਾਕ। ਤੇ ਜਿਹੜੀ ਉਸ ਵੇਲੇ ਜਿਹਨੇ ਉਹ ਬੱਚੇ ਨੂੰ ਜਨਮ ਦਿੱਤਾ ਹੁੰਦਾ ਆ, ਉਹਦੀ ਨਨਾਣ ਵੀ ਮਾਂ ਹੁੰਦੀ ਆ, ਉਹਦੀ ਸੱਸ ਵੀ ਉਹਦੀ ਮਾਂ ਹੁੰਦੀ ਆ, ਉਹਦੀ ਮਾਂ ਤੋਂ ਉਹਦੀ ਮਾਂ ਹੁੰਦੀ ਆ। ਕੀ ਉਹ ਬੱਚਾ ਜਿਹਨੂੰ ਜਨਮ ਦਿੱਤਾ ਆ ਉਹ ਆਪਣੀ ਮਾਂ ਦੀ ਗੋਦ ਵਿੱਚ ਜਾਂ ਆਪਣੀ ਨਨਾਣ ਦੀ ਗੋਦ ਵਿੱਚ ਜਾਂ ਆਪਣੀ ਜਠਾਣੀ ਦੀ ਗੋਦ ਵਿੱਚ ਜਾਂ ਆਪਣੀ ਸੱਸ ਦੀ ਗੋਦ 'ਚ ਬਿਠਾ ਦਿੰਦੀ ਕਿ ਤੂੰ ਵੀ ਮਾਂ, ਤੂੰ ਪਿਲਾ ਦੇ ਦੁੱਧ? ਬੋਲੋ ਕਿਉਂ? ਕਿਉਂਕਿ ਜਿਸ ਔਰਤ ਨੇ ਉਹਨੂੰ ਜਨਮ ਦਿੱਤਾ ਆ, ਖੁਦਾ ਨੇ ਉਹਦੇ ਲਈ ਉਸੇ ਔਰਤ ਵਿੱਚ ਦੀ ਹੋ ਕੇ ਉਹਦੀ ਖੁਰਾਕ ਰੱਖ ਦਿੱਤੀ ਹੁੰਦੀ ਹੈ।
ਐਦਾਂ ਹੀ ਪਰਮੇਸ਼ਵਰ ਨੇ ਜੇ ਧਰਤੀ ਤੇ ਸਾਨੂੰ ਭੇਜਿਆ ਆ ਤੇ ਪਰਮੇਸ਼ਵਰ ਨੇ ਸਾਡੇ ਜੀਵਨ ਦੀਆਂ ਸਾਰੀਆਂ ਸਹੂਲਤਾਂ ਵੀ ਤਿਆਰ ਕੀਤੀਆਂ ਹੋਈਆਂ ਆ। ਬਸ ਜ਼ਰੂਰਤ ਆ ਜਿਵੇਂ ਬੱਚੇ ਨੂੰ ਉਹਦੀ ਖੁਰਾਕ ਤੱਕ ਲਿਜਾਇਆ ਜਾਂਦਾ ਆ, ਜ਼ਰੂਰਤ ਆ ਇੱਕ ਇਨਸਾਨ ਆਪਣੀ ਖੁਰਾਕ ਤੱਕ ਆ ਜਾਵੇ। ਸਾਡੀ ਖੁਰਾਕ ਆ ਪਰਮੇਸ਼ਵਰ, ਪਰਮੇਸ਼ਵਰ ਦਾ ਸ਼ਬਦ, ਔਰ ਉਸ ਸ਼ਬਦ ਦਾ ਨਾਮ ਆ ਯਿਸੂ ਮਸੀਹ। ਹਾਲੇਲੂਇਆ। ਕਿੰਨੇ ਸਮਝ ਰਹੇ ਆ? ਤਾੜੀ ਮਾਰੋ ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਦੇਣ ਦੇ ਲਈ, ਜ਼ੋਰ ਦੇ ਨਾਲ, ਜ਼ੋਰ ਦੇ ਨਾਲ, ਜ਼ੋਰ ਦੇ ਨਾਲ, ਜ਼ੋਰ ਦੇ ਨਾਲ। ਕਿਉਂਕਿ ਜਿੰਨੀ ਮਹਿਮਾ ਜ਼ੋਰ ਦੇ ਨਾਲ ਹੋਵੇਗੀ ਓਡੀ ਕਿਰਪਾ ਜ਼ੋਰ ਨਾਲ ਆਵੇਗੀ। ਆਮੀਨ। ਜਿੱਡੀ ਮਹਿਮਾ ਜ਼ੋਰ ਦੇ ਨਾਲ, ਕਿਰਪਾ ਵੀ ਓਡੀ ਜ਼ੋਰ ਨਾਲ ਆਉਂਦੀ ਆ। ਹਾਲੇਲੂਇਆ। ਤੇ ਜੇ ਮਹਿਮਾ ਕੀਤੀ ਨਾ, ਜਿੰਨਾ ਚਿਰ ਮੈਂ ਇੱਥੇ ਬੋਲਣਾ ਹੈ ਉਹਨਾਂ ਚਿਰ ਤਾਂ ਤੁਸੀਂ ਵੀ 2 ਸੀਰੀਅਲ ਦੇਖ ਸਕਦੇ ਘਰ ਬਹਿ ਕੇ। ਇੱਥੇ ਬਹਿ ਕੇ ਉਹ ਆਨੰਦ ਨਹੀਂ ਆਉਣਾ ਜਿਹੜਾ ਉੱਥੇ ਟੀਵੀ ਮੋਰੇ 2 ਸੀਰੀਅਲ ਦੇ ਵਿੱਚ ਅੱਧੇ ਘੰਟੇ 2 ਸੀਰੀਅਲ ਦੇ ਵਿੱਚ ਤੁਹਾਨੂੰ ਆ ਜਾਣਾ। ਪਰ ਜੋ ਖੁਦਾ ਨੇ ਦੇਣਾ ਹੈ ਆਪਣੀ ਹਜ਼ੂਰੀ ਚੋਂ, ਉਹ ਘਰ ਨੇ ਵੀ ਨਹੀਂ ਦੇਣਾ। ਟੀਵੀ ਸੀਰੀਅਲ ਤੇ ਗੱਲ ਵੱਖਰੀ ਰਹਿ ਗਈ। ਜੋ ਪਰਮੇਸ਼ਵਰ ਨੇ ਦੇ ਦੇਣਾ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ, ਸਾਡੀ ਉન્નਤੀ ਦੇ ਲਈ, ਸਾਡੀ ਤਰੱਕੀ ਦੇ ਲਈ, ਸਾਡੀ ਸ਼ਾਂਤੀ ਲਈ, ਸਾਡੇ ਆਰਾਮ ਦੇ ਲਈ ਕੁਰਬਾਨੀ ਦਿੱਤੀ। ਯਿਸੂ ਮਸੀਹ ਨੇ ਸਾਡੀ ਮੁਕਤੀ ਲਈ ਕੁਰਬਾਨੀ ਦਿੱਤੀ। ਯਿਸੂ ਮਸੀਹ ਨੇ ਸਾਡੀ ਮਾਫੀ ਲਈ ਕੁਰਬਾਨੀ ਦਿੱਤੀ ਆ। ਉਸ ਮਾਫੀ ਤੇ ਮੁਕਤੀ ਦੇ ਵਿੱਚ, ਉਸ ਕੁਰਬਾਨੀ ਦੇ ਵਿੱਚ ਸਭੋ ਕੁਝ ਹੁੰਦਾ, ਹਰੇਕ ਚੀਜ਼। ਤੇ ਕਿੱਦਾਂ ਦਾ ਜੀਵਨ ਅਸੀਂ ਚਾਹੁੰਦੇ ਆ, ਪ੍ਰਭੂ ਯਿਸੂ ਮਸੀਹ ਉਦਾਂ ਦਾ ਜੀਵਨ, ਉਸ ਤੋਂ ਵਧੀਆ ਜੀਵਨ ਦੇਣ ਦੀ ਸਾਮਰਥ ਰੱਖਦਾ। ਹਾਲੇਲੂਇਆ। ਉਹ ਸਾਡੀ ਸੋਚ ਤੋਂ ਵੀ ਉੱਤਮ ਸਾਨੂੰ ਜੀਵਨ ਦੇਣ ਦੀ ਸ਼ਕਤੀ ਰੱਖਦਾ ਆ। ਲਿਖਿਆ ਤੁਸੀਂ ਪਿੱਤਲ ਦੀ ਆਸ ਰੱਖੋਗੇ, ਉਹ ਕੀ ਲੈ ਕੇ ਆਵੇਗਾ? ਸੰਤ ਯਸ਼ਾਇਆ ਦੇ ਦੁਆਰਾ ਇਹ ਗੱਲ ਆਖੀ ਆ। ਤੁਸੀਂ ਪਿੱਤਲ ਦੀ ਆਸ ਰੱਖੋਗੇ, ਉਹ ਸੋਨਾ ਲੈ ਕੇ ਆਵੇਗਾ। ਗੱਲ ਸਰੀਰ ਦੀ ਨਹੀਂ ਆ, ਗੱਲ ਪਿੱਤਲ ਧਾਤ ਦੀ ਗੱਲ ਨਹੀਂ ਆ, ਗੋਲਡ ਦੀ ਗੱਲ ਨਹੀਂ ਆ, ਗੱਲ ਜ਼ਿੰਦਗੀ ਦੀ ਆ, ਜ਼ਿੰਦਗੀ ਦੇ ਭੇਤਾਂ ਦੀ ਆ। ਕਿ ਪਰਮੇਸ਼ਵਰ ਆਪਣੇ ਕੋਲ ਆਏ ਬੰਦੇ ਦੀ ਸੋਚ ਨੂੰ ਜਾਣ ਕੇ ਉਹਦੀ ਸੋਚ ਤੋਂ ਉੱਤਮ ਉਹਨੂੰ ਦਿੰਦਾ ਆ। ਪਤਰਸ ਸਿਰਫ ਇੱਕ 98 ਦੇ ਕਰਕੇ ਆਇਆ ਸੀ ਪ੍ਰਭੂ ਯਿਸੂ ਮਸੀਹ ਦੇ ਕੋਲ, ਪਰ ਖੁਦਾ ਨੇ ਉਹਨੂੰ ਕੀ ਦਿੱਤਾ? ਇੱਕ ਸਿੱਕਾ, 1 ਰੁਪਈਆ। ਹਾਲੇਲੂਇਆ। 1 ਰੁਪਈਆ। ਤੇ ਉਹ 1 ਰੁਪਏ ਦੀ ਕੀਮਤ ਉਸ ਵੇਲੇ ਦੀਆਂ, ਜੇ ਅਸੀਂ 98 ਦੀ ਗੱਲ ਕਰਦੇ ਆ, 98 3 ਦਿਹਾੜੀਆਂ ਦੀ ਕੀਮਤ ਆ। ਤੇ ਇਹ ਇੱਕ ਸਿੱਕਾ ਆ, ਭਾਵ 6 ਦਿਹਾੜੀਆਂ ਕਰਨ ਤੋਂ ਬਾਅਦ, ਉਸ ਸਮੇਂ 6 ਦਿਹਾੜੀਆਂ ਲਾਉਣ ਤੋਂ ਬਾਅਦ ਇੱਕ ਸਿੱਕਾ ਮਿਲਦਾ ਹੁੰਦਾ ਸੀ। ਜੀ ਅੱਜ ਅਸੀਂ ਕਹੀਏ ਇੱਕ ਸਿੱਕਾ, ਕੋਇਨ 1 ਰੁਪਈਆ। ਉਸ ਵੇਲੇ 6 ਦਿਨ ਦਿਹਾੜੀ ਕਰਨ ਤੋਂ ਬਾਅਦ ਇੱਕ ਸਿੱਕਾ ਮਿਲਦਾ ਸੀ। ਪਤਰਸ ਸਿਰਫ ਆਇਆ ਇੱਕ 98 ਲਈ ਸੀ, ਪਰ ਖੁਦਾ ਨੇ ਉਹਨੂੰ ਇੱਕ ਮੱਛੀ ਦੇ ਮੂੰਹ ਦੇ ਵਿੱਚ ਦੀ ਹੋ ਕੇ ਮੇਰੇ ਜੋ 1 ਰੁਪਈਆ ਦਿੱਤਾ। ਪਰਮੇਸ਼ਵਰ ਸਾਨੂੰ ਉੱਤਮ ਦੇਣਾ ਚਾਹੁੰਦਾ ਹੈ, ਕਿਉਂਕਿ ਉਹਨੇ ਉੱਤਮ ਬਣਾਇਆ, ਉਹਨੇ ਸਭੋ ਕੁਝ ਉੱਤਮ ਬਣਾਇਆ। ਪਿਛਲੇ ਸਾਲ ਕਰੋਨਾ ਦੇ ਟਾਈਮ ਦੇ ਵਿੱਚ ਆਕਸੀਜਨ ਘਟ ਗਈ। ਕਿੰਨੀ ਕੀਮਤ ਦੇ ਕੇ ਆਕਸੀਜਨ ਸਿਲੰਡਰ ਮਿਲਦੇ ਸੀ, ਕਿੰਨੇ ਪੂਰੇ ਵਰਲਡ ਦੇ ਵਿੱਚ ਹਲਚਲ ਮਚ ਗਈ ਜੀ। ਆਕਸੀਜਨ ਘਟ ਗਈ, ਆਕਸੀਜਨ ਹੋਇਆ ਕਿ ਨਹੀਂ ਹੋਇਆ ਸੀ? ਕਿੰਨੀ ਪ੍ਰੋਬਲਮ ਪੂਰੇ ਵਰਲਡ ਦੇ ਲਈ ਪ੍ਰੋਬਲਮ ਹੋ ਗਈ ਸੀ ਜੀ। ਆਕਸੀਜਨ ਨਹੀਂ ਆ, ਆਕਸੀਜਨ ਨਹੀਂ, ਉੱਥੋਂ ਭੇਜੋ ਟੈਂਕਰ, ਉੱਧਰ ਭੇਜੋ, ਕੋਈ ਉੱਧਰੋਂ ਇੱਧਰ ਭੇਜੋ। ਜੋ ਆਕਸੀਜਨ ਦੇ ਦੁਆਲੇ, ਆਕਸੀਜਨ ਟੈਂਕਰਾਂ ਦੇ ਦੁਆਲੇ ਹੋਏ। ਤੇ ਸਾਡਾ ਖੁਦਾ, ਸਾਡਾ ਪਰਮੇਸ਼ਵਰ ਕਿੰਨਾ ਉੱਤਮ ਮਹਾਨ ਪਰਮੇਸ਼ਵਰ ਆ, ਜਿਹਨੇ ਟੈਂਕਰਾਂ ਦੇ ਵਿੱਚ ਭਰ ਕੇ ਨਹੀਂ, ਕਿਉਂਕਿ ਟੈਂਕਰ ਇੱਕ ਲਿਮਟ ਨੂੰ ਦਰਸਾਉਂਦਾ ਆ, ਸਿਲੰਡਰ ਇੱਕ ਲਿਮਟ ਨੂੰ ਦਰਸਾਉਂਦਾ ਆ। ਤੇ ਸਾਡੇ ਪਰਮੇਸ਼ਵਰ ਨੇ ਧਰਤੀ ਦੇ ਉੱਤੇ, ਆਕਾਸ਼ ਦੇ ਹੇਠਾਂ ਇੰਨੀ ਕੁ ਆਕਸੀਜਨ ਦਿੱਤੀ ਆ, ਜਿਹੜੀ ਮੇਰੇ ਜੋ ਕਿਸੇ ਵੀ ਕੀਮਤ ਦੇ ਅਦਾ ਕਰਕੇ ਨਹੀਂ, ਬਲਕਿ ਮੁਫਤ ਤੇ ਫ੍ਰੀ ਦੇ ਰਿਹਾ, ਮੁਫਤ ਤੇ ਫ੍ਰੀ ਦੇ ਰਿਹਾ। ਕਈ ਭਾਰਤ ਦੀਆਂ ਕਈ ਸਟੇਟਾਂ ਇਦਾਂ ਦੀਆਂ ਆ, ਕਈ ਕੰਟਰੀਆਂ ਇਦਾਂ ਦੀਆਂ ਆ, ਜਿੱਥੇ ਪਾਣੀ ਦੀ ਇੱਕ ਬੋਤਲ ਦੇ ਲਈ ਕਿੰਨੀ ਰਕਮ ਦੇਣੀ ਪੈਂਦੀ ਆ। ਖੇਤ ਸੁੱਕ ਗਏ ਆ, ਬੰਜਰ ਹੋਏ ਪਏ ਨੇ। ਪਰ ਇਹ ਪਰਮੇਸ਼ਵਰ ਦੀ ਵੱਡੀ ਕਿਰਪਾ ਆ ਕਿ ਸਾਡੀ ਸਟੇਟ
ਔਰ ਇੰਡੀਆ ਦੀਆਂ ਕਾਫੀ ਸਟੇਟਾਂ ਇਦਾਂ ਦੀਆਂ ਆ ਜਿਨ੍ਹਾਂ ਦੇ ਵਿੱਚ ਪਾਣੀ ਬਹੁਤ ਆ, ਸਾਨੂੰ ਫ੍ਰੀ ਦੇ ਵਿੱਚ ਅਸੀਂ ਨਹੀਂ ਪੀਂਦੇ, ਬਲਕਿ ਮੇਰੇ ਜੋ ਪਾਣੀ ਦੀਆਂ ਤਾਂ ਛਬੀਲਾਂ ਲਾਉਂਦੇ ਫਿਰਦੇ ਆ। ਇੱਕ ਬੋਤਲ ਲੈਣ ਦੇ ਲਈ ਕਈ ਸਟੇਟਾਂ ਦੇ ਵਿੱਚ, ਕਈ ਕੰਟਰੀਆਂ 'ਚ ਇੱਕ ਬੋਤਲ ਲੈਣ ਦੇ ਲਈ ਕੀਮਤ ਦੇਣੀ ਪੈਂਦੀ ਆ। ਫ੍ਰੀ 'ਚ ਪਾਣੀ ਨਹੀਂ ਆ, ਪਰ ਰੱਬ ਦੀ ਵੱਡੀ ਕਿਰਪਾ ਹੈ, ਆਪਣੇ ਲੋਕਾਂ ਦੇ ਲਈ ਉਹਨੇ ਪਾਣੀ ਵੀ ਮੁਹੱਈਆ ਕੀਤਾ ਹੋਇਆ। ਹਾਲੇਲੂਇਆ। ਤੇ ਜੋ ਸਾਡੇ ਉੱਤੇ ਇੰਨਾ ਮਿਹਰਬਾਨ ਆ ਤੇ ਸਾਨੂੰ ਆਰਾਮ ਦੇ ਕੇ ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੁੰਦਾ ਆ। ਪਰ ਜ਼ਰੂਰਤ ਆ ਕਿ ਅਸੀਂ ਪਰਮੇਸ਼ਰ ਦੇ ਕੋਲ ਜਾਈਏ। ਯਿਸੂ ਮਸੀਹ ਨੇ ਕਿਹਾ ਜਿਹੜਾ ਧਿਆਇਆ ਸੋ ਆਵੇ, ਜਿਹੜਾ ਥੱਕਿਆ ਬੋਝ ਥੱਲੇ ਆ ਦੱਬਿਆ ਹੋਇਆ ਉਹ ਆਵੇ ਤੇ ਮੁਫਤ ਆਰਾਮ ਪਾਵੇ, ਕਿਉਂਕਿ ਆਰਾਮ ਦੀ ਕੀਮਤ ਪੇ ਹੋ ਚੁੱਕੀ ਆ। ਤੁਸੀਂ ਤਾਂ ਮੁੱਲ ਦੇ ਕੇ ਲੈ ਗਏ ਹੋ। ਤੁਹਾਡੇ ਸੁੱਖ ਦੀ ਕੀਮਤ ਚੁਕਾ ਦਿੱਤੀ ਗਈ ਹੈ ਸਲੀਬ ਦੇ ਉੱਤੇ। ਤੁਹਾਡੇ ਜੀਵਨ ਦੇ ਆਨੰਦ ਦੀ ਕੀਮਤ ਚੁਕਾ ਦਿੱਤੀ ਗਈ ਹੈ ਸਲੀਬ ਦੇ ਉੱਤੇ। ਤੁਹਾਡੇ ਨਰੋਏ ਕਰਨ ਦੀ ਕੀਮਤ ਚੁਕਾ ਦਿੱਤੀ ਗਈ ਹੈ ਪ੍ਰਭੂ ਯਿਸੂ ਮਸੀਹ ਦੀ ਪਿੱਠ ਦੇ ਉੱਤੇ ਕੋੜਿਆਂ ਦੇ ਨਾਲ। ਤੁਹਾਡੇ ਘਰ ਦੀ, ਤੁਹਾਡੀ ਜ਼ਿੰਦਗੀ ਦੀ ਸ਼ਾਂਤੀ ਦੀ ਕੀਮਤ ਚੁਕਾ ਦਿੱਤੀ ਗਈ ਹੈ ਯਿਸੂ ਮਸੀਹ ਨੂੰ ਮਜ਼ਾਕ ਕਰਕੇ, ਤਾੜਨਾ ਕਰਕੇ, ਉਹਦੇ ਮੂੰਹ ਤੇ ਥੁੱਕ ਕੇ, ਉਹਦੀ ਦਾੜੀ ਨੋਚ ਕੇ ਕੀਮਤ ਚੁਕਾ ਦਿੱਤੀ ਗਈ ਹੈ। ਨਾ ਹੁਣ ਚੈੱਕ ਦੀ ਲੋੜ ਆ, ਨਾ ਏਟੀਐਮ ਦੀ ਲੋੜ ਆ, ਨਾ ਕੈਸ਼ ਦੀ ਲੋੜ ਆ। ਹੁਣ ਕੇਵਲ ਲੋੜ ਆ ਯਿਸੂ ਮਸੀਹ ਦੇ ਕੋਲ ਆਉਣ ਦੀ, ਯਿਸੂ ਮਸੀਹ ਦੇ ਕੋਲ ਆਉਣ ਦੀ। ਅਨਾਜ ਤਾਂ ਤੁਹਾਡੇ ਆਂਢੀਆਂ ਗੁਆਂਢੀਆਂ ਦੇ ਵੀ ਪਿਆ ਬਹੁਤ ਹੋਏਗਾ। ਜਦੋਂ ਕਣਕ ਮਿਲਦੀ ਆ, ਫ੍ਰੀ ਵਾਲੀ ਕਣਕ ਮਿਲਦੀ ਆ, ਗੁਆਂਢੀ ਤੁਹਾਨੂੰ ਦਿੰਦੇ ਆ ਆਪਣੀ ਬੋਰੀਆਂ ਚੋਂ। ਸਰਕਾਰੀ ਗੋਦਾਮ ਭਰੇ ਪਏ ਆ, ਤੁਹਾਨੂੰ ਪਤਾ ਲੱਗ ਗਿਆ ਕਿ ਸਾਡੇ ਪਿੰਡ ਕਣਕ ਮਿਲਦੀ ਪਈ ਆ। ਤੁਸੀਂ ਉਸ ਵੇਲੇ ਆਪਣੇ ਸ਼ਹਿਰ ਦੇ ਵਿੱਚ ਆ, ਤੁਸੀਂ ਆਪਣੇ ਘਰ ਦੇ ਵਿੱਚ, ਪਿੰਡ ਵਿੱਚ ਨਹੀਂ ਆ। ਤੁਸੀਂ ਕਹੋਗੇ ਜੀ ਸਰਕਾਰੀ ਕਣਕ ਆਈ ਆ, ਸਾਨੂੰ ਫ੍ਰੀ ਮਿਲਣੀ ਆ। ਜੇ ਤੁਸੀਂ ਉਸ ਵੇਲੇ ਕਿਸੇ ਦੂਰ ਸ਼ਹਿਰ ਦੇ ਵਿੱਚ ਆ, ਤੁਹਾਨੂੰ ਪਤਾ ਕਿ ਇੱਥੇ ਲੱਗੇ ਗੋਦਾਮ ਆ ਕਣਕ ਦਾ, ਸਰਕਾਰੀ ਗੋਦਾਮ ਆ, ਚਲੋ ਉੱਥੇ ਜਾ ਕੇ ਮਿਲਦੇ ਆ, ਉੱਥੇ ਮੈਨੇਜਰ ਨੂੰ ਮਿਲ ਲੈਂਦੇ ਆ, ਉੱਥੇ ਦਾ ਅਫਸਰ ਨੂੰ ਮਿਲਦੇ ਆ ਕਿ ਅਸੀਂ ਹੁਣ ਸਾਨੂੰ ਇੱਥੋਂ ਸਰਕਾਰੀ ਕਣਕ ਚੁਕਾ ਦਿਓ। ਚੁਕਾ ਦੇਣਗੇ? ਸਰਕਾਰੀ ਕਣਕ ਚੁਕਾ ਦੇਣਗੇ? ਕਿੱਥੋਂ ਮਿਲਣੀ ਆ? ਜਿੱਥੇ ਸਰਕਾਰ ਨੇ ਭੇਜੀ ਆ, ਜਿੱਥੇ ਸਰਕਾਰ ਨੇ ਰੱਖੀ ਉੱਥੋਂ ਨਹੀਂ, ਜਿੱਥੇ ਭੇਜੀ ਆ। ਪਰਮੇਸ਼ਵਰ ਨੇ ਆਪਣੇ ਪੁੱਤਰ ਯਿਸੂ ਨੂੰ ਭੇਜਿਆ ਤੇ ਯਿਸੂ ਨੇ ਕਿਹਾ ਮੇਰੇ ਕੋਲ ਆਓ, ਕਿਉਂਕਿ ਮੈਂ ਪਿਤਾ ਦੇ ਵੱਲੋਂ ਆਇਆ ਆ, ਮੈਂ ਪਿਤਾ ਦੇ ਵੱਲੋਂ ਆਇਆ ਆ। ਦਾਊਦ ਪਰਮੇਸ਼ਵਰ ਦਾ ਪ੍ਰੇਮੀ, ਜਿਹਨੂੰ ਪਰਮੇਸ਼ਵਰ ਨੇ ਆਪਣੇ ਕੋਲ ਬੁਲਾਇਆ, ਸੱਦਿਆ, ਚੁਣਿਆ ਤਾਂ ਕਿ ਮੈਂ ਇਹਨੂੰ ਇਜ਼ਰਾਈਲ ਦਾ ਪ੍ਰਧਾਨ ਬਣਾਵਾਂ। ਉਹ ਜਿਹੜਾ ਭੇਡਾਂ ਚਾਰਦਾ ਸੀ, ਮੇਰੇ ਜੋੜ ਇੱਜੜ ਚਾਰਦਾ ਸੀ, ਉਹਨੂੰ ਸੱਦਿਆ ਗਿਆ, ਉਹਨੂੰ ਮਸਾ ਕੀਤਾ, ਇਜ਼ਰਾਈਲ ਦੇ ਵਿੱਚ ਉਹਨੂੰ ਪ੍ਰਧਾਨ ਚੁਣਿਆ ਗਿਆ, ਭਾਵ ਪਾਤਸ਼ਾਹ ਬਣਾ ਦਿੱਤਾ। ਬਹੁਤੇ ਰਾਜਿਆਂ ਨਾਲ, ਬਹੁਤੇ ਦੇਸ਼ਾਂ ਦੇ ਨਾਲ ਉਹਨੇ ਯੁੱਧ ਕੀਤੇ। ਪਰਮੇਸ਼ਰ ਪਹਿਲਾਂ ਹੀ ਕਹਿੰਦਾ ਸੀ ਜਾ ਮੇਰੇ ਦਾਸ ਦਾਊਦ, ਫਲਾਣੇ ਦੇਸ਼ ਵਿੱਚ ਉਸ ਦੇਸ਼ ਦਾ ਰਾਜਾ, ਤੇ ਉਹ ਦੇਸ਼ ਮੈਂ ਤੇਰੇ ਹੱਥਾਂ 'ਚ ਕਰ ਦਿੱਤਾ, ਕੇਵਲ ਤੂੰ ਜਾ ਕੇ ਖੜਾ ਹੋਣਾ ਆ, ਯੁੱਧ ਤੇ ਜੰਗ ਮੈਂ ਲੜਨੀ ਆ। ਪਰਮੇਸ਼ਰ ਲੜਦਾ ਸੀ, ਪਰਮੇਸ਼ਰ ਹਰਾਉਂਦਾ ਸੀ ਆਪਣੇ ਦਾਸ ਦਾਊਦ ਦੇ ਬੈਰੀਆਂ ਨੂੰ। ਔਰ ਇੱਕ ਸਮਾਂ ਇਦਾਂ ਦਾ ਆਇਆ ਕਿ 4 ਚੁਫੇਰੇ ਫਿਰ ਦਾਊਦ ਦਾ ਹੀ ਨਾਮ ਹੋ ਗਿਆ। ਕਹਿੰਦਾ ਪਰਮੇਸ਼ਰ ਦਾ ਦਾਸ ਦਾਊਦ ਕਹਿੰਦਾ ਕਿ ਮੈਨੂੰ ਪਰਮੇਸ਼ਰ ਨੇ ਚੁਫੇਰਿਓਂ, ਪਰਮੇਸ਼ਰ ਨੇ ਮੈਨੂੰ ਚਾਰੋਂ ਦਿਸ਼ਾਵਾਂ ਦੇ ਰਾਜਿਆਂ ਤੋਂ ਆਰਾਮ ਦੇ ਦਿੱਤਾ। ਮੈਨੂੰ ਹੁਣ ਕਿਸੇ ਵੀ ਦੁਸ਼ਮਣ ਦਾ ਡਰ ਨਹੀਂ ਆ, ਕਿਉਂਕਿ ਮੇਰਾ ਹੁਣ ਦੁਸ਼ਮਣ ਹੈ ਹੀ ਕੋਈ ਨਹੀਂ ਆ। ਮੇਰਾ ਹੁਣ ਦੁਸ਼ਮਣ ਹੈ ਹੀ ਕੋਈ ਨਹੀਂ ਆ। ਦਾਨੀਅਲ ਨੂੰ ਸ਼ੇਰਾਂ ਦੇ ਘੁਰੇ 'ਚ ਜਦੋਂ ਰਾਜਾ ਪਾਤਸ਼ਾਹ ਨੇ ਬਾਜ਼ ਮਾਰੀ ਸੀ, ਦਾਰਾ ਪਾਤਸ਼ਾਹ ਨੇ, ਤੇ ਮੇਰੇ ਜੋ ਲਗਭਗ 8 ਤੋਂ 10 ਘੰਟੇ ਭੁੱਖੇ ਸ਼ੇਰਾਂ ਦੇ ਇੱਕ ਸਮੂਹ ਦੇ ਵਿੱਚ ਸੁੱਟਿਆ ਗਿਆ। ਦਾਨੀਅਲ ਰੱਬ ਦਾ ਬੰਦਾ ਕੀ ਆਵਾਜ਼ ਦਿੰਦਾ ਆ ਕਿ ਹੇ ਰਾਜਨ, ਜੁਗੋ ਜੁਗ ਜੀ, ਕਿਉਂਕਿ ਮੇਰੇ ਜਿਉਂਦੇ ਪਰਮੇਸ਼ਵਰ ਨੇ ਜਿਹਦੀ ਮੈਂ ਉਪਾਸਨਾ ਕਰਦਾ ਆ, ਉਹਨੇ ਸ਼ੇਰਾਂ ਦੇ ਮੂੰਹਾਂ ਨੂੰ ਕੀ ਕਰ ਦਿੱਤਾ ਆ? ਤਾਲੇ ਲਗਾ ਦਿੱਤੇ ਆ। ਆ ਫੋਨ ਡਿਸਟਰਬ ਕਰਦਾ ਮੈਨੂੰ। ਦਾਊਦ ਕਹਿੰਦਾ ਕਿ ਮੈਨੂੰ ਚੁਫੇਰਿਓਂ ਪ੍ਰਭੂ ਨੇ ਆਰਾਮ ਦੇ ਦਿੱਤਾ। ਮੇਰੇ ਚਾਰੋਂ ਪਾਸੇ ਬੇਸ਼ੱਕ ਕਿੰਨੇ ਹੀ ਦੇਸ਼ ਤੇ ਕਿੰਨੇ ਹੀ ਲੋਕ ਕਿਉਂ ਨਹੀਂ ਆ, ਪਰ ਮੈਨੂੰ ਹੁਣ ਕਿਸੇ ਦਾ ਵੀ ਡਰ ਨਹੀਂ ਆ। ਕਿਉਂ? ਕਿਉਂਕਿ ਮੈਂ ਪਰਮੇਸ਼ਵਰ ਦੇ ਨੇੜੇ ਆ।
दानियल ने भी यही गल की, चाहे किन्ने भी भुखे शेर क्यों ना होण, होर भी हे राजन कहना ये मेरा बाल भी विंगा नहीं कर सकते। क्यों क्यों? दानियल अपने आत्मिक गल्लां दे विच ਇਹ ਦੱਸਦਾ ਆ क्योंकि मेरे नाल मेरा परमेश्वर आ, इसलिए भुखे शेर मेरा बाल भी विंगा नहीं कर सके। मौत मेरे चारों पासे सी पर मेरा बगाड़ कुछ नहीं सकी। मौत मेरे चारों पासे सी, बगाड़ कुछ नहीं सकी, क्योंकि मेरा परमेश्वर मेरे नाल आ। इसलिए प्रभु यीशु मसीह कह रहा है मेरे कोल आओ। जे ਉਹਦੇ ਕੋਲ ਜਾਵਾਂਗੇ, ਯਾਕੂਬ ਦੀ ਪੱਤਰੀ ਇਹ ਬਿਆਨ ਕਰਦੀ ਹੈ ਕਿ ਪਰਮੇਸ਼ਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ। ਤੁਸੀਂ ਪਰਮੇਸ਼ਰ ਦੇ ਨੇੜੇ ਆਉਣਾ ਨਾ ਚਾਹੋ ਤੇ ਖੁਦਾ ਤੁਹਾਡੇ ਨਾਲ ਕਿੱਦਾਂ ਮਨ ਲਗਾ ਲਏਗਾ? ਹੋਵੇਗਾ? ਹੋ ਸਕਦਾ ਇਦਾਂ? ਸ਼ਾਉਲ 5 ਦੇਸ਼ ਪਾਰ ਕਰ ਗਿਆ ਪਰ ਨਿਰਾਸ਼ ਦਾ ਨਿਰਾਸ਼ ਹੀ ਰਿਹਾ। ਸ਼ਾਉਲ ਨੇ ਆਪਣੇ ਟੈਲੂਏ ਨੂੰ ਕਿਹਾ ਚੱਲ ਵਾਪਸ ਚਲੀਏ, ਕਿਤੇ ਬਾਪ ਖੋਤੀਆਂ ਦੀ ਫਿਕਰ ਕਰ, ਚਿੰਤਾ ਕਰਦਾ ਕਰਦਾ ਸਾਡੀ ਫਿਕਰ ਚਿੰਤਾ ਚ ਨਾ ਲੱਗ ਜਾਵੇ। ਹੁਣ ਟੈਲੂਆ ਨੌਕਰ ਕੀ ਕਹਿੰਦਾ ਕਿ ਸਵਾਮੀ ਇਸ ਦੇਸ਼ ਦੇ ਵਿੱਚ, ਇਸ ਸ਼ਹਿਰ ਦੇ ਵਿੱਚ ਰੱਬ ਦਾ ਇੱਕ ਬੰਦਾ, ਚੱਲ ਆਪਾਂ ਉੱਥੇ ਚਲੀਏ। ਰੱਬ ਦਾ ਬੰਦਾ ਜੋ ਕਹਿੰਦਾ ਉਸ ਹੋ ਜਾਂਦਾ। ਜਦੋਂ ਆਪਣੇ ਨੌਕਰ ਦੇ ਕਹਿਣ ਦੇ ਨਾਲ ਉਹ ਰੱਬ ਦੇ ਬੰਦੇ ਵੱਲ ਨੂੰ ਵਧਿਆ, ਬਾਈਬਲ 'ਚ ਲਿਖਿਆ ਉਸੇ ਵੇਲੇ ਪਰਮੇਸ਼ਵਰ ਨੇ ਸੈਮੂਅਲ ਨੂੰ ਕਿਹਾ ਵੇਖ ਕੱਲ ਨੂੰ ਤੇਰੇ ਕੋਲ ਇੱਕ ਬੰਦਾ ਆ ਰਿਹਾ। ਪਰਮੇਸ਼ਵਰ ਨੂੰ ਪਤਾ ਸੀ ਜੋ ਹੁਣ ਤੁਰਿਆ ਆ ਤੇ ਉਹਨੂੰ 24 ਘੰਟੇ ਲੱਗ ਜਾਣੇ ਪਹੁੰਚਦੇ ਨੂੰ। ਕਿੰਨੇ? 24 ਘੰਟੇ ਲੱਗ ਜਾਣੇ ਆ। ਪਰਮੇਸ਼ਵਰ ਜਿੱਦਾਂ ਹੀ ਸ਼ਾਉਲ ਆਪਣੇ ਨੌਕਰ ਦੇ ਕਹਿਣ ਨਾਲ ਪ੍ਰਭੂ ਵੱਲ ਨੂੰ ਵਧਿਆ, ਪ੍ਰਭੂ ਦੇ ਜਨ ਵੱਲ ਨੂੰ ਵਧਿਆ, ਤੁਰਿਆ, ਪ੍ਰਭੂ ਨੂੰ ਪਤਾ ਸੀ 24 ਘੰਟੇ ਲੱਗਣੇ। ਪ੍ਰਭੂ ਨੇ ਪਹਿਲਾਂ ਹੀ ਉਸ ਆਪਣੇ ਬੰਦੇ ਨੂੰ ਗੱਲ ਕੀਤੀ ਕਿ ਦੇਖ ਕੱਲ ਨੂੰ ਠੀਕ ਇਸ ਵਕਤ ਤੇਰੇ ਕੋਲ ਇੱਕ ਬਿਨਜਾਮੀਆਂ ਚੋਂ ਬੰਦਾ ਆ ਰਿਹਾ ਆ, ਉਹਨੂੰ ਹੁਣ ਤੂੰ ਮਸਾ ਕਰੀ, ਉਹਨੂੰ ਰਾਜਾ ਬਣਾ ਦੇਣਾ ਮੈਂ। ਹਾਲੇਲੂਇਆ। ਬੰਦਾ ਬੰਦੇ ਨੂੰ ਰਾਜਾ ਬਣਾਏ, ਕੋਈ ਪਤਾ ਨਹੀਂ ਕਦੋਂ ਉਹ ਰਾਜ ਭਾਗ ਢਹਿ ਢੇਰੀ ਹੋ ਜਾਣਾ, ਪਰ ਜਦੋਂ ਬੰਦੇ ਨੂੰ ਰੱਬ ਰਾਜਾ ਬਣਾਏ ਉਹਨੂੰ ਕੋਈ ਟਸ ਤੋਂ ਮਸ ਕਰ ਨਹੀਂ ਸਕਦਾ। ਜਿੱਦਾਂ ਹੀ ਸ਼ਾਉਲ ਪ੍ਰਭੂ ਦੇ ਬੰਦੇ ਵੱਲ ਨੂੰ ਤੁਰਿਆ, 24 ਘੰਟੇ ਦਾ ਉਹ ਸਫ਼ਰ ਸੀ, ਉਹ ਚੱਲ ਪਿਆ। ਉਦਾਂ ਹੀ ਪਰਮੇਸ਼ਰ ਨੇ ਪਲੈਨਿੰਗ ਕਰ ਲਈ ਕਿ ਜਿੱਦਾਂ ਜਿੱਦਾਂ ਇਹ ਆ ਰਿਹਾ ਏਦਾਂ ਏਦਾਂ ਇਹਨੂੰ ਰਾਜ ਭਾਗ, ਸੁੱਖ ਸ਼ਾਂਤੀ, ਸੁੱਖ ਆਨੰਦ ਦੇਣਾ, ਤੂੰ ਵਾਅਦਾ ਕਰਨਾ ਸ਼ੁਰੂ ਕਰ ਦੇਣਾ। ਯਿਸੂ ਨੇ ਕਿਹਾ ਮੇਰੇ ਕੋਲ ਆਓ, ਤੁਸੀਂ ਮਨ ਤੋਂ ਇੱਕ ਕਦਮ ਪਟਣਾ ਆ, ਖੁਦਾ ਤੁਹਾਡੇ ਸਾਹਮਣੇ ਹੀ ਹੋਵੇਗਾ। ਹਾਲੇਲੂਇਆ। ਪਰਮੇਸ਼ਵਰ ਤੁਹਾਡੇ ਸਾਹਮਣੇ ਹੀ ਹੋਵੇਗਾ। ਇੱਕ ਆਇਤ ਨੂੰ ਪੜਾਂਗੇ ਮਰਕਸ ਦੀ ਕਿਤਾਬ 5 ਅਧਿਆਇ 25 ਆਇਤ ਤੋਂ। ਜਲਦੀ ਦੇ ਨਾਲ। ਤਦ ਇੱਕ ਜਨਾਨੀ ਜਿਹਨੂੰ 12 ਵਰਿਆਂ ਤੋਂ ਲਹੂ ਆਉਂਦਾ ਸੀ, ਇੱਕ ਔਰਤ ਜਿਹੜੀ 12 ਸਾਲ ਤੋਂ ਲਗਾਤਾਰ ਬਿਮਾਰ ਆ। ਉਹ ਔਰਤ ਮੈਂ ਵੀ ਹੋ ਸਕਦਾ ਹਾਂ ਔਰ ਤੁਸੀਂ ਵੀ ਹੋ ਸਕਦੇ ਆ। ਉਹ ਔਰਤ ਇੱਕ ਮਰੀਜ਼ ਨੂੰ ਦਰਸਾਉਂਦੀ ਆ ਕਿ ਉਹ ਮਰੀਜ਼ ਆ। ਉਹ ਲਗਾਤਾਰ ਇੱਕ 12 ਸਾਲ ਤੋਂ ਉਹ ਪ੍ਰੋਬਲਮ ਦੇ ਵਿੱਚ ਆ। ਹਾਂਜੀ। ਪਰ ਜਿਨ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ, ਜਿਨੇ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ, ਪਰ ਕੁਝ ਹਕੀਮਾਂ ਤੇ ਵੈਦਾਂ ਨੂੰ ਪੈਸਾ ਦੇ ਦੇ ਕੇ ਦਵਾਈਆਂ ਲਈਆਂ, ਬਹੁਤ ਦੁੱਖ ਪਾਇਆ। ਇੱਕ ਤਾਂ ਬਿਮਾਰੀ, ਦੂਜਾ ਪੈਸਾ ਗਿਆ, ਤੀਜਾ ਆਰਾਮ ਨਹੀਂ ਆਇਆ। ਅੱਜ ਹਰ ਘਰ ਦੇ ਵਿੱਚ ਮਸਲਾ ਇਹੀ ਆ, ਹਰ ਘਰ ਦੀ ਪ੍ਰੋਬਲਮ ਹੈ। ਬਿਮਾਰੀ ਤਾਂ ਹੈਗੀ ਆ, ਬਿਮਾਰੀ ਲਈ ਡਾਕਟਰਾਂ ਕੋਲ ਜਾਂਦੇ ਆ, ਪੈਸਾ ਵੀ ਜਾਂਦਾ, ਗਰੀਬੀ ਆਉਂਦੀ ਆ, ਆਰਾਮ ਫਿਰ ਨਹੀਂ। ਚਲੋ ਜੀ 4 ਲੱਖ ਡਾਕਟਰ ਮਹਿੰਦਾ ਆ, 4 ਲੱਖ ਦੇ ਕੇ ਵੀ ਜੇ ਆਰਾਮ ਆ ਜਾਏ ਤਾਂ ਕੋਈ ਵੱਡੀ ਗੱਲ ਨਹੀਂ ਆ। 4 ਲੱਖ ਤਾਂ ਫੇਰ ਵੀ ਆ ਜਾਊ, ਪਰ ਬਿਮਾਰੀ ਜਾਣੀ ਚਾਹੀਦੀ ਆ। ਹੁਣ ਇੱਥੇ ਮਸਲਾ ਇਹ ਆ, ਨਾ ਬਿਮਾਰੀ ਗਈ, ਨਾ ਪੈਸਾ ਬਚਿਆ, ਨਾ ਆਰਾਮ ਆਇਆ, ਕੁਝ ਵੀ ਹੱਥ ਪੱਲੇ ਨਹੀਂ ਆ, ਬਹੁਤ ਦੁਖੀ ਆ। ਕਿਉਂਕਿ ਵੈਦਾਂ ਤੇ ਹਕੀਮਾਂ ਨੂੰ ਆਪਣੀ ਸਾਰੀ ਜਮਾ ਪੂੰਜੀ ਦੇ ਚੁੱਕੀ ਆ, ਪਰ ਦੁਖੀ ਆ ਔਰ ਉਹਨੂੰ ਆਰਾਮ ਨਹੀਂ ਆਇਆ। ਹਾਂਜੀ। ਉਹਦਾ ਹੋਰ ਵੀ ਮਾੜਾ ਹਾਲ ਹੋ ਗਿਆ। ਉਹਦਾ ਹੋਰ ਵੀ ਮਾੜਾ ਹਾਲ ਹੋ ਗਿਆ। ਪਹਿਲਾਂ ਤਾਂ ਕੇਵਲ ਬਿਮਾਰੀ ਲਈ ਰੋਂਦੀ ਸੀ,
ਹੁਣ ਸਾਰੀ ਜਮਾ ਪੂੰਜੀ ਦੇ ਬੈਠੀ ਆ, ਹੁਣ ਤਾਂ ਰੋਟੀ ਨੂੰ ਵੀ ਰੋਣ ਲੱਗ ਪਈ ਆ। ਹੁਣ ਚੰਗੇ ਬਸਤਰ ਲਈ ਵੀ ਰੋਂਦੀ ਆ, ਬਿਜਲੀ ਦਾ ਬਿੱਲ ਦੇਣ ਤੋਂ ਵੀ ਰੋਂਦੀ ਆ, ਕਰਿਆਨੇ ਦਾ ਬਿੱਲ ਦੇਣ ਤੋਂ ਵੀ ਰੋਂਦੀ ਆ। ਉਹ ਹੋਰ ਵੀ ਦੁਖੀ ਹੋ ਗਈ। ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਦਾ ਮਤਲਬ ਆਪਣੇ ਆਪ ਨੂੰ ਲੁਕੋ ਕੇ ਲੈ ਕੇ ਆਈ। ਪਤਾ ਨਾ ਲੱਗ ਜਾਏ ਕਿਸੇ ਨੂੰ। ਹੁੰਦਾ ਕਿ ਨਹੀਂ ਹੁੰਦਾ? ਕਈ ਵਾਰੀ ਡਰਦੇ ਰਹਿੰਦੇ ਅਸੀਂ, ਲੇਕਿਨ ਜ਼ਰੂਰ ਤਾਂ ਕਿੱਦਾਂ ਕਰਕੇ ਯਿਸੂ ਮਸੀਹ ਦੇ ਕੋਲ ਪਹੁੰਚਣ ਦੀ। ਭੀੜ ਦੇ ਵਿੱਚ ਦੀ ਪਿੱਛੋਂ ਦੀ ਹੋ ਕੇ ਅੱਗੇ ਆਈ ਅਤੇ ਉਹਦਾ ਕੱਪੜਾ ਛੂ ਲਿਆ। ਹੁਣ ਤੁਹਾਡੇ ਤੇ ਮੇਰੇ ਵਿਚਕਾਰ ਇੱਕ ਜੰਗਲਾ ਆ। ਤੁਸੀਂ ਇੱਥੇ ਬੈਠੇ ਕੱਪੜਾ ਛੂ ਲਓਗੇ? ਤੁਸੀਂ ਇੱਥੇ ਬੈਠੇ ਮੇਰਾ ਕੱਪੜਾ ਛੂ ਲਓਗੇ? ਕਿਉਂ? ਕਿਉਂਕਿ ਦੂਰੀ ਆ। ਚੰਗਿਆਈ ਲੈਣ ਲਈ ਸਾਨੂੰ ਯਿਸੂ ਮਸੀਹ ਦੇ ਕੋਲ ਆਉਣਾ ਪੈਣਾ। ਚੰਗਿਆਈ ਲੈਣ ਦੇ ਲਈ, ਆਰਾਮ ਲੈਣ ਦੇ ਲਈ ਸਾਨੂੰ ਯਿਸੂ ਮਸੀਹ ਦੇ ਕੋਲ ਆਉਣਾ ਪੈਣਾ। ਫਿਰ ਜੰਗਲਿਆਂ ਦੀ ਪਰਵਾਹ ਨਹੀਂ ਕਰਨੀ। ਜਿਹੜੇ ਜੰਗਲੇ ਆ ਨਾ, ਇਹ ਦੁਨੀਆਦਾਰੀ ਨੂੰ ਦਰਸਾਉਂਦੇ ਆ। ਸਾਡੇ ਔਰ ਸਾਡੇ ਪਰਮੇਸ਼ਵਰ ਦੇ ਵਿਚਕਾਰ ਇਹ ਜੰਗਲਾ ਆ। ਜਿਹੜਾ ਇਨਸਾਨ ਦੁਨੀਆਦਾਰੀ ਤੋਂ ਡਰਦਾ ਆ, ਜਿਹੜਾ ਇਨਸਾਨ ਸੰਸਾਰ ਤੋਂ ਡਰਦਾ ਆ, ਜਿਹੜਾ ਇਨਸਾਨ ਰੁਤਬਿਆਂ ਤੋਂ ਡਰਦਾ ਆ, ਉਹਦੇ ਔਰ ਉਹਦੇ ਪਰਮੇਸ਼ਵਰ ਦੇ ਵਿਚਕਾਰ ਇਹ ਜੰਗਲਾ ਆ। ਨਾ ਤੁਸੀਂ ਇੱਧਰ ਆ ਸਕਦੇ, ਨਾ ਅਸੀਂ ਇੱਧਰ ਆ ਸਕਦੇ। ਸਾਨੂੰ ਇਹ ਹਟਾਉਣਾ ਪੈਣਾ ਆ। ਕਹਿੰਦੀ ਪਿੱਛੋਂ ਦੀ ਆਈ ਤੇ ਜਾ ਕੇ ਉਹਦਾ ਕੱਪੜਾ ਛੂ ਲਿਆ। ਕਿਉਂ ਜੋ ਉਸਨੇ ਆਪਣੇ ਮਨ ਚ ਆਖਿਆ, ਜੇ ਮੈਂ ਨਿਰਾ ਉਹਦੇ ਕੱਪੜੇ ਨੂੰ ਹੀ ਛੂਹਾਂ ਤਾਂ ਚੰਗੀ ਹੋ ਜਾਵਾਂਗੀ। ਹਾਲੇਲੂਇਆ। ਪਹਿਲਾਂ ਕੀ ਲਿਖਿਆ? ਉਹ ਸਾਰਾ ਪੈਸਾ ਦੇ ਚੁੱਕੀ ਡਾਕਟਰਾਂ ਵੈਦਾਂ ਨੂੰ, ਪਰ ਆਰਾਮ ਨਹੀਂ ਆਇਆ। ਇਹ ਕਿਹੜਾ ਆਰਾਮ ਸੀ? ਉਹ ਕਿੱਦਾਂ ਦਾ ਆਰਾਮ ਚਾਹੁੰਦੀ ਸੀ? ਇੱਕ ਤਾਂ ਸਰੀਰ ਦੀ ਬਿਮਾਰੀ ਤੋਂ ਆਰਾਮ ਮਿਲ ਜਾਵੇ, ਦੂਜਾ ਜੋ ਬਿਮਾਰੀ ਕਰਕੇ ਘਾਟੇ ਪੈ ਗਏ ਆ ਉਹ ਚੋਂ ਵੀ ਆਰਾਮ ਮਿਲੇ। ਜੋ ਸਰੀਰ ਦੀ ਬਿਮਾਰੀ ਕਰਕੇ ਸਰੀਰ 'ਚ ਕਮਜ਼ੋਰੀ ਆਈ, ਮੈਨੂੰ ਉਹ ਤੋਂ ਵੀ ਆਰਾਮ ਮਿਲ ਜਾਏ। ਡਾਕਟਰ ਬੁਖਾਰ ਹਟਾ ਦਿੰਦੇ ਆ, ਫਿਰ ਕਹਿੰਦੇ ਜੀ 4 ਦਿਨ ਦਾ ਬੁਖਾਰ ਸੀ, 2 ਮਹੀਨੇ ਹੋ ਗਏ ਆ, ਤੋਰੀ ਨਹੀਂ ਹੁੰਦਾਗਾ, ਲੱਤਾਂ ਕੰਬਦੀਆਂ ਰਹਿੰਦੀਆਂ ਆ, ਚੱਕਰ ਨਹੀਂ ਉਹਨੂੰ ਹਟਦੇ। ਕਿਉਂ? ਉਹ ਜਿਹੜਾ 4 ਦਿਨ ਦਾ ਬੁਖਾਰ ਚੜਿਆ ਸੀ ਨਾ, ਉਹਨੇ ਸਰੀਰ ਹਿਲਾ ਕੇ ਰੱਖ ਦਿੱਤਾ। ਇਦਾਂ ਹੀ ਹੁੰਦੀ ਆ, ਉਹਨੇ ਸਰੀਰ ਹਿਲਾ ਕੇ ਰੱਖ ਦਿੱਤਾ। ਹੁਣ ਤਾਂ ਆਹ ਕੰਮ ਨਹੀਂ ਹੁੰਦਾ, ਉਹ ਕੰਮ ਨਹੀਂ ਹੁੰਦਾ। ਇਹਨੂੰ ਵੀ ਇਹ ਪ੍ਰੋਬਲਮ ਸੀ। ਕਹਿੰਦੀ ਸਭੋ ਕੁਝ ਲੁਟਾ ਬੈਠੀ, ਪਰ ਆਰਾਮ ਨਹੀਂ ਸੀ। ਇਹਨੂੰ ਇਹ ਨਹੀਂ ਪਤਾ ਸੀ ਅਸਲ ਸਾਡਾ ਆਰਾਮ ਕਿੱਥੇ ਆ, ਮੇਰਾ ਅਸਲ ਆਰਾਮ ਤੇ ਸੁੱਖ ਕਿੱਥੇ ਆ। ਕਿਉਂਕਿ ਯਿਸੂ ਨੇ ਕੀ ਕਿਹਾ? ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਜਿਹੜਾ ਧਿਆਇਆ ਆ ਆਵੇ, ਅਤੇ ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਪੀਵੇ। ਇੱਥੇ ਬੈਦਾਂ ਵਾਂਗ ਫੀਸ ਦੇਣ ਦੀ ਲੋੜ ਨਹੀਂ ਆ। ਇੱਥੇ ਹਕੀਮਾਂ ਨੂੰ ਜਦੋਂ ਫੀਸਾਂ ਦਿੰਦੇ ਤਾਂ ਫੀਸਾਂ ਦੇਣ ਦੀ ਲੋੜ ਨਹੀਂ, ਪਰਚੀਆਂ ਕਟਾਉਣ ਦੀ ਲੋੜ ਨਹੀਂ ਆ, ਟੋਕਨ ਕਟਾਉਣ ਦੀ ਲੋੜ ਨਹੀਂ ਆ। ਹਾਲੇਲੂਇਆ। ਇਹ ਪਿੱਛੋਂ ਦੀ ਗਈ, ਪੱਲਾ ਛੋਇਆ। ਹਾਂਜੀ ਪੜ੍ਹੀਏ ਫਿਰ ਇੱਕ ਵਾਰੀ। ਪਿੱਛੋਂ ਦੀ ਜਾਵਾਂਗੀ ਤੇ ਉਹਦਾ ਕੱਪੜਾ ਛੂ ਲਿਆ। ਕੱਪੜਾ ਛੂਣ ਦੇ ਲਈ ਜ਼ਰੂਰੀ ਸੀ ਕਿ ਉਹ ਯਿਸੂ ਮਸੀਹ ਦੇ ਨੇੜੇ ਜਾਂਦੀ। ਕੱਪੜਾ ਛੂਣ ਦੇ ਲਈ ਜ਼ਰੂਰੀ ਸੀ ਉਹ ਯਿਸੂ ਮਸੀਹ ਦੇ ਨੇੜੇ ਜਾਂਦੀ। ਤੇ ਨੇੜੇ ਜਾਣ ਲਈ ਜ਼ਰੂਰੀ ਸੀ ਕਿ ਸਾਰੀਆਂ ਦੀਵਾਰਾਂ ਢਾਕਣੀਆਂ, ਸਾਰੀਆਂ ਰੁਕਾਵਟਾਂ ਪਰੇ ਕਰਕੇ। ਪੱਲਾ ਛੂਣ ਲਈ ਜ਼ਰੂਰੀ ਸੀ ਨੇੜੇ ਜਾਣਾ, ਤੇ ਨੇੜੇ ਰਹਿਣ ਦੇ ਲਈ ਜ਼ਰੂਰੀ ਸੀ ਦੀਵਾਰਾਂ ਨੂੰ ਢਾਉਣਾ। ਹਾਲੇਲੂਇਆ। ਕਹਿੰਦਾ ਇੱਕ ਵਿਅਕਤੀ ਰਾਤ ਨੂੰ, ਨਿਕੋਦੇਮਸ ਰਾਤ ਦੇ ਵੇਲੇ ਚੋਰੀ ਪ੍ਰਭੂ ਯਿਸੂ ਮਸੀਹ ਕੋਲ ਆਇਆ, ਤਾਂ ਕਿ ਮੈਨੂੰ ਲੋਕ ਨਾ ਦੇਖ ਲੈਣ, ਮੈਂ ਵੀ ਇੱਦਾਂ ਕਰਦਾ ਹੁੰਦਾ ਸੀ ਥੋੜਾ ਚਿਰ ਚੋਰੀ, ਉਹ ਤੋਂ ਬਾਅਦ ਫਿਰ ਖੁੱਲ ਕੇ। ਮੈਨੂੰ ਕਿਸੇ ਨੇ ਕਿਹਾ ਜੇ ਘੁੰਗਰੂ ਪਾ ਲਿਆ ਤਾਂ ਫਿਰ ਹੁਣ ਨੱਚਣ ਤੋਂ ਕੀ ਸ਼ਰਮਾਉਣਾ, ਨੱਚਣ ਤੋਂ ਕੀ ਸੰਗਣਾ। ਘੁੰਗਰੂ ਪਾ ਕੇ ਚਾਹੇ ਤੁਸੀਂ ਹੌਲੀ ਹੌਲੀ ਤੁਰ ਕੇ ਜਾਓ, ਤਦ ਵੀ ਸ਼ਾਨ ਕਣੇ ਆ, ਕਿਉਂਕਿ ਯਿਸੂ ਮਸੀਹ ਨੇ ਸਾਨੂੰ ਬਣਾਇਆ ਹੀ ਏਦਾਂ ਦਾ ਆ।
ਹਾਲੇਲੂਇਆ। ਜਗਦਾ ਹੋਇਆ ਦੀਵਾ ਬਣਾਇਆ ਸਾਨੂੰ, ਜਿੱਧਰ ਮਰਜ਼ੀ ਚਲ ਜਾਓ ਲੋਕਾਂ ਨੂੰ ਦਿਖਾਈ ਦੇਣਾ ਹੀ ਦੇਣਾ ਆ। ਇਹ ਯਿਸੂ ਦੇ ਆ, ਇਹ ਪ੍ਰਭੂ ਦੇ ਆ, ਇਹ ਧਾਰਮਿਕ ਲੋਕ ਆ, ਇਹ ਪਵਿੱਤਰ ਪਰਜਾ ਦੇ ਲੋਕ ਆ। ਤਾਂ ਦੀਵਾ ਬੁਝਾ ਕੇ ਲੁਕਾਉਣ ਦਾ ਕੋਈ ਫਾਇਦਾ ਨਹੀਂ ਆ। ਜੇ ਦੀਵਾ ਬੁਝਾਈ ਦਿੱਤਾ ਤਾਂ ਫਿਰ ਹਨੇਰਾ ਹੀ ਹੋ ਗਿਆ। ਪਰ ਯਿਸੂ ਨੇ ਸਾਨੂੰ ਉਹ ਜੋਤੀ ਬਣਾਇਆ ਆ ਜਿਹੜੀ ਪਹਿਲਾਂ ਆਪ ਬਣ ਕੇ ਆਇਆ। ਕਹਿੰਦਾ ਮੈਂ ਜਗਤ ਦੀ ਜੋਤੀ ਆ। ਹੁਣ ਕਹਿੰਦਾ ਕਿ ਹੁਣ ਤੁਸੀਂ ਜਗਤ ਦਾ ਛਾਨਣ। ਜਿੱਦਾਂ ਮੈਂ ਜਗਿਆ ਆ ਤੁਸੀਂ ਵੀ ਜਗਦੇ ਰਹਿਣਾ। ਜਿਵੇਂ ਮੈਂ ਪ੍ਰਚਾਰ ਕੀਤਾ ਤੁਸੀਂ ਵੀ ਪ੍ਰਚਾਰ ਕਰਨਾ। ਜਿਵੇਂ ਮੈਂ ਪਿਤਾ ਦੀ ਵਡਿਆਈ ਕੀਤੀ ਤੁਸੀਂ ਵੀ ਪਿਤਾ ਦੀ ਵਡਿਆਈ 'ਚ ਲੱਗੇ ਰਹਿਣਾ। ਹਾਲੇਲੂਇਆ। ਹੁਣ ਇੱਥੇ ਇਹ ਔਰਤ ਨੇ ਕਿਹਾ ਕਿ ਮੈਂ ਪਿੱਛੇ ਦੀ ਜਾਵਾਂਗੇ। ਇਹ ਗਈ, ਸਾਰੀਆਂ ਦੀਵਾਰਾਂ ਤੋੜ ਕੇ ਗਾਂਹ ਚਲੀ ਗਈ। ਚਾਹੇ ਭੀੜ ਕਿੰਨੀ ਕੀ ਸੀ ਫਿਰ ਵੀ ਇਹ ਚਲੀ ਗਈ। ਜਦ ਤੱਕ ਜਾ ਕੇ ਨੇੜੇ ਜਾ ਕੇ ਪੱਲਾ ਹੀ ਛੁਇਆ। ਕਿਉਂ ਜੋ ਉਸ ਆਖਿਆ ਸੀ ਮੈਂ ਨਿਰਾ ਉਹਦੇ ਕੱਪੜੇ ਨੂੰ ਹੀ ਛੂਹਾਂ ਤਾਂ ਚੰਗੀ ਹੋ ਜਾਵਾਂਗੀ। ਤਾਂ ਉਹ ਉਸੇ ਦੇ ਲਹੂ ਦਾ ਬਹਾ ਸੁੱਕ ਗਿਆ। ਤਾਂ ਉਸ ਦੇ ਲਹੂ ਦਾ ਬਹਾ ਉਸੇ ਵੇਲੇ ਸੁੱਕ ਗਿਆ। ਜਿਹੜਾ ਲਹੂ 12 ਸਾਲ ਤੋਂ ਲਗਾਤਾਰ ਬਹਿ ਰਿਹਾ ਸੀ, ਹਕੀਮਾਂ ਤੇ ਵੈਦਾਂ ਦੇ ਵੱਸ ਦੀ ਗੱਲ ਨਹੀਂ ਸੀ। ਪੂਰਾ ਧਨ ਦੌਲਤ ਆਪਣਾ ਹਕੀਮਾਂ ਤੇ ਵੈਦਾਂ ਨੂੰ ਲੁਟਾ ਚੁੱਕੀ ਸੀ। ਉਹਨਾਂ ਦੇ ਪੈਸੇ ਦੀ ਵੀ ਵੱਸ ਦੀ ਗੱਲ ਨਹੀਂ ਰਹੀ। ਬਿਮਾਰੀ ਤਾਂ ਸੀ ਗਰੀਬੀ ਉੱਤੋਂ ਆ ਗਈ। ਲਿਖਿਆ ਪਰ ਜਦੋਂ ਪਿੱਛੋਂ ਦੀ ਗਈ ਉਹਦਾ ਨੇੜੇ ਜਾ ਕੇ ਪੱਲਾ ਹੀ ਛੁਇਆ। ਗੱਲ ਨੇੜੇ ਜਾਣ ਦੀ ਆ, ਕਿਉਂਕਿ ਯਿਸੂ ਨੇ ਵੀ ਇਹੀ ਗੱਲ ਕਹੀ ਆ, ਮੇਰੇ ਕੋਲ ਆਓ। ਗੱਲ ਨੇੜੇ ਜਾਣ ਦੀ ਆ। ਤਾਂ ਨੇੜੇ ਤੁਸੀਂ ਅਪਵਿੱਤਰਤਾਈ ਨਾਲ ਨਹੀਂ ਜਾ ਸਕਦੇ। ਯਸ਼ਾਇਆ 59 ਉਹਦੀ ਇੱਕ ਆਇਤ ਪੜ੍ਹ ਲਾਂਗੇ ਨਾਲ ਹੀ ਸੀ, ਜਲਦੀ ਨਾਲ। ਯਸ਼ਾਇਆ 59 60 ਚੋਂ ਇੱਕ ਘੱਟ। ਵੇਖ ਯਹੋਵਾ ਦਾ ਹੱਥ ਛੋਟਾ ਨਹੀਂ। ਵੇਖ ਪਰਮੇਸ਼ਵਰ ਦਾ ਹੱਥ ਛੋਟਾ ਨਹੀਂ ਆ ਕਿ ਉਹ ਕਿਰਪਾ ਨਾ ਕਰੇ, ਤੁਹਾਡੇ ਤੇ ਦਇਆ ਨਾ ਕਰੇ, ਤੁਹਾਨੂੰ ਸੰਭਾਲੇ ਨਾ। ਪਰਮੇਸ਼ਵਰ ਦਾ ਹੱਥ, ਪਰਮੇਸ਼ਵਰ ਦੀ ਸਾਮਰਥ ਥੋੜੀ ਨਹੀਂ ਆ ਕਿ ਤੁਹਾਡੇ ਤੱਕ ਆਵੇ ਨਾ, ਤੁਹਾਨੂੰ ਸੰਭਾਲ ਨਾ ਸਕੇ। ਉਹ ਪਰਮੇਸ਼ਵਰ ਜਿਹਨੇ ਹਵਾ ਦੇ ਵਿੱਚ ਐਡੀ ਭਾਰੀ ਭਰਕਮ ਪ੍ਰਿਥਵੀ ਨੂੰ ਹਟਕਾ ਦਿੱਤਾ, ਜਿਹਨੇ ਮਿੱਟੀ ਦੇ ਇੱਕ ਬੁੱਤ ਦੇ ਵਿੱਚ ਸਿਰਫ ਇੱਕ ਸਾਹ ਫੂਕਿਆ ਤੇ ਉਹ ਜਿਉਂਦੀ ਜਾਨ ਹੋ ਗਿਆ, ਜਿਹਨੂੰ ਆਦਮ ਕਿਹਾ, ਮਨੁੱਖ ਕਹਿ ਦਿੱਤਾ। ਮਿੱਟੀ ਦੇ ਬੁੱਤ ਨੂੰ ਬੰਦਾ ਬਣਾ ਦਿੱਤਾ। ਕਿ ਉਹਦਾ ਹੱਥ ਛੋਟਾ ਨਹੀਂ ਆ ਕਿ ਤੁਹਾਨੂੰ ਸੰਭਾਲ ਨਾ ਸਕੇ। ਉਹਦੇ ਕੰਨ ਭਾਰੀ ਨਹੀਂ। ਉਹਦੇ ਕੰਨ ਭਾਰੀ ਨਹੀਂ ਕਿ ਉਹ ਤੁਹਾਡੀ ਦੁਹਾਈ ਨੂੰ ਨਾ ਸੁਣੇ। ਸੰਤ ਯਸ਼ਾਇਆ ਨੇ ਇਸ ਗੱਲ ਨੂੰ ਬਿਆਨ ਕੀਤਾ ਆ। ਕਹਿੰਦੇ ਜਦ ਤੁਸੀਂ ਉਸ ਨੂੰ ਪੁਕਾਰੋਗੇ ਤਾਂ ਤੁਹਾਨੂੰ ਉੱਤਰ ਦੇਵੇਗਾ। ਤੇ ਸੰਤ ਯਸ਼ਾਇਆ ਵਿੱਚ ਦੀ ਹੋ ਕੇ ਪ੍ਰਭੂ ਨੇ ਵੀ ਇਹ ਗੱਲ ਆਖੀ ਆ, ਤੁਹਾਡੇ ਪੁਕਾਰਨ ਤੋਂ ਪਹਿਲਾਂ ਮੈਂ ਤੁਹਾਨੂੰ ਉੱਤਰ ਦੇਵਾਂਗਾ। ਹਾਲੇਲੂਇਆ। ਤੁਹਾਡੇ ਪੁਕਾਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਦੇਵਾਂਗਾ? ਉੱਤਰ ਦੇਵਾਂਗਾ। ਹੁਣ ਪਰਮੇਸ਼ਵਰ ਦੇ ਨੇੜੇ ਜਾਣ ਦੇ ਲਈ ਸਾਡੇ ਕੋਲ ਇੱਕ ਕੁਆਲਿਟੀ ਦਾ ਹੋਣਾ ਜ਼ਰੂਰੀ ਆ। ਉਹ ਕੁਆਲਿਟੀ ਕਿਹੜੀ ਆ? ਹਾਂਜੀ, ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਵਰ ਵਿੱਚ ਜੁਦਾਈ ਪਾ ਦਿੱਤੀ ਹੈ। ਪਰਮੇਸ਼ਵਰ ਤੇ ਮਨੁੱਖ ਦੇ ਵਿਚਕਾਰ ਇੱਕ ਪਾਪ ਹੀ ਆ ਜਿਹੜਾ ਸਾਨੂੰ ਪਰਮੇਸ਼ਵਰ ਨੂੰ ਸਾਡੇ ਨਾਲ ਮਿਲਣ ਤੋਂ ਰੋਕਦਾ ਪਿਆ। ਪਵਿੱਤਰਤਾਈ ਵਾਲੀ ਕੁਆਲਿਟੀ ਭਗਤ ਦੇ ਵਿੱਚ ਹੋਣੀ ਚਾਹੀਦੀ ਆ। ਇੱਕ ਵਿਸ਼ਵਾਸੀ ਦੇ ਵਿੱਚ ਪਵਿੱਤਰਤਾਈ ਦੀ ਕੁਆਲਿਟੀ ਦਾ ਹੋਣਾ ਬਹੁਤ ਜ਼ਰੂਰੀ ਆ। ਸ਼ੁੱਧ ਮਨ ਦਾ ਹੋਣਾ ਬਹੁਤ ਜ਼ਰੂਰੀ ਆ। ਤੇ ਪਾਪੀ ਲੋਕ ਚਾਹੇ ਜਿੰਨਾ ਮਰਜੀ, ਜੇ ਅਸੀਂ ਦੇਖਦੇ ਆ ਪ੍ਰਭੂ ਨੇ, ਯਿਸੂ ਮਸੀਹ ਨੇ ਉਸ ਵੇਲੇ ਗੱਲ ਆਖੀ ਆਪਣੇ ਦਾਸ ਪਤਰਸ ਨੂੰ, ਕਹਿੰਦਾ ਕਿ ਵੇਖ ਮੈਨੂੰ ਕਿੰਨੇ ਛੁਇਆ। ਦੱਸ ਭਲਾ ਕੋ ਕਹਿੰਦਾ ਕਿ ਇੰਨੇ ਲੋਕ, ਇੰਨੀ ਭੀੜ ਤਲੀ ਤੇ ਮਲੀ ਹੋਈ ਪਈ ਆ, ਦੱਸ ਇਹਨੂੰ ਹੁਣ ਕਿੰਨੇ ਛੂ ਲਿਆ? ਸਾਰੇ ਤੇ ਚੜੀ ਫਿਰਦੇ ਆ ਸਾਰੇ। ਜਦੋਂ ਕਹਿੰਦੇ ਨਾ ਕਿ ਤਿਲ ਸੁੱਟਣ ਨੂੰ ਜਗ੍ਹਾ ਹੈ ਨਹੀਂ, ਇੰਨੀ ਭੀੜ ਸੀ। ਪਤਰਸ ਕਹਿੰਦਾ ਹੁਣ ਸਾਰੇ ਤਾਂ ਨਾਲ ਨਾਲ ਜੁੜੇ ਆ, ਹੁਣ ਮੈਂ ਕਿਹਨੂੰ ਦੱਸਾਂ ਕਿ ਕਿਹਨੇ ਤੈਨੂੰ ਛੁਇਆ? ਪਰ ਇਹਨੇ ਸਿਰਫ ਪੱਲਾ ਹੀ ਛੁਇਆ ਪਿੱਛੇ ਦੀ ਜਾ ਕੇ। ਬਾਕੀ ਹੋਰ ਵੀ ਬਹੁਤ ਸਾਰੇ ਲੋਕ ਸੀ ਜਿਹੜੇ ਯਿਸੂ ਮਸੀਹ ਨਾਲ ਬਿਲਕੁਲ ਜੁੜੇ ਹੋਏ ਪਏ ਸੀ। ਭੀੜ ਜ਼ਿਆਦਾ ਹੋਣ ਕਰਕੇ ਚੰਗਿਆਈ ਕੇਵਲ ਇੱਕ ਦੇ ਵਿੱਚ ਆਈ। ਕਿਉਂ? ਕਿਉਂਕਿ ਭੀੜ ਦੇ ਵਿੱਚ ਪਾਪੀ ਵੀ ਸੀ, ਗੁਨਾਹਗਾਰ ਵੀ ਸੀ,
ਯਿਸੂ ਨਾਲ ਜੁੜਨ ਦੇ ਬਾਵਜੂਦ ਵੀ ਉਹਨਾਂ ਦੀ ਜ਼ਿੰਦਗੀ ਕੋਈ ਬਦਲਾਵ ਨਹੀਂ ਸੀ, ਪਰ ਇਹ ਔਰਤ ਨੇ ਆਪਣੇ ਮਨ ਤੋਂ ਨਿਸ਼ਚਾ ਦੇ ਨਾਲ ਪਵਿੱਤਰਤਾਈ ਦੇ ਨਾਲ ਜਾ ਕੇ ਪਿੱਛੋਂ ਪੱਲਾ ਹੀ ਛੋਇਆ ਸੀ। ਕਹਿੰਦਾ ਮੇਰਾ ਹੱਥ ਛੋਟਾ ਨਹੀਂ ਆ ਕਿ ਤੁਹਾਨੂੰ ਸੰਭਾਲ ਨਾ ਸਕੇ, ਤੁਹਾਨੂੰ ਛੁਡਾ ਨਾ ਸਕੇ, ਮੇਰੇ ਕੰਨ ਭਾਰੀ ਨਹੀਂ ਆ ਕਿ ਤੁਹਾਡੀ ਆਵਾਜ਼ ਨਾ ਸੁਣ, ਪਰ ਤੁਹਾਡੀਆਂ ਬਦੀਆਂ ਦੇ ਕਾਰਨ ਪਰਮੇਸ਼ਵਰ ਤੇ ਤੁਹਾਡੇ ਵਿੱਚ ਜੁਦਾਈ ਆ। ਆਪਣੇ ਅੰਦਰ ਪਵਿੱਤਰਤਾ ਦੀ ਕੁਆਲਿਟੀ ਲੈ ਕੇ ਪ੍ਰਭੂ ਦੇ ਕੋਲ ਆਉਣਾ ਪੈਣਾ। ਦੁਨੀਆ ਦਾ ਡਰ, ਦੁਨੀਆ ਦਾ ਖੌਫ ਨਾ ਰੱਖੋ। ਕੀ ਦਿੱਤਾ ਦੁਨੀਆ ਨੇ ਇਸ 12 ਸਾਲ ਤੋਂ ਰੋਗਣ ਔਰਤ ਨੂੰ? ਕੀ ਦਿੱਤਾ? ਪੈਸੇ ਨੇ ਮੇਰੇ ਇਸ ਔਰਤ ਨੂੰ ਕੁਝ ਵੀ ਨਹੀਂ। ਕਹਿੰਦੀ ਹੋਰ ਦੁੱਖ ਵੱਧ ਗਿਆ, ਹੋਰ ਦੁੱਖ ਵੱਧ ਗਿਆ। ਕਿਸੇ ਨੇ ਕੁਝ ਨਹੀਂ ਦੇਣਾ। ਕੋਈ ਇੱਕ ਦਿਨ ਤੁਹਾਡੀ ਸਾਰ ਲੈ ਲਊਗਾ, ਕੋਈ 2 ਦਿਨ ਤੁਹਾਨੂੰ ਫੋਨ ਕਰਕੇ ਤੁਹਾਡਾ ਹਾਲ ਪੁੱਛ ਲੇਗਾ। ਜੇ ਕੁਝ ਦੇਣਾ ਹੈ ਤਾਂ ਸਾਰੀ ਉਮਰ ਦੇ ਲਈ ਸਾਡੇ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੇ ਦੇਣਾ ਹੈ। ਬੋਲੋ ਆਮੀਨ, ਹਾਲੇਲੂਇਆ। ਇਹ ਔਰਤ ਗਈ ਆ, ਇਹਨੇ ਨਹੀਂ ਹੁਣ ਦੇਖਿਆ ਖੱਬਾ ਸੱਜਾ, ਇਹਨੇ ਵੇਖਿਆ ਕਿ ਯਿਸੂ ਮਸੀਹ ਦੇ ਕੋਲ ਜਾਣਾ ਹੀ ਮੇਰੇ ਲਈ ਭਲਾ ਆ। ਜਿਵੇਂ ਪ੍ਰਭੂ ਦਾ ਦਾਸ ਦਾਊਦ 73 ਜ਼ਬੂਰ 'ਚ ਇਸ ਗੱਲ ਨੂੰ ਬਿਆਨ ਕਰਦਾ ਆ, ਮੇਰਾ ਪਰਮੇਸ਼ਵਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਆ। ਮੇਰਾ ਪਰਮੇਸ਼ਵਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਆ। ਕਿਉਂ? ਉਹ ਪਰਮੇਸ਼ਵਰ ਜਿਹਨੇ ਮੈਨੂੰ ਮੇਰੇ ਸਾਰੇ ਵੈਰੀਆਂ ਤੋਂ ਆਰਾਮ ਦਿੱਤਾ, ਉਹ ਪਰਮੇਸ਼ਵਰ ਸਾਰੀ ਉਮਰ ਲਈ ਮੈਨੂੰ ਸੰਭਾਲਦਾ। ਉਹੀ ਪ੍ਰਭੂ ਦਾ ਦਾਸ ਦਾਊਦ 91 ਜ਼ਬੂਰ 'ਚ ਕਹਿੰਦਾ ਆ, ਦਾਊਦ ਨੇ ਕਿਹਾ, ਕਹਿੰਦਾ ਜਿਹੜਾ ਅਤ ਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸਾਏ ਟਿਕਦਾ ਆ। ਕਿ ਜਿਹੜਾ ਬੰਦਾ ਰੱਬ ਦੇ ਕੋਲ ਹੀ ਚਲਾ ਜਾਂਦਾ ਫਿਰ ਹਮੇਸ਼ਾ ਪਰਮੇਸ਼ਰ ਆਪਣੇ ਸਾਏ ਥੱਲੇ ਉਹਨੂੰ ਛੁਪਾ ਕੇ ਰੱਖਦਾ ਆ। ਉਹ ਮਰੀਆਂ ਜਿਹੜੀਆਂ ਖੱਬੇ ਸੱਜੇ ਹਜ਼ਾਰਾਂ ਨੂੰ ਮਾਰਨਗੀਆਂ, ਉਹ ਬਿਮਾਰੀਆਂ ਜਿਹੜੀਆਂ ਰਾਤ ਦੇ ਵੇਲੇ ਦਿਨ ਦੇ ਵੇਲੇ ਆਉਂਦੀਆਂ ਆ, ਉਹ ਮਰੀਆਂ ਜਿਹੜੀਆਂ ਤੁਹਾਡੇ ਡੇਰਿਆਂ ਦੇ ਵਿੱਚ, ਲੋਕਾਂ ਦੇ ਡੇਰਿਆਂ ਦੇ ਵਿੱਚ ਤਬਾਹੀਆਂ ਮਚਾਉਂਦੀਆਂ, ਪਰ ਕਹਿੰਦਾ ਤੇਰੇ ਕੋਲ, ਤੇਰੇ ਡੇਰੇ ਤੱਕ ਵੀ ਨਾ ਪੜਨਗੀਆਂ। ਕਿਉਂ? ਕਿਉਂਕਿ ਉਹਦੇ ਸਾਏ ਥੱਲੇ ਪਲਣਾ ਵੱਡੀ ਗੱਲ ਆ। ਦੁਨੀਆ ਦੇ ਧਨ ਦੇ ਸਾਏ ਥੱਲੇ ਪਲੋਗੇ, ਜ਼ਰੂਰ ਦੁੱਖ ਆਉਣਗੇ, ਧਨ ਚਲਾ ਜਾਏਗਾ, ਵਸਨ ਖਤਮ ਹੋ ਜਾਏਗਾ, ਲੇਕਿਨ ਜਿਹੜਾ ਇਨਸਾਨ ਪਰਮੇਸ਼ਵਰ ਦੀ ਹਜ਼ੂਰੀ 'ਚ ਪ੍ਰਮੇਸ਼ਵਰ ਦੇ ਸਾਏ ਥੱਲੇ ਪਲਦਾ ਆ, ਬਾਈਬਲ 'ਚ ਬਿਆਨ ਕੀਤਾ ਗਿਆ ਆ, ਸ਼ੈਤਾਨ ਉਹਨੂੰ ਛੂ ਨਹੀਂ ਸਕਦਾ। ਆਮੀਨ। ਇਸ ਲਈ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਦੇ ਲਈ ਮੇਰੇ ਜੋ ਸਾਨੂੰ ਪਵਿੱਤਰ ਧਰਮ ਗ੍ਰੰਥ ਕਹਿ ਰਿਹਾ ਆ, ਕਿਉਂਕਿ ਯਿਸੂ ਨੇ ਗੱਲ ਆਖੀ ਆ, ਜੇ ਹੇ ਸਾਰੇ ਥੱਕੇ ਹੋਇਓ, ਭਾਰ ਥੱਲੇ ਦੱਬੇ ਲੋਕੋ, ਮੇਰੇ ਕੋਲ ਮੈਂ ਤੁਹਾਨੂੰ ਆਰਾਮ ਦਵਾਂਗਾ। ਮੇਰੇ ਜੋ ਪਤਰਸ ਨੇ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਗੱਲ ਆਖੀ, ਕਹਿੰਦਾ ਕਿ ਕਰ ਲੈਣ ਵਾਲੇ ਆਖਦੇ ਆ ਕਿ ਤੁਹਾਡਾ ਗੁਰੂ ਕਰ ਨਹੀਂ ਦਿੰਦਾ। ਯਿਸੂ ਮਸੀਹ ਨੇ ਕਿਹਾ ਜਦ ਮਨੁੱਖਾ ਜਾਮੇ 'ਚ ਮੈਂ ਆਇਆ ਤੇ ਦੇਣਾ ਹੀ ਪੈਣਾ ਆ। ਹੁਣ ਗੱਲ ਪਤਰਸ ਦੀ ਆ ਕਿ ਪਤਰਸ ਨੂੰ ਲੋੜ ਸੀ। ਇੱਥੇ ਇਹ ਔਰਤ ਨੂੰ ਚੰਗਿਆਈ ਦੀ ਲੋੜ ਸੀ, ਇਹ ਪਿਆਸੀ ਸੀ ਚੰਗਿਆਈ ਦੀ। ਜਿਹੜਾ ਧਿਆਇਆ ਆਵੇ, ਜਿਹੜਾ ਚਾਹੇ ਅੰਮ੍ਰਿਤ ਚੱਲ ਪੀਵੇ। ਇਸ ਔਰਤ ਨੂੰ ਚੰਗਿਆਈ ਦੀ ਪਿਆਸ ਸੀ, ਗਈ ਚੰਗਿਆਈ ਮਿਲੀ। 12 ਸਾਲ ਇਲਾਜ ਕਰਾਉਣ ਤੋਂ ਬਾਅਦ ਵੀ ਜਿਹਦੀ ਜ਼ਿੰਦਗੀ 'ਚ ਅਸਰ ਨਹੀਂ ਕੋਈ ਵੀ ਹੋਇਆ, ਉਹਦੀ ਜ਼ਿੰਦਗੀ 'ਚ ਕੇਵਲ ਪਰਮੇਸ਼ਵਰ ਦੀ ਨਜ਼ਦੀਕੀ ਜਾਣ ਦੇ ਨਾਲ ਹੀ ਕਿਰਪਾ ਹੋ ਗਈ ਆ, ਉਹਦੀ ਪਿਆਸ ਮਿਟ ਗਈ। ਤੇ ਪਤਰਸ ਦਾ ਇਸ਼ਾਰਾ ਇਹ ਸੀ ਕਿ ਹੁਣ ਹੈ ਮੇਰੇ ਕੋਲ ਕੁਝ ਨਹੀਂ ਆ, ਪਰ ਯਿਸੂ ਮਸੀਹ ਦੇ ਕੋਲ ਜਾਣਾ ਭਲਾ ਆ। ਯਿਸੂ ਮਸੀਹ ਦੇ ਕੋਲ ਜਾਣਾ ਮੇਰੇ ਲਈ ਭਲਾ ਆ, ਕਿਉਂਕਿ ਯਿਸੂ ਮਸੀਹ ਸਾਰੇ ਕੰਮ ਕਰਨ ਦੀ ਸ਼ਕਤੀ ਰੱਖਦਾ ਆ, ਕਿਉਂਕਿ ਯਿਸੂ ਮਸੀਹ ਨੇ ਸਾਡੇ ਲਈ ਸਾਰੇ ਇੰਤਜ਼ਾਮ ਕਰ ਛੱਡੇ ਆ। ਉਹ ਵਸਤੂਆਂ ਜਿਹੜੀਆਂ ਨਾ ਅੱਖੀ ਵੇਖੀਆਂ, ਨਾ ਕੰਨੀ ਸੁਣੀਆਂ, ਨਾ ਮਨ ਵਿੱਚ ਆਈਆਂ, ਉਹ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤੀਆਂ ਆ। ਸਾਡੇ ਲਈ ਮੀਨਸ ਪਿਆਰ ਕਰਨ ਵਾਲਿਆਂ ਲਈ, ਜਿਹੜੇ ਪ੍ਰਭੂ ਨੂੰ ਪਿਆਰ ਕਰਦੇ, ਪ੍ਰਭੂ ਦੇ ਪ੍ਰੇਮੀ ਆ। ਹਾਲੇਲੂਇਆ। ਹੁਣ ਇੱਥੇ ਪਤਰਸ ਨੇ ਆ ਕੇ ਯਿਸੂ ਮਸੀਹ ਨੂੰ ਕਰ ਤੇ ਕਰ ਦੀ ਕੀਮਤ ਬਾਰੇ ਦੱਸਿਆ ਆ। ਤੇ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦਾ ਝੀਲ 'ਚ ਕੁੰਡੀ ਪਾ, ਪਹਿਲੀ ਮੱਛੀ ਫੜ, ਉਹਦੇ ਮੂੰਹ 'ਚੋਂ ਸਿੱਕਾ ਕੱਢ ਲਿਆਵੇਂ। ਪਤਰਸ ਨੂੰ ਕਿਸ ਚੀਜ਼ ਦੀ ਜ਼ਰੂਰਤ ਸੀ? ਪਤਰਸ ਨੂੰ ਕਿਸ ਚੀਜ਼ ਦੀ ਜ਼ਰੂਰਤ ਸੀ? ਜੇ ਤਾਂ ਪਤਰਸ ਕੋਲ ਆਪਣੇ ਕੋਲ ਹੁੰਦਾ, ਅਠੰਨੀ ਹੁੰਦੀ, ਤਾਂ ਉਹਨੇ ਦੇ ਦੇਣੀ ਸੀ, ਪਹਿਲਾਂ ਹੀ ਘਰ ਵਾਲਿਆਂ ਨੂੰ ਦੇ ਦੇਣੀ ਸੀ। ਪਰ ਇੱਥੇ ਯਿਸੂ ਨੇ ਕਿਹਾ ਅਠੰਨੀ ਆਪਣੀ ਤੇ ਅਠੰਨੀ ਮੇਰੀ ਦੇ ਦਵੀਂ। ਪ੍ਰਭੂ ਨੂੰ ਪਤਾ ਸੀ ਇਹਦੇ ਕੋਲ ਅਠੰਨੀ ਆਪਣਾ ਕਰ ਦੇਣ ਲਈ ਹੈ ਨਹੀਂ ਗੀ, ਤਾਂ ਇੱਥੇ ਆਇਆ ਆ। ਇਹਦੇ ਕੋਲ ਅਠੰਨੀ ਹੈ ਨਹੀਂ ਗੀ। ਕਈ ਵਾਰੀ ਸੀ ਕਿ ਨਾ ਚਲੋ ਕੋਈ ਗੱਲ ਨਹੀਂ, ਜੇ ਰੱਬ ਨੇ ਸਾਨੂੰ ਦੇਣਾ ਹੋ ਦੇ ਦਊਗਾ।
ਇੱਕ ਪਾਸਿਓਂ ਅਸੀਂ ਆਪਣੀ ਸਿਫਾਰਿਸ਼ ਰੱਖ ਰਹੇ ਹੁੰਦੇ ਆ, ਪਰ ਦੂਜੇ ਪਾਸੇ ਲੁਕੋ ਰਹੇ ਹੁੰਦੇ ਆ। ਪਤਰਸ ਆਪਣੀ ਸਿਫਾਰਿਸ਼ ਰੱਖ ਰਿਹਾ ਸੀ, ਪਰ ਲੁਕੋ ਕੇ। ਪਤਰਸ ਨੇ ਇਹ ਥੋੜੀ ਕਿਹਾ ਕਿ ਪ੍ਰਭੂ ਜੀ ਮੇਰੇ ਤੋਂ ਘਰ ਚੁੱਕੇ ਪੈਸੇ ਹੈ ਨਹੀਂਗੇ, ਪਰ ਪ੍ਰਭੂ ਨੂੰ ਪਤਾ ਸੀ ਕਿ ਇਹਦੇ ਕੋਲ ਹੈ ਨਹੀਂਗੇ। ਪ੍ਰਭੂ ਨੇ ਕਿਹਾ ਜਾ ਪਹਿਲੀ ਮੱਛੀ ਫੜ, ਉਹਦਾ ਮੂੰਹ ਖੋਲੀ, ਸਿੱਕਾ ਕੱਢ ਲਿਆਈ, 98 ਆਪਣੀ ਤੇ 98 ਮੇਰੀ ਚੁਕਾ ਦੇ। ਕਿਸ ਚੀਜ਼ ਦੀ ਲੋੜ ਸੀ ਪਤਰਸ ਨੂੰ? ਧਨ ਦੀ। ਕਿਸ ਚੀਜ਼ ਦੀ ਜ਼ਰੂਰਤ ਸੀ? ਧਨ ਦੀ। ਇੱਕ ਭੈਣ ਨੇ ਕਿਹਾ ਕਿ ਭਾਜੀ ਵਿਆਹ ਰੱਖ ਦਿੱਤਾ ਹੈ ਬੇਟੀ ਦਾ, ਤੁਸੀਂ ਪ੍ਰਾਰਥਨਾ ਕਰੋ ਪੈਸੇ ਦਾ ਇੰਤਜ਼ਾਮ ਹੋ ਜਾਏ। ਮੈਂ ਕਿਹਾ ਭੈਣ ਜੀ ਕੋਈ ਲੋੜ ਨਹੀਂ, ਪੈਸੇ ਦੇ ਇੰਤਜ਼ਾਮ ਦੇ ਲਈ ਪੈਸੇ ਦੇ ਲਈ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਆ। ਪਰਮੇਸ਼ਵਰ ਨੇ ਤੁਹਾਡੇ ਸ਼ਾਦੀ ਦੇ ਸਾਰੇ ਕਾਰਜ ਸੰਪੰਨ ਕਰ ਦਿੱਤੇ ਆ। ਹਾਲੇਲੂਇਆ। ਜਦੋਂ ਸ਼ਾਦੀ ਹੋਈ, ਸ਼ਾਦੀ ਤੋਂ ਬਾਅਦ ਅਗਲੇ ਐਤਵਾਰ ਉਹਨੇ ਗਵਾਹੀ ਦਿੱਤੀ ਕਿ ਮੇਰੇ ਕੋਲ ਬਹੁਤ ਥੋੜੇ ਪੈਸੇ ਸੀ ਜਿਹੜੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਖਤਮ ਹੋ ਜਾਣੇ ਸੀਗੇ, ਪਰ ਰੱਬ ਦੀ ਏਡੀ ਵੱਡੀ ਕਿਰਪਾ ਆ ਕਿ ਸਾਰਾ ਵਿਆਹ ਨਿਪਟਾ ਕੇ ਉਧਾਰ ਚੁਕਾ ਕੇ ਵੀ ਅੱਜ ਸਾਡੇ ਪਰਸ ਭਰੇ ਪਏ ਆ। ਹਾਲੇਲੂਇਆ। ਜਿਸ ਗੱਲ ਦਾ ਇੰਤਜ਼ਾਮ ਸਾਡੇ ਪਰਮੇਸ਼ਵਰ ਨੇ ਸਾਡੇ ਲਈ ਕੀਤਾ ਆ, ਉਸ ਗੱਲ ਦੇ ਲਈ ਪ੍ਰੇਅਰ ਦੀ ਲੋੜ ਨਹੀਂ ਆ, ਉਸ ਗੱਲ ਦੇ ਲਈ ਸ਼ੁਕਰਾਨੇ ਦੀ ਲੋੜ ਆ। ਉਸ ਕੰਮ ਦੇ ਲਈ ਪ੍ਰਾਰਥਨਾ ਦੀ ਲੋੜ ਨਹੀਂ ਆ, ਸਿਰਫ ਸ਼ੁਕਰਾਨਾ ਕਰੋ ਵੱਧ ਤੋਂ ਵੱਧ ਕੇ ਪ੍ਰਭੂ ਸਾਡੇ ਲਈ ਤੂੰ ਇੰਤਜ਼ਾਮ ਕਰ ਦਿੱਤੇ, ਤੇਰਾ ਧੰਨਵਾਦ ਕਰਦੇ ਆ। ਔਰ ਉਹ ਇੰਤਜ਼ਾਮ ਕੀਤੇ ਕਦੋਂ ਆ? ਅਜੇ ਮੈਂ ਪੈਦਾ ਨਹੀਂ ਹੋਇਆ ਸੀ ਜਦੋਂ ਪਰਮੇਸ਼ਰ ਨੇ ਇੰਤਜ਼ਾਮ ਕੀਤੇ ਆ। 2022 ਸਾਲ ਪਹਿਲਾਂ ਸਲੀਬ ਤੇ ਚੜ ਕੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਸਾਰੇ ਇੰਤਜ਼ਾਮ ਕਰ ਦਿੱਤੇ, ਲੋਕਰ 'ਚ ਰੱਖ ਦਿੱਤੇ, ਤੇ ਲੋਕਰ ਦੀ ਚਾਬੀ ਬਾਈਬਲ ਮੈਨੂੰ ਦੇ ਦਿੱਤੀ ਕਿ ਆਹ ਹੀ ਆ ਚਾਬੀ, ਇਹ ਜਿੱਥੇ ਜਿੱਥੇ ਲਾਏਗਾ ਲੋਕਰ ਦੇ ਦਰਵਾਜ਼ੇ ਖੁੱਲਦੇ ਜਾਣਗੇ। ਅਸੀਂ ਇਹੀ ਚਾਬੀ ਨਹੀਂ ਕਿਤੇ ਲਾ ਪਾ ਰਹੇ ਜਿਹਦੇ ਕਰਕੇ ਲੋਕਰ ਖੁੱਲਦਾ ਨਹੀਂ ਪਿਆਗਾ। ਹਾਲੇਲੂਇਆ। ਇਹੀ ਚਾਬੀ, ਕਿਉਂਕਿ ਪਤਰਸ ਨੂੰ ਕੀ ਦਿੱਤਾ ਸੀ ਯਿਸੂ ਮਸੀਹ ਨੇ? ਕਹਿੰਦਾ ਸਵਰਗ ਰਾਜ ਦੀਆਂ ਕੁੰਜੀਆਂ ਹੋਣ ਜਿਵੇਂ ਸੰਸਾਰਕ ਜਿੰਦੇ ਖੋਲਦੇ ਆ, ਕੁੰਜੀ ਸੀ। ਕਹਿੰਦਾ ਤੇਰੇ ਤੇ ਕਲੀਸਿਆ ਸਥਾਪਿਤ ਕਰਾਂਗਾ, ਭਾਵ ਤੈਨੂੰ ਵਚਨ ਦੇ ਦਿੱਤਾ ਮੈਂ, ਇਹ ਸਵਰਗ ਦੀਆਂ ਕੁੰਜੀਆਂ ਆ, ਤੂੰ ਵੀ ਸਵਰਗ ਦੀ ਕੁੰਜੀ ਆਪਣੇ ਕੋਲ ਰੱਖ, ਦੂਜਿਆਂ ਨੂੰ ਵੀ ਵੰਡਦਾ ਫਿਰ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਸਾਰੇ ਇੰਤਜ਼ਾਮ ਕਰ ਦਿੱਤੇ ਆ, ਸਾਰੇ ਇੰਤਜ਼ਾਮਾਂ ਦੀ ਕੀਮਤ ਚੁਕਾ ਦਿੱਤੀ ਹੈ, ਇੱਕੋ ਹੀ ਕੀਮਤ। ਔਰ ਉਸੇ ਇੱਕ ਕੀਮਤ ਦੇ ਵਿੱਚ ਦੀ ਹੋ ਕੇ ਤੁਸੀਂ ਜੋ ਚਾਹੁੰਦੇ ਹੋ ਸੋ ਪਰਮੇਸ਼ਰ ਤੋਂ ਲੈ ਸਕਦੇ ਆ। ਪਿੱਤਲ ਦੀ ਆਸ ਰੱਖਣ ਵਾਲੇ ਨੂੰ ਸੋਨਾ ਲੈ ਕੇ ਬੈਠਾ ਆ ਉਹ। ਇਹ ਅੜੀ ਅਸੀਂ ਕਰਕੇ ਬੈਠੇ ਆ ਕਿ ਨਹੀਂ ਪ੍ਰਾਪਤ ਕਰਨਾ, ਮੰਗੀ ਜਾਣਾ ਪਰ ਲੈਣਾ ਨਹੀਂ, ਮੰਗੀ ਜਾਣਾ ਲੈਣਾ ਨਹੀਂ। ਸਾਨੂੰ ਆਦਤ ਪੈ ਗਈ ਆ ਅੜੀ ਕਰਨ ਦੀ, ਸਾਨੂੰ ਆਦਤ ਪੈ ਗਈ ਆ ਅੜੀ ਕਰਨ ਦੀ, ਅੜੀ ਕਰੀ ਜਾਣੀ। ਜਦੋਂ ਇੱਕ ਬੱਚਾ ਟੌਫੀਆਂ ਦੇ ਲਈ, ਚਾਕਲੇਟ ਦੇ ਲਈ, ਲੋਲੀਪੌਪ ਦੇ ਲਈ ਅੜੀ ਕਰਦਾ ਨਾ, ਉਹਨੇ ਮੂਡ ਜਿਹਾ ਬਣਾ ਲਿਆ ਹੁੰਦਾ ਕਿ ਮੈਂ ਹੋਰ ਰੋਈ ਜਾਣਾ। ਜਦੋਂ ਮਾਂ ਟੌਫੀ ਵੀ ਦੇ ਦਿੰਦੀ ਆ, ਚਾਕਲੇਟ ਵੀ ਦੇ ਦਿੰਦੀ ਆ, ਲੋਲੀਪੌਪ ਦੇ ਦਿੰਦੀ, ਉਹ ਫਿਰ ਵੀ ਅੜੀ ਕਰਦਾ ਰਹਿੰਦਾ। ਕਾਰਨ ਕੀ ਆ? ਉਹਨੂੰ ਹੁਣ ਲੋਲੀਪੌਪ ਟੌਫੀ ਨਾਲ ਮਤਲਬ ਨਹੀਂ, ਉਹਨੂੰ ਆਪਣੀ ਅੜੀ ਨਾਲ ਮਤਲਬ ਹੈ ਕਿ ਮੈਂ ਅੜੀ ਕਰੀ ਜਾਣੀ ਹੈ। ਹੁੰਦਾ ਕਿ ਨਹੀਂ ਹੁੰਦਾ? ਉਹ ਕਰਦਾ ਹੀ ਰਹਿੰਦਾ। ਘਰ ਜਾ ਕੇ ਵੀ ਉਹਨੇ ਉਹੀ ਚੀਜ਼ ਫੜੀ ਰੱਖਣੀ ਆ, ਘਰ ਜਾ ਕੇ ਵੀ ਉਹੀ ਚੀਜ਼। ਸਾਡੀ ਬੇਟੀ 'ਚ ਵੀ ਇਹੀ ਆਦਤ ਹੈਗੀ ਆ। ਜਿਵੇਂ ਆਪਣੇ ਬੇਟੇ ਨੂੰ ਬੇਟਾ ਕਹਿ ਲਵਾਂ ਨਾ, ਅਸੀਂ ਆਵਾਜ਼ ਮਾਰਦੇ ਆਸ਼ੀਸ਼, ਜੇ ਪਿਆਰ ਨਾਲ ਆਦਤ ਪਈ ਆ, ਆਸ਼ੀਸ਼ ਬੇਟੇ ਉੱਠ ਜਾ, ਹੁਣ ਉਹ ਸੁੱਤੀ ਪਈ ਉੱਠ ਕੇ ਤੁਸੀਂ ਉਹਨੂੰ ਬੇਟਾ ਕਿੱਦਾਂ ਕਿਹਾ? ਮੈਨੂੰ ਪਹਿਲਾਂ ਬੇਟਾ ਕਹੋ। ਜੇ ਮੈਂ ਨਾ ਕਹਾਂ ਉਹਨੇ ਰੋ ਪੈਣਾ। ਮੈਨੂੰ ਬੇਟਾ ਨਹੀਂ ਕਿਹਾ ਪਾਪਾ ਨੇ। ਮੈਂ 5 ਮਿੰਟ 10 ਮਿੰਟ ਆਲੇ ਦੁਆਲੇ ਘੁੰਮਦਾ ਰਹਿਣਾ ਕਿ ਕਿੰਨਾ ਕੁ ਰੋ ਲਊਗੀ, ਰੋਂਦੀ ਰਹਿਣਾ। ਫਿਰ ਮੈਂ 10 ਵਾਰੀ ਉਹਨੂੰ ਫੜ ਕੇ ਚੁੰਮਣਾ, ਫਿਰ ਉਹਨੇ ਬੇਟਾ ਕਹਿਣਾ। ਨਹੀਂ, ਉਹਨੇ ਬੇਟਾ ਸੁਣਨਾ ਨਹੀਂ, ਉਹਨੇ ਅੜੀ ਕਰੀ ਜਾਣੀ। ਮੈਂ ਸਿਰ ਦੁਖਣ ਲੱਗ ਪਿਆ ਤੇਰੀ ਅੜੀ ਦੇ ਨਾਲ। ਤੂੰ ਮੈਨੂੰ ਇੱਕ ਵਾਰੀ ਕਿਹਾ ਮੈਨੂੰ ਪਾਪਾ ਬੇਟਾ ਕਹੋ, ਮੈਂ ਤੈਨੂੰ 10 ਵਾਰੀ ਕਹਿਤਾ। ਕਹਿੰਦੇ ਨਹੀਂ, ਮੈਂ ਹੁਣ ਨਹੀਂ ਸੁਣਨਾ ਬੇਟਾ ਕਹਿਣਾ, ਹੁਣ ਤਾਂ ਰੋਣਾ ਹੀ ਰੋਣਾ ਆ। ਮੀਨਸ ਸਾਨੂੰ ਅੜੀ ਕਰਨ ਦੀ ਆਦਤ ਪੈ ਗਈ ਆ। ਪਰਮੇਸ਼ਵਰ ਨੇ ਸਾਡੇ ਲਈ ਆਸ਼ੀਸ਼ ਰੱਖ ਦਿੱਤੀ ਆ, ਸਾਨੂੰ ਅੜੀ ਦੀ ਆਦਤ ਪੈ ਗਈ ਆ ਕਿ ਅੜੀ ਕਰੀ ਜਾਣੀ। ਇਦਾਂ ਹੀ ਆ। ਹਾਲੇਲੂਇਆ। ਅੜੀ ਛੱਡ ਕੇ ਖੁਦਾ ਦੇ ਵਚਨ ਨੂੰ ਫੜ ਲਵੋ, ਖੁਦਾ ਦੇ ਨੇੜੇ ਆ ਜਾਵੋ। ਖੁਦਾ ਮੀਨਸ ਪਰਮੇਸ਼ਵਰ ਸਿਰਜਣਹਾਰ ਦੇ ਨੇੜੇ ਆ ਜਾਵੋ, ਉੱਥੇ ਸਭ ਕੁਝ ਪਿਆ ਆ। ਯਿਸੂ ਦੀ ਸਲੀਬ ਦੇ ਹੇਠਾਂ ਅਬਦੀ ਆਰਾਮ ਆ, ਯਿਸੂ ਦੀ ਸਲੀਬ ਦੇ ਕੋਲ ਅਬਦੀ ਜ਼ਿੰਦਗੀ ਆ। ਜ਼ਿੰਦਗੀ ਦਾ ਭਾਵ ਸਭ ਕੁਝ ਉਹਦੇ ਕੋਲ ਆ। ਜਿਹਨੇ ਜਨਮ ਦਿੱਤਾ, ਜਿਸ ਮਾਂ ਨੇ ਜਨਮ ਦਿੱਤਾ,
उस मां ने जिंदगी की सेध भी देनी है। रिबका ने मेरे जो इसहाक नूं जन्म दिता, सॉरी जकूब नूं जन्म दिता, ते जकूब नूं बरकत लैण दी सेध भी दिती। इसहाक दी पत्नी रिबका ने जकूब नूं जो जन्म दिता, जकूब ते ईसाऊ नूं, ते मेरे जो ध्यान दिओ, उसे मां ने अपने पुत्र जकूब नूं बरकत लैण दी सेध दिती ते बरकत विच बने रहण दी, बरकत नूं बनाए रखण दी सेध दिती। जदों इसहाक ने कहा ईसाऊ नूं कि मेरे को चंगा भोजन लैके आ, मैं तैनूं बरकत दवां क्योंकि हुण मेरा समा आ चुकिया। मां नहीं चाहुंदी सी कि ईसाऊ नूं मिले। मां ने जकूब नूं कहा चल आ तैनूं मैं तैयार कर दी, तेरा भोजन तैयार कर दी, तू अपने बाप दे कोल लैके भोजन जा, ਉਹਦੇ ਕੋਲ आशीष लै, क्योंकि मां नूं पता सी ईसाऊ ने बरकत गवा देनी आ, ते मां नूं पता सी जकूब ने बरकत बचा लैनी आ। फिर जदों जकूब ने बरकत लै लई, ईसाऊ ਉਹ ਤਾਂ ਵੱਡਾ ਭਰਾ, ਹੁਣ ਉਹਨੂੰ ਪਤਾ ਸੀ ਇਹ ਗੁੱਸੇ ਆ, ਹੁਣ ਇਹਨਾਂ ਦੀ ਲੜਾਈ ਹੋ ਜਾਣੀ ਆ। ਹੁਣ ਬਰਕਤ ਜਿਹੜੀ ਹੈ ਨਾ ਉਹਦੇ ਜੋਗੀ ਨਾ ਉਹਦੇ ਜੋਗੀ ਰਹਿਣੀ, ਇਹਨਾਂ ਨੇ ਲੜ ਪੈਣਾ, ਪ੍ਰਭੂ ਦੇ ਜੋਗ ਨਹੀਂ ਰਹਿਣਾ ਇਹਨਾਂ ਨੇ। ਮਾਂ ਨੇ ਜਕੂਬ ਨੂੰ ਕਿਹਾ ਇਸ ਬਰਕਤ ਨੂੰ ਬਣਾਏ ਰੱਖਣ ਦੇ ਲਈ ਜਾ ਤੂੰ ਮੇਰੇ ਭਰਾਵਾਂ ਕੋਲ ਚਲਾ ਜਾ। ਹਾਲੇਲੂਇਆ। ਉਹਨੇ ਬਿਨਾਂ ਕਿਸੇ ਨੂੰ ਦੱਸਿਓ ਮਾਂ ਦੀ ਗੱਲ ਮੰਨੀ ਤੇ ਚਲੀ ਗਈ। ਜਿਹਨੇ ਜਨਮ ਦਿੱਤਾ ਆ ਉਹਨੇ ਸਾਡੀਆਂ ਬਰਕਤਾਂ ਵੀ ਰੱਖੀਆਂ ਆ, ਤੇ ਉਹ ਬਰਕਤਾਂ ਨੂੰ ਲੈਣ ਦੇ ਲਈ, ਬਣਾਏ ਰੱਖਣ ਦੇ ਲਈ ਬਾਈਬਲ ਭੇਜ ਦਿੱਤੀ ਆ। ਅੱਜ ਸਾਨੂੰ ਯਿਸੂ ਮਸੀਹ ਦੇ ਕੋਲ ਰਹਿਣ ਦੀ ਜ਼ਰੂਰਤ ਆ। उस 12 साला रोगन नूं जरूरत सी चंगियाई दी, वो गई, वो तृप्त होई आ। पतरस गया बहाने नाल, लोड़ सी ओनू, ते कहंदा यीशु तैनूं लोड़ हैगी देण दी, कर देण दी। यीशु मसीह ने ओदी जुबान दी गल नूं नहीं फड़िया, यीशु मसीह ने ओदे मन दी गल नूं फड़िया कि मन च कुछ होर लैके आया आ, पर मैनूं दसना नहीं चाहुंदागा। तुसीं सोचदे ही होवोगे मैं जान लवांगा। परमेश्वर दी क्वालिटी आ, कहता वो जो हिरदियां ते गुरदियां नूं जांचण वाला, जानण वाला मेरा परमेश्वर। हालेलुया। सुनम्मी औरत नूं जदों असीं पढ़दे हां, अलीशा दी एक प्रार्थना दे द्वारा ओनूं बुढ़ापे दे विच पुत्तर मिलिया, थोड़ा वड्डा होया ते मर गया। उस औरत ने उस अपने मरे हुए पुत्तर नूं चुआरे विच लटाया जिथे अलीशा के प्रार्थना करदा सी, मंजे ते लटा दिता। लिखिया अपने पति नूं सुनेहा भेजिया कि एक खोती नूं तैयार करके भेज। तो कहंदा कि अज ना नवा चानना सब्बत, तू अज की करन जाना सेवक दे कोल? तो कहंदी मैं आके दसांगी। पुछया कि सब ठीक ठाक आ? वो कहंदी सब सलामती आ, सब कुछ ठीक आ। दस सकती सी वो भी सानू जिहड़ा एक पुत्र मिलिया मर गया आ, वो तां मार सकती सी, रो सकती सी, अपने पति नूं दस सकती सी, नहीं दसिया। कहंदी सब कुछ खैरियत आ, सलामती आ। लिखिया बाइबल दे विच, वो गई दूरों अलीशा ने देखिया उस औरत नूं आउंदे नूं, उन्हें अपने चेले गेहाजी नूं कहा जा उठ दौड़ के जा उस औरत कोल, पुछ ओनूं कि तेरा पति ठीक आ, तेरा पुत्र ठीक आ। ते आके ओनूं अलीशा गेहाजी जदों पहुंचिया ते उस औरत नूं पुछिया, उस औरत ने की किया? कहंदी सब कुछ, पति भी ठीक आ, मेरा पुत्र भी ठीक आ। पर वो जानदी सी पति ठीक आ लेकिन पुत्र मर चुका, ये पता सी उन्हें। जिहदी डेड बॉडी मेरे जो चुआरे च अलीशा वाले मंजे ते पाके आई सी, उन्हें दसिया कि आके गेहाजी नूं की किया? पति भी ठीक आ ते पुत्र भी ठीक आ, पर ठीक नहीं सी, मर गया सी। किड्डा जिगरा रख के गई आ, किड्डा जिगरा रख के गई आ। लिखिया बाइबल जदों अलीशा दे कोल आई आ, उन्हें कहा कि ये किहड़े पाप दी सजा है, किहड़ा पाप चेते आया है कि मैनूं पुत्र दिता हुण लै भी लिया। शॉर्टकट दसदा आ, अलीशा गया जिस कमरे च पुत्र नूं पाया होया सी उस औरत ने, अलीशा केवल उस अंदर वड़ गया, बूहा लिया ला, उस बच्चे दे उत्ते बॉडी दे उत्ते लेट गया, फिर उठिया, घुमिया कमरे च, फिर उहदे उत्ते लेट गया, फिर उठिया। बच्चे ने 7 छिक्कां, बच्चे ने जिहड़ा मरी डेड बॉडी 7 छिक्कां मारियां। लिखिया उसे वेले उठ के खलो गया। हालेलुया। उसे वेले उठ के वो खलो गया। क्यों?
क्यों वो जिंदा होया? क्यों जिंदा होया? क्योंकि उस औरत का यह विश्वास सी कि जो मैं मंगिया नहीं, मेरे मंगण तो बगैर मेरे मन दियां जान के रब ने मैनूं दिता आ, ते हुण मैं भी इतों जिंदगी आप नहीं मंगनी। मेरा काम केवल यह आ, जिस परमेश्वर के दास विच दी होके मैनूं मिलिया, मैं उसे दास विच दी होके रब नूं मिलना है। हालेलुया। मैं उसे दास विच दी होके फिर रब नूं मिलना है। पुत जीवे चाहे ना जीवे गल वखरी आ, पर जिस रब दे बंदे कोल मैं जाके बरकत पाई आ, उस रब दे बंदे को फिर जावांगी जिहड़ी मेरे सोग ते गम नूं आनंद ते खुशी च बदलण दी सामर्थ रखदा आ। लिखिया मेरे जो परमेश्वर दे कोल उस औरत दा जाना मीनस अलीशा दे कोल उस औरत दा जाना उस औरत लई आशीष दा कारण बनिया। अपने बच्चे दी जिंदगी लई जिंदगी दे लई मेरे जो ओ प्यासी सी कि मेरा बच्चा चंगा हो जाए, जिंदा हो जाए, ते परमेश्वर ने ओदी प्यास मिटा दित्ती। यीशु ने कहा मेरे कोल आओ, मैं तुहानूं आराम दवांगा। आउणा तन मन दे नाल, आउणा अपने रूह ते अपनी आत्मा दे द्वारा आ, और वसना ओदे विच पवित्रताई दे नाल। कोई भी इंसान पाप दे नाल परमेश्वर दे नेड़े नहीं आ सकदा। बेशक किन्ना भी तुसीं यीशु मसीह दे नेड़े चले जाओ, पर परमेश्वर काम नहीं करेगा, क्योंकि परमेश्वर पवित्र तो दे काम भी पवित्र है, तो पवित्र लोकां दे उत्ते अपने आप नूं प्रगट कर दिंदा है। इसलिए आज अपना जीवन खुदा नूं दिओ, उन्हां सारियां दीवारां नूं खत्म कर दिओ जिहड़ियां तुहाडे ते तुहाडे परमेश्वर दे विचकार। अज सानू अपने अंदर एक अच्छी क्वालिटी लियाउण दी जरूरत आ कि जे असीं एक कदम प्रभु वल नूं वधिए, प्रभु लखां कदम वध के साडे वल आ जावे। हालेलुया। लखां कदम साडे वल नूं आ जावे। ते परमेश्वर दे नाल जुड़न दे लई जरूरी आ कि अपने जीवन नूं पवित्रताई दे विच रखना, पाप तो बचा के रखना जरूरी आ। वचन च खड़े रहना जरूरी आ, प्रार्थना च बने रहना जरूरी आ, सब्बत नूं मनाउणा जरूरी आ, खुदा दी आराधना करनी जरूरी है। मेरे जो खुदा दा शुकराना करना। मैं बहुत बारी ये गल कह चुका इस स्थान तो ही, ते अज भी मैं रिपीट करदा हां, मैं कदी प्रार्थना नहीं की। मैं 2 घंटे 3 घंटे 4 घंटे दिन दे 7 घंटे भी जे बैठना है घुटने टेक के केवल शुकराने लिए बैठना है कि खुदा 2022 साल पहला मेरे लिए सारे इंतजाम तू कीते, मैं तेरा धन्नवाद करदा हां। मैं वो इंतजामां नूं नहीं चाहुंदा कि तू मेरे ते प्रगट कर, मैनूं पता कि तू बेले सिर मेरियां जरूरतां नूं पूरा करन लई उत्तर आउंदा आ। हालेलुया। साडे फर्क यही आ कि असीं प्रार्थना करते हैं मंगा रख रख के शुकराना करो, क्योंकि खुदा ने इंतजाम कर दिते आ, परमेश्वर ने इंतजाम कर दिते आ। जिवें मैं उदाहरण दित्ती आ, जे साडे लई किसी दुकान ते कोई बंदा पेमेंट कर जांदा है कि जिन्ना समान बंदा चाहुंदा चुका दिओ, जिवें लिखिया गया आ कि एक मनुख जरूसलम तो जरीहो नूं आ गया, डाकुआं दे हत्थ आया, मारिया कुटिया गया। लिखिया उत्थे एक जाजक एक लेवी उथों दी लंघे परे होके लंघ गए। एक सामरी मनुख ने चुकिया ते जाके वैद कोल लै गया, उन्होंने अठन्नी दित्ती, कहंदा मैं वापस आवांगा, होर जिन्ना तेरा लगा होएगा इहदी टहल सेवा कर, इहनूं चंगा कर, जिन्ना होर खर्चा आवेगा मैं वापस आके मोड़ तैनूं दे दवांगा। कहण दा मतलब परमेश्वर ने उस एक इंसान दे लई वैद दा ते वैद दी फीस देण दा इंतजाम कीता होया सी। ऐदां ही जे परमेश्वर ने साडे लई इंतजाम कीता आ तो सानूं लोड़ नहीं बार बार कहण दी प्रभु मैनूं आ भी दे दे, मैनूं प्रभु आ भी दे दे। समा आवेगा हो जाएगा, समा आवेगा मिल जावेगा। साडे लई अति ज्यादा जरूरी की आ? यीशु मसीह दे नेड़े रहना, यीशु मसीह दे कोल आउणा। जदों आवांगे उदों ही कृपा होवेगी, उदों ही दया होवेगी। 24 साल लगातार अब्राहम प्रभु दे पिछे पिछे चले आ। 24 साल बाद एक काम जिहड़ा 24 सालां च नहीं कीता, ਉਹ अब्राहम ने 24 साल बाद कीता। ਕਿਹੜਾ ਸੀ? ਕਿਹੜਾ ਸੀ? ਕਹਿੰਦਾ ਖਰਾ ਤੇ ਸੰਪੂਰਨ ਹੋ ਕੇ ਚੱਲ। ਉਸੇ ਵੇਲੇ ਅਬਰਾਹਮ ਕਿਦਾਂ ਮੁੱਦੇ ਮੂੰਹ ਕਿੱਥੇ ਡਿੱਗਿਆ? प्रभु दे चरनां च। हालेलुया। प्रभु दे चरनां च डिग्या। उदों ही खुदा ने कहा हुण तेरा नाम अब्राहम नहीं अब्राहम होवेगा।
ਅਬਰਾਮ ਦਾ ਮਤਲਬ ਕੱਲਾ ਤੇ ਅਬਰਾਹਮ ਦਾ ਮਤਲਬ ਦਲਾਂ ਦਾ ਪਿਤਾ। ਕਹਿੰਦਾ ਹੁਣ ਤੂੰ ਕੱਲਾ ਨਹੀਂ ਹੋਵੇਂਗਾ, ਤੂੰ ਕੱਲਾ ਨਹੀਂ ਹੋਵੇਂਗਾ। ਉਹ ਔਰਤ ਆਈ ਕੱਲੀ ਸੀ ਲੇਕਿਨ ਕੱਲੀ ਵਾਪਸ ਨਹੀਂ ਗਈ। ਉਹ ਔਰਤ ਸੁੱਖ ਲੈ ਕੇ ਗਈ, ਉਹ ਔਰਤ ਤ੍ਰਿਪਤ ਹੋ ਕੇ ਗਈ, ਉਹ ਔਰਤ ਆਨੰਦਿਤ ਹੋ ਕੇ ਗਈ ਆ। ਹਾਲੇਲੂਇਆ। ਏਦਾਂ ਹੀ ਪਰਮੇਸ਼ਵਰ ਦੇ ਕੋਲ ਜਾਣ ਵਾਲਾ ਕਦੀ ਵੀ ਫਿਰ ਕੱਲਾ ਰਹਿੰਦਾ ਨਹੀਂ ਆ। ਅਬਰਾਹਮ ਜਦੋਂ ਮੁੱਦੇ ਮੂੰਹ ਟਿਕਿਆ, ਮੇਰੇ ਜੋ ਦਰਸਾਉਂਦਾ ਆ ਕਿ ਖੁਦਾ ਦੇ ਨੇੜੇ ਹੁਣ ਆ ਗਿਆ। ਕਹਿੰਦਾ ਹੁਣ ਮੈਂ ਤੈਨੂੰ ਹੱਦੋਂ ਵਾਲਾ ਵਧਾਵਾਂਗਾ। ਹਾਲੇਲੂਇਆ। ਕਿੰਨਾ? ਹੱਦੋਂ ਵਾਲਾ। ਕਿੰਨੇ ਵਧਣਾ ਚਾਹੁੰਦੇ ਹੱਦੋਂ ਵਾਲਾ? ਕਿੰਨੇ ਵਧਣਾ ਚਾਹੁੰਦੇ ਹੱਦੋਂ ਵਾਲਾ? ਪੂਰਾ ਹੱਥ ਖੜਾ ਕਰੋ। ਇਹਦਾ ਇੰਨਾ ਕਵੀ ਜੇ ਲੋੜ ਜੇ ਵਧਾਊ ਤਾਂ ਰੱਬ ਬਾਜਾਂਗੇ, ਨਹੀਂ ਤਾਂ ਨਾ ਸਹੀ, ਫਿਰ ਥੱਲੇ ਕਰ ਹੀ ਲਵਾਂਗੇ। ਤੇ ਫਿਰ ਹੱਦੋਂ ਵਾਲਾ ਪਰਮੇਸ਼ਵਰ ਨੇ ਵਧਾਉਣਾ। ਕਿਹਨੇ ਵਧਾਉਣਾ? ਕਹੋ ਆਪਣੇ ਆਪ ਨੂੰ ਕਿ ਮੈਨੂੰ ਮੇਰੇ ਪਰਮੇਸ਼ਵਰ ਨੇ ਹੱਦੋਂ ਵਾਲਾ ਵਧਾਉਣਾ, ਕਿਉਂਕਿ ਮੇਰੇ ਪਰਮੇਸ਼ਵਰ ਨੇ ਮੇਰੇ ਲਈ ਯੋਜਨਾ ਬਣਾ ਲਈ ਆ। ਪਰ ਇਹ ਯੋਜਨਾ ਉਦੋਂ ਹੀ ਪੂਰੀ ਹੋਵੇਗੀ, ਮੈਂ ਹੱਦੋਂ ਵਾਲਾ ਉਦੋਂ ਹੀ ਵਧਾਂਗਾ ਜਦੋਂ ਮੈਂ ਆਪਣੇ ਯਿਸੂ ਮਸੀਹ ਦੇ ਨੇੜੇ ਚਲਾ ਜਾਵਾਂਗਾ। ਅੱਜ ਤੋਂ ਮੈਂ ਯਿਸੂ ਮਸੀਹ ਦੇ ਨੇੜੇ ਜਾਵਾਂਗਾ। ਅੱਜ ਮੈਂ ਯਿਸੂ ਮਸੀਹ ਦੇ ਨੇੜੇ ਜਾਵਾਂਗੀ। ਜਿਵੇਂ 12 ਸਾਲਾ ਰੋਗਣ ਉਹਦੇ ਨੇੜੇ ਗਈ ਆ, ਜਿਵੇਂ ਸੁਨੇਮ ਦੀ ਔਰਤ ਉਹਦੇ ਨੇੜੇ ਗਈ ਆ, ਜਿਵੇਂ ਪਤਰਸ ਲੋੜ ਦੇ ਵੇਲੇ ਉਹਦੇ ਕੋਲ ਕਿਹਾ, ਮੈਂ ਵੀ ਅੱਜ ਉਹਦੇ ਕੋਲ ਜਾਵਾਂਗੀ। ਮੈਂ ਅੱਜ ਮੰਗਾਂ ਲੈ ਕੇ ਨਹੀਂ, ਅੱਜ ਪਰਮੇਸ਼ਵਰ ਦੇ ਅੱਗੇ ਸ਼ੁਕਰਾਨਾ ਲੈ ਕੇ ਜਾਵਾਂਗਾ। ਆਈਏ ਸਭ ਖੜੇ ਹੋਵਾਂਗੇ ਪ੍ਰਭੂ ਦੀ ਹਜ਼ੂਰੀ 'ਚ ਪਰਮੇਸ਼ਵਰ ਦੇ ਨੇੜੇ ਜਾਣ ਲਈ। ਚਰਚ ਵਿੱਚ ਆਉਣਾ ਇਹ ਨਹੀਂ ਦਰਸਾਉਂਦਾ ਕਿ ਅਸੀਂ